ਹਾਂਜੀ ਹਾਂਜੀ ਨਿੱਜਰ ਸਾਹਿਬ, ਹੋਰ ਸੁਣਾਓ ਤੁਸੀਂ? ਬਹੁਤ ਵਧੀਆ ਜੀ। ਆਪਾਂ ਉਹ ਜਿਹੜੀ ਚੌਪਈ ਸਾਹਿਬ ਲੈ ਰਹੇ ਸੀਗੇ। ਹਾਂਜੀ ਹਾਂਜੀ। ਉੱਥੇ ਤੱਕ ਹੋਇਆ ਸੀਗਾ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹੀ ਹਮਾਰਾ। ਸਾਰਿਆਂ ਨੂੰ ਦੇਖ ਲਓ ਕਿੰਨਾ ਵਧੀਆ ਤਰੀਕੇ ਨਾਲ ਸਵਾਰ ਕੇ ਮਾਲਕ ਪਰਮਾਤਮਾ ਨੇ ਦੁਨੀਆ ਸ੍ਰਿਸ਼ਟੀ ਬਣਾਈ ਹੈ ਰੰਗ ਬਿਰੰਗੀ। ਕਹਿੰਦੇ ਐਸੇ ਮਾਲਕ ਪਰਮਾਤਮਾ ਨੂੰ ਮੇਰੀ ਨਮਸਕਾਰ ਹੈਗੀ ਭਾਈ, ਜਿਹੜਾ ਐਸਾ ਇੰਜੀਨੀਅਰ ਹੈਗਾ। ਕਿਸ ਤਰ੍ਹਾਂ ਕਿੰਨੀ 84 ਲੱਖ ਜੂਨਾਂ ਹੈਗੀਆਂ ਔਰ ਕਿੰਨੇ ਕੁ ਜੀਅ ਹੈਗੇ, ਅਣਗਿਣਤ ਜੀਵ ਹੈਗੇ, ਔਰ ਸਾਰਿਆਂ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਬਣਾ ਦਿੰਦਾ ਹੈ ਹਰੇਕ ਦਾ ਉਹ ਮਾਲਕ ਪਰਮਾਤਮਾ, ਔਰ ਉਹਦੇ ਵਿੱਚ ਜੋਤ ਧਰ ਦਿੰਦਾ ਹੈ। ਜਵਨ ਨਿੱਜਰ ਸਾਹਿਬ ਇੱਕ ਸੈਕਿੰਡ ਤੁਹਾਡੀ ਗੱਲ ਰੋਕੀ। ਉਹ ਤੁਹਾਡੇ ਬ੍ਰਦਰ ਦੇ ਵੱਲ ਭਾਜੀ ਵੱਲ ਗੁਰ ਵੇਖ ਕੇ ਮੈਂ ਹੈਰਾਨ ਹੋ ਗਿਆ। ਹਾਂਜੀ ਹਾਂਜੀ। ਸਾਧ ਸੰਗਤ ਜੀ ਦੇਖੋ, ਇਹ ਸਰੀਰ ਦੇ ਅੰਦਰ ਇੰਨੇ ਪੁਰਜੇ ਆ, ਸਾਨੂੰ ਪਤਾ ਕੋਈ ਨਾ। ਇਹ ਹਰ ਇੱਕ ਪੁਰਜੇ ਦਾ ਕੋਈ ਕੰਮ ਹੈਗਾ। ਵੇਖੋ ਕਹਿੰਦੇ ਨੇ ਸਵਾਰਿਆ ਦਾ ਮਤਲਬ ਕਿ ਇਹ ਵੇਲੋ ਬਜ਼ੁਰਗਾਂ ਦੀ ਸ਼ਿਕਾਇਤ ਕਿ ਉਹ ਜਿਹੜਾ ਖੂਨ ਇਹਨਾਂ ਨੂੰ ਸਾਫ਼ ਕਰਾਉਣਾ ਪੈਂਦਾ ਵਾ। ਤੇ ਸਾਡੇ ਅੰਦਰ ਇੱਕ ਐਡਾ ਵੱਡਾ ਪਲਾਂਟ ਲੱਗਾ ਵਾ ਜਿਹੜਾ ਦਿਨ ਰਾਤ ਸਾਡੇ ਖੂਨ ਨੂੰ ਸਾਫ਼ ਕਰ ਰਿਹਾ, ਔਰ ਸਾਨੂੰ ਪਤਾ ਨਹੀਂ ਆ। ਆਪ ਜਸਟ ਸੋਚੋ, ਮੈਂ ਇੱਥੋਂ ਤੱਕ ਇਹ ਵੀ ਪੜ੍ਹ ਕੇ ਹੈਰਾਨ ਹੋ ਗਿਆ। ਮੈਨੂੰ ਨਹੀਂ ਪਤਾ ਸੀ। ਇਹ ਕਹਿੰਦੇ ਫਲੈਰੀ, ਇਹ ਜਿਹੜੀ ਫਲੈਰੀ ਕਹਿੰਦੇ ਨਾ ਆਪਾਂ, ਫਲੈਰੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਇੱਥੋਂ ਤੱਕ ਜਿਹੜੇ ਸਾਡੇ ਰੰਗ ਹੈ ਨਾ ਸਰੀਰ ਦਾ, ਸਕਿਨ ਦਾ ਰੰਗ, ਇਹ ਤੇ ਲਈ ਹਰ ਦਿਨ ਰੰਗ ਬਣ ਰਿਹਾ ਤੇ ਸਰੀਰ ਦੇ ਅੰਦਰ। ਔਰ ਜਿੱਦਣ ਉਹ ਪੁਰਜਾ ਖਰਾਬ ਹੋ ਜਾਂਦਾ ਹੈ ਉਸ ਤੋਂ ਬਾਅਦ ਸਾਨੂੰ ਫਿਰ ਫਲੈਰੀ ਹੋ ਜਾਂਦੀ ਹੈ। ਅਬ ਜਸਟ ਸੋਚੋ, ਇੱਥੋਂ ਤੱਕ ਕਿ ਸਾਡੀਆਂ ਜਿਹੜੀਆਂ ਅੱਖਾਂ ਵਾ ਉਹਦੇ ਅੰਦਰ ਜਿਹੜੀਆਂ ਪੁਰਜੇ ਲੱਗੇ ਨੇ, ਰੈਟੀਨਾ ਵਗੈਰਾ, ਲੈਂਜ, ਔਰ ਉਹਦੀ ਰਿਪੇਅਰ ਕਰਨ ਦੇ ਲਈ ਬੰਦੇ ਖਿਲਾਰੇ ਹੋਏ ਨੇ ਅੰਦਰ। ਪਰ ਸਾਨੂੰ ਪਤਾ ਹੀ ਕੋਈ ਨਹੀਂ ਕਿ ਸਾਡੇ ਸਰੀਰ 'ਚ ਉਹ ਰੈੱਡ ਸੈੱਲ ਹੈਗੇ ਨੇ, ਉਹ ਜਿਹੜੇ ਫਾਈਟ ਕਰ ਰਹੇ ਨੇ ਜਰਾਸੀਮ ਦੇ ਨਾਲ, ਬਿਮਾਰੀਆਂ ਨੂੰ ਮਾਰਦੇ ਪਏ ਨੇ, ਉਹ ਲੜਦੇ ਪਏ ਨੇ ਅੰਦਰ, ਪਰ ਸਾਨੂੰ ਕੁਛ ਵੀ ਨਹੀਂ ਪਤਾ। ਜਸਟ ਸੋਚੋ ਕਿ ਕਿੰਨੀ ਵੱਡੀ ਉਹ ਕੁਦਰਤ ਹੈ ਜਿੰਨੇ। ਔਰ ਇਹ ਵੀ ਦੇਖੋ ਨਿੱਜਰ ਸਾਹਿਬ, ਇੱਕ ਜਸਟ ਹੋਰ ਗੱਲ ਕਰਦੇ ਹਾਂ, ਸੂਖਮ ਗੱਲ ਕਰਦੇ ਹਾਂ। ਇਨਸਾਨ ਅਜੇ ਸਾਡਾ ਸਰੀਰ ਨਹੀਂ ਬਣਿਆ, ਉਹ ਪਹਿਲਾਂ ਹੀ ਆ ਕੇ ਮਾਂ ਦੇ ਗਰਭ 'ਚ ਬਹਿ ਗਿਆ। ਜਿਹੜਾ ਚੇਤਨਾ ਵਾ, ਜਿਹੜਾ ਪ੍ਰਾਣ, ਜਿਹਨੂੰ ਪ੍ਰਾਣ ਨਹੀਂ ਕਹਿ ਦਿੰਦੇ ਆਪਾਂ, ਪ੍ਰਾਣਾਂ ਦੇ ਨਾਲ ਹੀ ਤੇ ਵਹਿੰਦੇ ਆਪਾਂ ਸਾਰਾ ਕੁਝ। ਹੈ ਜਿਹੜਾ ਤੁਹਾਡੇ ਅੱਖਾਂ ਨਾਲ ਖਲੋਂਦਾ ਕੌਣ ਹੈ? ਪ੍ਰਾਣ, ਚੇਤਨਾ, ਜਿਹਨੂੰ ਕੌਨਸ਼ੀਅਸਨੈਸ ਕਹਿੰਦੇ ਆਪਾਂ, ਜਿਹੜੀ ਬ੍ਰਹਮ ਤੋਂ ਆਉਂਦੀ। ਔਰ ਬੰਦੇ ਨੂੰ ਪਤਾ ਹੀ ਨਹੀਂ ਉਹ ਮੈਂ ਕੀ ਹੈਗਾ ਅੰਦਰ। ਅਸਲ 'ਚ ਬੰਦਾ ਸੋਚਦਾ ਮੈਂ ਸਰੀਰ ਹੈਗਾ। ਪੰਗਾ ਤੇ ਨਿੱਜਰ ਸਾਹਿਬ ਉੱਥੇ ਪੈ ਜਾਂਦਾ। ਉਹਨੂੰ ਵਿਚਾਰੇ ਨੂੰ ਇਹ ਨੀ ਪਤਾ। ਉਹ ਸੋਚਦਾ ਕਿ ਨਿੱਜਰ ਸਾਹਿਬ ਨੇ ਮੈਨੂੰ ਗਾਲਾਂ ਕੱਢਦੀਆਂ, ਨਿੱਜਰ ਸਾਹਿਬ ਨੇ ਮੈਨੂੰ ਫਲਾਣਾ ਕਹਿਤਾ। ਸਾਰੀ ਜ਼ਿੰਦਗੀ ਰੋਸਤ, ਗਿਲੇ ਸ਼ਿਕਵੇ, ਦੁਨੀਆ ਭਰ ਦੇ, ਕੋਈ ਪਤਾ ਹੀ ਕੋਈ ਨਹੀਂ। ਐਂਡਲੈਸ ਇਹਦੀਆਂ ਕੰਪਲੇਂਟਸ ਹੈਗੀਆਂ ਨੇ। ਨਾ ਇਹਨੂੰ ਕੋਈ ਨੌਕਰੀ ਪਸੰਦ, ਨਾ ਇਹਨੂੰ ਬੱਚੇ ਆਪਣੇ ਪਸੰਦ, ਨਾ ਇਹਨੂੰ ਆਪਣੀ ਘਰ ਦੀ ਪਸੰਦ, ਨਾ ਇਹਨੂੰ ਆਪਣਾ ਘਰ ਪਸੰਦ। ਇਹ ਕੋਈ ਜੋ ਵੀ ਹੈਗਾ, ਇਹਨੇ ਕਿਤੇ ਇਨਸਾਨ ਨੇ ਕਿਤੇ ਥੈਂਕ ਯੂ ਨਹੀਂ ਕੀਤਾ। ਇੱਕ ਇਨਸਾਨ ਦੀ ਫਿਤਰਤ ਹੈ। ਇੱਕ ਆਪ ਜਸਟ ਸੋਚੋ, ਜੇਕਰ ਉਹ ਪਰਮਾਤਮਾ ਕਿਤੇ ਸਾਡੀ ਇਸ ਗੱਲ ਦੇ ਬਾਰੇ ਐਕਸ਼ਨ ਲੈਂਦਾ ਹੋਵੇ ਤੇ ਉਹ ਸਾਡੇ ਲਈ ਸਾਡੇ ਕੀ ਬੁਰੇ ਹਾਲਾਤ ਨਾ ਕਰੂਗਾ, ਪਰ ਨਹੀਂ, ਉਹ ਪ੍ਰਵਾਹ ਕਰਦਾ। ਬਾਦਸ਼ਾਹ ਹੈਗਾ, ਕਿਤੇ ਵੀ ਨਹੀਂ ਉਹਦੇ ਮਨ ਚ ਆਉਂਦਾ ਹੈ ਕਿ ਇਹ ਬੰਦਾ ਜਿਹੜਾ ਹਰ ਦਿਨ ਇੰਨੀ ਕੰਪਲੇਂਟ ਕਰ ਰਿਹਾ, ਦੁਨੀਆ ਭਰ ਦੀਆਂ ਕੰਪਲੇਂਟਸ ਹੈਗੀਆਂ ਨੇ, ਔਰ ਇਹਦੇ ਬਾਵਜੂਦ ਵੇਖ ਲਓ ਸ਼ਕਤੀ ਸਾਨੂੰ ਕੁਛ ਨਹੀਂ ਕਹਿੰਦੀ। ਇੱਥੋਂ ਤੱਕ ਨਿੱਜਰ ਸਾਹਿਬ, ਇੱਕ ਮੇਰੀਆਂ ਕੱਜ ਦੀਆਂ ਗੱਲਾਂ 2-3 ਪੱਲੇ ਤੁਸੀਂ ਬੰਨ ਲਈਆਂ ਨਾ ਤੇ ਤੁਹਾਡਾ ਜੀਵਨ ਸਵਰ ਜੂਗਾ। ਇੱਥੋਂ ਤੱਕ ਜੇ ਅਸੀਂ ਕਿਸੇ ਨੂੰ ਦਾਨ ਦੇਂਦੇ ਆ ਤੇ ਅਸੀਂ ਕਿਸੇ ਤੇ ਆਸਾਨ ਨਹੀਂ ਕਰਨ ਦੇ। ਉਹ ਸਮਝ ਲਓ ਕਿ ਤੁਹਾਡੇ ਤੇ ਉਹ ਬੰਦਾ ਆਸਾਨ ਕਰ ਰਿਹਾ ਜੇ, ਤੁਹਾਨੂੰ ਪੁੰਨ ਦੇ ਰਿਹਾ ਉਹ। ਇੱਕ ਆਪਾਂ ਨਾਰਮਲੀ ਪਤਾ ਕਿ ਨਿੱਜਰ ਸਾਹਿਬ ਕੀ ਸੋਚਦੇ ਆ ਵੀ ਮੈਂ ਤੇਰੀ ਸਕੂਲ ਦੀ ਫੀਸ ਦਿੱਤੀ, ਉਹ ਬੇਬੀ ਤੈਨੂੰ ਮੈਂ ਬੂਟ ਲੈ ਕੇ ਦਿੱਤੇ, ਮੈਂ ਤੇਰਾ ਇਲਾਜ ਕਰਾਤਾ। ਓਏ ਬੇਵਕੂਫੋ, ਅਸੀਂ ਨਹੀਂ ਉਹਦੇ ਤੇ ਅਹਿਸਾਨ ਕੀਤਾ, ਉਹਨੇ ਸਾਡੇ ਤੇ ਅਹਿਸਾਨ ਕਰਤਾ ਜੇ। ਇਹ ਦੇਖੋ ਸੋਚਣ ਦਾ ਨਜ਼ਰੀਆ ਕਿੰਨਾ ਵੱਡੀ ਗੱਲ ਹੈ। ਉਹਨੇ ਸਾਨੂੰ ਮੌਕਾ ਦੇ ਦਿੱਤਾ।
ਤੁਸੀਂ ਐਸੇ ਬੰਦੇ ਵੇਖੋ ਧਰਤੀ ਤੇ ਜਿਨ੍ਹਾਂ ਕੋ ਕਰੋੜਾਂ ਰੁਪਏ ਹੁੰਦੇ ਆ, ਉਹਨਾਂ ਦੇ ਕਰਮਾਂ 'ਚ 1 ਰੁਪਇਆ ਦਾਨ ਕਰਨ ਵਾਸਤੇ ਨਹੀਂ ਲਿਖਿਆ। ਲੈਂਦਾ ਹੀ ਨਹੀਂ ਉਹਨਾਂ ਦਾ ਪੈਸਾ, ਕੋਈ ਉਦਾਂ ਹੀ ਸੜ ਜਾਂਦਾ, ਗੌਰਮੈਂਟ ਕੋਲ ਚੱਲ ਜਾਂਦਾ। ਜਸਟ ਸੋਚੋ, ਜੇ ਤੁਹਾਨੂੰ ਕਿਸੇ ਨੇ ਮੌਕਾ ਦੇ ਦਿੱਤਾ 200, 400, 500 ਦੀ ਮਦਦ ਕਰਨ ਦੇ ਲਈ, ਉਹ ਚੀਜ਼ ਤੁਹਾਡੇ ਕੋਲ ਮੰਗ ਲਈ, ਤੁਸੀਂ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਉਹਨੇ ਤੁਹਾਨੂੰ ਮੌਕਾ ਦੇ ਦਿੱਤਾ। ਔਰ ਆਖਰ ਤੇ ਉਹ ਜਿਹੜਾ ਜੀਵ ਹੈ, ਜਿਹਦੀ ਚੇਤਨਾ ਦੀ ਮੈਂ ਗੱਲ ਕਰਦਾ ਹਾਂ, ਉਸ ਜੀਵ ਨੂੰ ਆਪਾਂ ਜਿਹਨੂੰ ਛੱਡਿਆ ਹੈ, ਜਿਹਨੂੰ ਛੱਡ ਕੇ ਜਿਹਨੂੰ ਆਪਾਂ ਉਹਨੂੰ ਛੱਡ ਦਿੰਦੇ ਹਾਂ, ਆਪਾਂ ਜੜ ਦੇ ਨਾਲ ਜੁੜ ਜਾਂਦੇ ਹਾਂ ਔਰ ਜੜ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਬਤੀਤ ਹੁੰਦਾ ਹੈ। ਔਰ ਆਖਰ ਦੇ ਵਿੱਚ ਜਦੋਂ ਉਹ ਮਰ ਜਾਂਦਾ, ਫਿਰ ਮੈਂ ਮਰ ਜਾਣਾ ਤੇ ਮੈਨੂੰ ਕਿਸੇ ਨੇ ਨਹੀਂ ਕਹਿਣਾ ਚਰਨਜੀਤ ਨੂੰ ਚੁੱਕੋ, ਉਹਨਾਂ ਕਹਿਣਾ ਚਰਨਜੀਤ ਦੇ ਸਰੀਰ ਨੂੰ ਚੁੱਕੋ, ਇਹਨੂੰ ਨਵਾਓ, ਇਹਨੂੰ ਲੈ ਜਾਓ, ਇਹਨੂੰ ਸ਼ਮਸ਼ਾਨ ਘਾਟ 'ਚ ਲੈ ਜਾਓ। ਆਪ ਜਸਟ ਸੋਚੋ, ਇਹਦਾ ਮਤਲਬ ਕਿ ਜਿਹੜਾ ਚਰਨਜੀਤ ਸੀ ਉਹ ਕੁਝ ਹੋਰ ਸੀ, ਉਹ ਤੇ ਹੈ ਹੀ ਨਹੀਂ ਇਹ ਸਰੀਰ, ਪਰ ਆਪਾਂ ਜੁੜਦੇ ਸਰੀਰ ਦੇ ਨਾਲ ਹੀ ਆ। ਔਰ ਵੇਖ ਲਓ, ਜਦੋਂ ਚਰਨਜੀਤ ਨਿਕਲ ਗਿਆ ਨਾ, ਤੇ ਚਰਨਜੀਤ ਦੇ ਸਰੀਰ ਦਾ ਵੀ ਮੁੱਲ ਕੋਈ ਨਹੀਂ, ਨਾਲ ਹੀ ਮਿੱਟੀ। ਉਦਾਂ ਆਪਾਂ ਸਾਰੇ ਇੱਕ ਦੂਜੇ ਨਾਲ ਇਕੱਠੇ ਹੋਏ ਆ, ਕੇਵਲ ਉਸ ਕਰਕੇ ਕਿਉਂਕਿ ਉਹਦਾ ਜੀਵ ਅੰਦਰ ਹੈਗਾ, ਉਹਦੀ ਰੂਹ ਅੰਦਰ ਹੈਗੀ ਆ। ਔਰ ਰੂਹ ਦੇਖੋ, ਇੱਥੇ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ, ਆਪਾਂ ਸ਼ਕਲਾਂ ਵੇਖਦੇ ਹਾਂ ਲੋਕਾਂ ਦੀਆਂ, ਉਹ ਸੋਹਣਾ ਹੈ, ਉਹਦੀਆਂ ਅੱਖਾਂ ਵੱਡੀਆਂ ਨੇ, ਉਹਦੇ ਬੁੱਲ ਸੋਹਣੇ ਨੇ, ਉਹਦੀ ਹਾਈਟ ਜ਼ਿਆਦਾ ਹੈ, ਪਰ ਆਪਾਂ ਕਿਤੇ ਨਹੀਂ ਸੋਚਿਆ ਕਿ ਉਹਦੇ ਮਗਰ ਰੂਹ ਹੈਗੀ ਆ। ਉਹ ਕਿਉਂ ਉਸ ਰੂਹ ਦੀ ਆਪਾਂ ਬੇਇੱਜ਼ਤੀ ਕਰਦੇ ਪਏ ਆ? ਕਿਉਂ ਕੰਪੇਅਰ ਕਰਦੇ ਆ ਉਹਨੂੰ ਲੋਕਾਂ ਦੇ ਨਾਲ ਕਿ ਤੂੰ ਸੋਹਣਾ ਨਹੀਂ ਹੈਗਾ, ਤੇਰੀ ਹਾਈਟ ਘੱਟ ਹੈ, ਤੂੰ ਘੱਟ ਪੜ੍ਹਿਆ ਲਿਖਿਆ। ਜਿਹੜਾ ਅਹਿਸਾਸ ਕਰਨ ਵਾਲਾ ਹੈ, ਤੁਹਾਡੇ ਅੰਦਰ ਰੂਹ ਹੈਗੀ ਹੈ। ਤੁਸੀਂ ਕਿਸੇ ਬੰਦੇ ਨੂੰ ਦੁਖੀ ਨਹੀਂ ਕਰ ਰਹੇ, ਉਸ ਰੂਹ ਨੂੰ ਦੁਖੀ ਕਰ ਰਹੇ। ਜੇਕਰ ਇਨਸਾਨ ਨੂੰ ਇਹਦੀ ਥੋੜਾ ਜਿਹਾ ਵੀ ਪਤਾ ਲੱਗ ਜੇ ਕਿ ਉਹ ਜਿਹੜੀ ਮਗਰ ਰੂਹ ਹੈ, ਉਹ ਜਿਹੜੀ ਉਹ ਸੂਰਜ ਦੀ ਕਿਰਨ ਹੈ, ਉਹ ਜਿਹੜਾ ਪ੍ਰਮਾਤਮਾ, ਉਹ ਸੂਰਜ, ਉਹਦੀ ਇੱਕ ਛੋਟੀ ਜਿਹੀ ਕਿਰਨ, ਉਹ ਸਾਡੇ ਸਾਹਮਣੇ ਜਿਹੜਾ ਬੰਦਾ ਹੈ, ਚਾਹੇ ਕਿਸੇ ਰੂਪ 'ਚ ਬੈਠਾ ਹੈ। ਔਰ ਇਹ ਦੇਖੋ, ਪ੍ਰਮਾਤਮਾ ਕਿਤੇ ਕਿਸੇ ਨੂੰ ਮਿਲ ਨਹੀਂ ਦੇਣਾ ਆਉਂਦਾ, ਇਹ ਪ੍ਰਮਾਤਮਾ ਹੀ ਹੈ ਸਾਰਾ। ਇੱਕ ਸਾਡੇ 'ਚ ਕੋਈ ਬੜੀ ਗਲਤ ਫਹਿਮੀ ਪਾਤੀ ਆ, ਲੋਕੀ ਕਹਿੰਦੇ ਆ ਕਿ ਜੀ ਉਹ ਤੇ ਬ੍ਰਹਮ ਗਿਆਨੀ ਸੀ, ਉਹ ਤੇ ਪ੍ਰਮਾਤਮਾ ਨੂੰ ਮਿਲ ਗਏ, ਅਸੀਂ ਕਿੱਥੋਂ ਮਿਲਾਂਗੇ? ਇਹ ਗਲਤ ਆ। ਪ੍ਰਮਾਤਮਾ ਨੇ ਸਾਰੇ ਬ੍ਰਹਮ ਗਿਆਨੀ ਹੀ ਪੈਦਾ ਕੀਤੇ ਨੇ, ਕੋਈ ਕਿਸੇ ਨੂੰ ਘੱਟ ਨਹੀਂ ਪੈਦਾ ਕੀਤਾ, ਉਹ ਵੱਖਰੀ ਗੱਲ ਆ। ਅਸੀਂ ਆਪਣੇ ਆਪ ਨੂੰ ਕਿੰਨਾ ਕੁ ਪ੍ਰਗਟ ਕੀਤਾ। ਕਈ ਲੋਕ ਬਿਲਕੁਲ ਜਾਨਵਰਾਂ ਪੱਧਰ ਤੇ ਜੀਵਨ ਬਤੀਤ ਕਰਦੇ ਨੇ, ਖਾ ਲਿਆ, ਪੀ ਲਿਆ, ਸੌਂ ਲਿਆ, ਕੇਵਲ ਆਪਣੇ ਲਈ ਜੀਵਨ ਬਤੀਤ ਕੀਤਾ, ਆਪਣਾ ਸੁੱਖ ਵੇਖਿਆ, ਕੋਈ ਭੈਣ ਭਰਾ, ਕੋਈ ਮਾਂ ਪਿਓ, ਕਿਸੇ ਨੂੰ ਨਹੀਂ ਵੇਖਿਆ, ਔਰ ਇੱਕ ਜਾਨਵਰਾਂ ਵਾਂਗੂ ਜੀਵਨ ਬਤੀਤ ਕੀਤਾ, ਚਲੇ ਗਏ। ਬਹੁਤ ਘਟੀਆ ਜੀਵਨ। ਕੁਛ ਲੋਕ ਥੋੜੇ ਉੱਚੇ ਹੁੰਦੇ ਨੇ, ਕਮ ਸੇ ਕਮ ਆਪਣੇ ਆਪ ਪਰਿਵਾਰ ਨੂੰ ਵੇਂਦੇ, ਆਪਣੇ ਜੀਵਨ ਸਾਥੀ ਨੂੰ ਵੇਂਦੇ ਆ, ਉਹਦੀਆਂ ਭਾਵਨਾ ਨੂੰ ਵੇਂਦੇ ਆ, ਆਪਣੇ ਬੱਚਿਆਂ ਦੀ ਕੇਅਰ ਕਰਦੇ, ਆਪਣੇ ਮਾਂ ਪਿਓ ਦੀ ਕੇਅਰ ਕਰਦੇ ਆ। ਇਹ ਚੰਦ ਲੋਕ ਹੁੰਦੇ ਨੇ, ਜ਼ਿਆਦਾ ਨਹੀਂ ਹੁੰਦੇ। ਔਰ ਕੁਛ ਲੋਕ ਏਦਾਂ ਦੇ ਹੁੰਦੇ ਨੇ, ਆਪਣੇ ਪਿੰਡ ਬਾਰੇ ਸੋਚਦੇ, ਆਪਣੇ ਸ਼ਹਿਰ ਬਾਰੇ ਸੋਚਦੇ, ਆਪਣੇ ਜਿਹੜਾ ਸਟੇਟ ਬਾਰੇ ਸੋਚਦੇ। ਕੁਛ ਏਦਾਂ ਦੇ ਹੁੰਦੇ ਕਿ ਸਾਰੇ ਦੇਸ਼ ਬਾਰੇ ਸੋਚਦੇ। ਔਰ ਕੁਛ ਲੋਕ ਜਿਹੜੇ ਬ੍ਰਹਮ ਗਿਆਨੀ ਹੁੰਦੇ, ਉਹ ਸਾਰੀ ਦੁਨੀਆ ਬਾਰੇ ਸੋਚਦੇ। ਹੈ ਤੇ ਉਹ ਵੀ ਬੰਦੇ, ਉਹ ਪ੍ਰਮਾਤਮਾ ਦਾ ਘਰ ਸਮਝਦੇ ਸਾਰੀ ਧਰਤੀ ਨੂੰ। ਔਰ ਆਪਾਂ ਇੱਥੇ ਬੈਠੇ ਹਾਂ, ਆਪਾਂ ਕਥਾ ਕਰਦੇ ਹਾਂ, ਵਿਚਾਰ ਕਰਦੇ ਹਾਂ। ਇੱਥੇ ਬਾਣੀ ਤੋਂ ਆਪਾਂ ਕੀ ਸਿੱਖਣ ਨੇ? ਦੇਖੋ, ਬਾਣੀ ਦੇ ਵਿੱਚ ਕੁਛ ਨਹੀਂ ਲਿਖਿਆ। ਬਾਣੀ 'ਚ ਇੱਕ ਚੀਜ਼ ਲਿਖੀ ਉਹਨਾਂ ਨੇ, ਕੁਛ ਐਸੇ ਧਰਤੀ ਤੇ ਬੰਦੇ ਆਏ, ਉਹਨਾਂ ਕੁਝ ਜਾਣਿਆ, ਉਹਨਾਂ ਕੁਝ ਲੱਭਿਆ, ਉਹਨਾਂ ਕੁਝ ਤਜਰਬੇ ਕੀਤੇ। ਔਰ ਕਈ ਤੇ ਏਦਾਂ ਕਰਦੇ ਸੀ ਕਿ ਜਿਹੜੇ ਉਸ ਜ਼ਮਾਨੇ 'ਚ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਗ੍ਰੰਥ ਲਿਖ ਦਿੱਤੇ, ਨਿਜਰ ਸਾਹਿਬ, ਤੇ ਜਾਂ ਫਿਰ ਉਹਨਾਂ ਨੇ ਆਪਣੇ ਵਰਗੇ ਕੋਈ ਹੋਰ ਬੰਦੇ ਪੈਦਾ ਕਰ ਦਿੱਤੇ। ਆਪਾਂ ਸਾਰੇ ਨਾ ਦੇਖੋ ਇੱਕ ਮੁਸਾਫਿਰ ਹੈਗੇ ਆ, ਔਰ ਹਰ ਕੋਈ ਬੰਦਾ ਜਿਹੜਾ ਨਾ ਇਹ ਧਰਤੀ ਤੇ, ਆਪਾਂ ਤੁਸੀਂ ਕੋਈ ਮਾਮੂਲੀ ਜਿਹਾ ਬੰਦਾ ਵੀ ਫੜ ਕੇ ਦੇਖ ਲਓਗੇ, ਉਹ ਵੀ ਇਹ ਧਰਤੀ ਤੇ ਜਦੋਂ ਜਾਊਗਾ ਨਾ ਕੁਛ ਕਰਕੇ ਜ਼ਰੂਰ ਜਾਂਦਾ ਹੈ, ਕਿਉਂਕਿ ਸਾਨੂੰ ਰੱਬ ਨੇ ਇੱਕ ਮਿਸ਼ਨ ਵਾਸਤੇ ਭੇਜਿਆ ਹੁੰਦਾ। ਅਸੀਂ ਮਿਸ਼ਨ ਕਰਕੇ ਜਾਂਦੇ ਹਾਂ, ਔਰ ਹਰ ਕੋਈ ਬੰਦਾ ਹੈ ਧਰਤੀ ਨੂੰ ਸ਼ਿੰਗਾਰ ਕੇ ਜਾਂਦਾ ਹੈ, ਇਹਨੂੰ ਉੱਚਾ ਚੁੱਕ ਕੇ ਜਾਂਦਾ ਹੈ। ਪਰ ਕੁਛ ਬੰਦੇ ਏਦਾਂ ਦੇ ਪੈਦਾ ਹੋ ਜਾਂਦੇ ਨੇ, ਉਹ ਕੀ ਕਰਦੇ ਆ ਕਿ ਐਸੀਆਂ ਚੀਜ਼ਾਂ ਲੱਭ ਲੈਂਦੇ ਨੇ, ਉਹ ਫਿਰ ਧਰਤੀ ਦੇ ਉੱਤੇ ਤਾਰਿਆਂ ਵਾਂਗੂ ਉਹਨਾਂ ਦੇ ਨਾਂ ਚਮਕਦੇ ਨੇ, ਉਹ ਕੋਈ ਗ੍ਰੰਥ ਲਿਖ ਜਾਂਦੇ ਨੇ, ਕਿਤਾਬਾਂ ਲਿਖ ਜਾਂਦੇ ਨੇ, ਫਿਰ ਉਹਨਾਂ ਨੂੰ ਪੜ੍ਹ ਕੇ ਕਈਆਂ ਲੋਕਾਂ ਦਾ ਮਾਰਗ ਦਰਸ਼ਨ ਹੁੰਦਾ ਹੈ, ਔਰ ਕਈ ਉਹਨਾਂ ਵਰਗੇ ਹੋਰ ਨਵੇਂ ਪੈਦਾ ਹੋ ਜਾਂਦੇ ਨੇ। ਜੇ ਸਭ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਨਾਮ ਕਿਉਂ ਰਹਿੰਦੇ ਨੇ? ਕਿਉਂਕਿ ਉਹਨਾਂ ਨੇ
ਦੋ ਹੀ ਤੇ ਕਿਸਮ ਦੇ ਕੰਮ ਹੁੰਦੇ। ਕੁਝ ਲੋਕ ਤੇ ਆਪਣੇ ਲਈ ਜੀਵਨ ਬਤੀਤ ਕਰਦੇ ਆ, ਪਰ ਕੁਝ ਲੋਕ ਜਿਹੜੇ ਆ ਜੀਵਨ ਦਾ ਮਕਸਦ ਸਮਝਦੇ ਆ। ਦੇਖੋ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜੀਵਨ ਦਾ ਮਕਸਦ ਨਹੀਂ ਹੈਗਾ। ਜੇਕਰ ਆਪਾਂ ਸੋਚੀਏ ਨਾ ਕਿ ਆਪਣੇ ਉਹਦੇ ਹਰ ਕੋਈ ਕਰਨ ਦੇ, ਤੇ ਜਾਨਵਰ ਵੀ ਕਰਦੇ, ਭੁੱਖ ਲੱਗੀ ਖਾਂਦੇ, ਅਗਲੇ ਸ਼ਿਕਾਰ ਕਰਦੇ ਆ, ਮਾਰਦੇ ਆ, ਫਿਰ ਸੌ ਜਾਂਦੇ ਆ। ਪਰ ਜੀਵਨ ਦਾ ਮਕਸਦ ਪਤਾ ਕੀ ਹੈ? ਜੀਵਨ ਦਾ ਮਕਸਦ ਇਹੋ ਹੀ ਆ ਕਿ ਜਦੋਂ ਮੈਂ ਸੰਸਾਰ ਤੋਂ ਜਾਊਂਗਾ ਕਿ ਸੱਚੀ ਮੈਂ ਆਪਣਾ ਕੋਈ ਇੱਥੇ ਮਕਸਦ ਪੂਰਾ ਕੀਤਾ ਹੈ। ਮੈਂ ਜੋ ਕਰਨ ਵਾਸਤੇ ਆਇਆ ਸਾਂ, ਮੇਰੇ ਜੀਵਨ ਤੋਂ ਲੋਕਾਂ ਨੂੰ ਕੋਈ ਫਾਇਦਾ ਹੋਇਆ, ਕੁਛ ਮੈਂ ਏਦਾਂ ਦਾ ਕਰਕੇ ਗਿਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਉਚਾਈ ਹੋਊਗੀ। ਚਾਹੇ ਇੱਕ ਛੋਟੇ ਜਿਹੇ ਬੱਚੇ ਨੂੰ ਆਪਾਂ ਪਾਲ ਵੀ ਜਾਂਦੇ ਨਾ ਸਹੀ ਤਰੀਕੇ ਨਾਲ, ਸੰਸਕਾਰਾਂ ਦੇ ਨਾਲ, ਉਹ ਵੀ ਨਿੱਜਰ ਸਾਹਿਬ ਬੜੀ ਵੱਡੀ ਗੱਲ ਹੈ ਜੀ। ਜ਼ਰੂਰੀ ਨਹੀਂ ਹੈ ਕਿ ਆਪਾਂ ਫੈਕਟਰੀਆਂ ਲਾ ਦਈਏ, ਇੱਕ ਬੜੀ ਵੱਡੀ ਸੰਸਥਾ ਚਲਾ ਦਈਏ। ਇੱਕ ਛੋਟਾ ਜਿਹਾ ਕੰਮ, ਕੋਈ ਛੋਟੀ ਜਿਹੀ ਪਰਵਰਿਸ਼, ਕੁਛ ਵੀ ਕਰ ਦਈਏ ਕਿ ਉਹ ਅਸੀਂ ਕੁਝ ਏਦਾਂ ਦਾ ਕੀਤਾ ਜਿਹਦੇ ਨਾਲ ਸਾਡੀ ਜਿਹੜੀ ਚੰਗਿਆਈ ਜਿਹੜੀ ਸਾਡੇ ਅੰਦਰ ਹੈਗੀ ਆ, ਜਿਹੜੀ ਨੱਪੀ ਪਈ ਆ, ਸਾਨੂੰ ਪਤਾ ਨਹੀਂ, ਔਰ ਸੰਗਤ ਨੂੰ ਪ੍ਰਗਟ ਕਰਦੀ ਹੈ ਕਿ ਤੇਰੇ ਅੰਦਰ ਇੰਨੇ ਗੁਣ ਹੈਗੇ, ਤੇਰੇ ਅੰਦਰ ਰੱਬ ਨੇ ਹੀਰੇ ਪਾਏ ਨੇ। ਆ ਦੇਖੋ, ਪ੍ਰਮਾਤਮਾ ਬਾਣੀ ਕਹਿੰਦੇ ਨੇ ਕਿ ਹਰ ਇੱਕ ਚੀਜ਼ ਨੂੰ ਰੱਬ ਨੇ ਸਵਾਰਿਆ ਹੈ, ਔਰ ਉਹਦਾ ਸਬੂਤ ਹੈਗਾ ਜੀ। ਪਰ ਅਸੀਂ ਹਮੇਸ਼ਾ ਹੀ ਦੂਜੀ ਸਾਈਡ ਵੱਲ ਜਾਂਦੇ ਆ। ਜੇਕਰ ਚੰਗੀ ਸਾਈਡ ਵੱਲ ਜਾਈਏ ਨਾ, ਤੇ ਸਾਡਾ ਚੰਗਾ ਪੱਖ ਵੀ ਨਿੱਜਰ ਸਾਹਿਬ ਉਸੇ ਟਾਈਮ ਹੀ ਪ੍ਰਗਟ ਹੋ ਜਾਣਾ ਜੀ। ਹਾਂਜੀ, ਅੱਜ ਦੀ ਵਿਚਾਰ ਸ਼ੁਰੂ ਕਰੀਏ। ਜਵਨ ਕਾਲ ਸਭ ਲੋਕ ਸਵਾਰ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਐਸੀ ਰੰਗ ਬਿਰੰਗੀ ਜਿਹੜੀ ਹੈਗੀ ਦੁਨੀਆ ਬਣਾਈ ਹੈ, ਸ੍ਰਿਸ਼ਟੀ ਇੰਨੀ ਸਵਾਰ ਕੇ ਬਣਾਈ ਹੈ, ਹਰੇਕ ਜੀਵ ਬਣਾਇਆ ਮਾਲਕ ਪਰਮਾਤਮਾ ਨੇ। ਸਾਰਾ ਜਗਤ ਹੀ ਬਣਾਇਆ ਜਿਸ ਮਾਲਕ ਪਰਮਾਤਮਾ ਨੇ। ਜਵਨ ਕਾਲ जिस मालक परमात्मा ने, जवन काल सब लोग, जवन काल सब जगत बनायो, देव दैत जच्छन उपजायो। देवते बनाए आ, दैत बनाए आ, राक्षस बनाए आ मालक परमात्मा ने। जच्छन ਜਿਹੜੇ ਹੁੰਦੇ ਆ, ਇਹ ਹੁੰਦੇ ਆ ਜਿਹੜੇ ਧਨ ਦੌਲਤ ਜਿਹੜੀ ਹੈਗੀ ਆ, ਕੁਬੇਰ ਖਜ਼ਾਨੇ ਦੇ ਜਿਹੜੇ ਖਜ਼ਾਨਚੀ ਹੁੰਦੇ ਆ, ਉਹਨੂੰ ਕਹਿੰਦੇ ਯਕਸ਼। ਕਹਿੰਦੇ देवते पैदा किए, दैत पैदा किए, यक्ष पैदा किए मालक परमात्मा ने। जिस मालक परमात्मा ने आदि अंत एक है अवतारा, आदि तो लैके और अंत तक मालक परमात्मा हमेशा ही अवतारित ही आएगा। मालक परमात्मा हमेशा आएगा संसार दे विच। ਨਿੱਜਰ ਸਾਹਿਬ ਇੱਕ ਸੈਕਿੰਡ। ਹਾਂਜੀ, ਰਵਿੰਦਰ ਜੀ ਤੁਸੀਂ ਆਪਣੀ ਸਕਰੀਨ ਸ਼ੇਅਰ ਕਰ ਰਹੇ ਹੋ, ਸਕਰੀਨ ਬੰਦ ਕਰੋ, ਤੁਹਾਡੀ ਸਕਰੀਨ ਨਾ ਡਿਸਟਰਬ ਕਰ ਰਹੀ ਹੈ। ਰਵਿੰਦਰ, ਮੈਂ ਵੀ ਇਹੀ ਕਹਿਣਾ, ਸਕਰੀਨ ਬੰਦ ਕਰ ਦਿਓ। ਹਾਂਜੀ ਬਿਲਕੁਲ, ਹਾਂ, ਤੁਸੀਂ ਨੂੰ ਡਿਸਟਰਬ ਕਰ ਰਹੇ ਆ। ਰਵਿੰਦਰ, ਹਾਂਜੀ ਵਾਹਿ ਵੀਰ ਜੀ, ਸਕਰੀਨ ਤੁਹਾਡੀ ਸ਼ੇਅਰ ਹੋ ਰਹੀ ਵੀਰੇ, ਸਕਰੀਨ ਬੰਦ ਕਰੋ। ਤੁਸੀਂ ਸਕਰੀਨ ਸ਼ੇਅਰ ਕਰ ਰਹੇ ਜੋ ਪੇਟੀਐਮ ਦਾ ਸਾਰਾ ਕਿਤੇ ਮਨੀ ਭੇਜੀ ਜਾ ਰਹੇ ਜੋ। ਹਾਂ, ਮੈਂ ਫਿਰ ਤੋਂ ਜੁਆਇਨ। हाँ प्लीज। हाँ जी ठीक है निजर साहब, होना। हाँ, जवन काल सब जगत बनायो, देव दैत जच्छन उपजायो। जिस मालक परमात्मा ने सारा संसार बनाया, देवते बनाए, राक्षस बनाए और यक्ष ਜਿਹੜੇ ਹੈਗੇ ਆ परमात्मा ਦੇ खजानची, कुबेर खजाने ਦੇ खजानची ਬਣਾਏ ਆ मालक परमात्मा ਦੇ। ब्रह्मा वर्गे बनाए आ, इंद्र वर्गे बनाए आ। ਆਦਿ ਅੰਤ ਇੱਕ ਹੈ ਅਵਤਾਰਾ। ਕਹਿੰਦੇ ਉਹ ਮਾਲਕ ਪਰਮਾਤਮਾ ਆਦਿ ਤੋਂ ਔਰ ਅੰਤ ਤੱਕ ਇੱਕੋ ਹੀ ਉਹ ਪਰਮਾਤਮਾ, ਜਨਮ ਮਰਨ ਤੋਂ ਰਹਿਤ ਹੈ, ਇੱਕੋ ਹੀ ਹੈ। ਉਹ ਹਮੇਸ਼ਾ ਹੀ ਦੁਨੀਆ ਦੇ ਵਿੱਚ, ਉਹਦਾ ਅਵਤਾਰ ਹਮੇਸ਼ਾ ਰਹਿੰਦਾ ਹੀ ਰਹਿੰਦਾ ਦੁਨੀਆ ਦੇ ਵਿੱਚ। ਉਹ ਨਾ ਕਦੀ ਗਿਆ ਹੈ, ਨਾ ਕਦੀ ਜਾਊਗਾ ਦੁਨੀਆ ਤੋਂ। ਸੋਈ ਗੁਰੂ ਸਮਝਿਓ ਹਮਾਰਾ। ਕਹਿੰਦੇ ਦੇਖ ਲਓ ਭਾਈ, ਮੇਰਾ ਗੁਰੂ ਕੌਣ ਹੈਗਾ? ਗੁਰੂ ਗੋਬਿੰਦ ਸਿੰਘ ਕਹਿ ਰਹੇ ਆ ਭਾਈ, ਮੇਰਾ ਗੁਰੂ ਉਹ ਮਾਲਕ ਪਰਮਾਤਮਾ ਹੈਗਾ ਜਿਸਨੇ ਦੇਵਤੇ, ਰਾਖਸ਼, ਸਾਰੇ ਦੁਨੀਆ ਸੰਸਾਰ ਨੂੰ ਬਣਾਇਆ ਔਰ ਜਨਮ ਮਰਨ ਤੋਂ ਰਹਿਤ ਹੈਗਾ। ਉਹ ਮੇਰਾ ਗੁਰੂ ਹੈਗਾ। ਹਾਂਜੀ ਵੀਰ ਜੀ। ਹਾਂਜੀ ठीक है निजर साहब, पहले तो बोल दो। जवन काल सब जगत बनायो। जवन काल मतलब जिस मालक परमात्मा ने सब सारा संसार बनाता, और काल दे विच है सारा संसार।
और जिसने देव दैत जच्छन उपजायो, देवते बनाए, राक्षस बनाए, जच कहते हैं, जच भी बनाए, यक्ष कहते जिन्हों, वो ਜਿਹੜੇ ਹੈਗੇ ਖਜ਼ਾਨਚੀ ਜਿਹੜੇ ਹੈਗੇ, ਜਿਸ ਤਰ੍ਹਾਂ ਬ੍ਰਹਮਾ ਹੈਗਾ ਜਾਂ ਇੰਦਰ ਹੈਗਾ, ਇਸ ਤਰ੍ਹਾਂ ਜਿਨ੍ਹਾਂ ਨੂੰ ਬਣਾਇਆ ਉਸ ਮਾਲਕ ਪਰਮਾਤਮਾ ਨੇ। ਆਦਿ ਅੰਤ ਇੱਕ ਹੈ ਅਵਤਾਰਾ, ਜਿਹੜਾ ਮਾਲਕ ਪਰਮਾਤਮਾ ਹਮੇਸ਼ਾ ਹੀ ਹੈਗਾ ਦੁਨੀਆ ਦੇ ਵਿੱਚ, ਉਹ ਜਨਮ ਮਰਨ ਤੋਂ ਰਹਿਤ ਹੈਗਾ, ਉਹਦਾ ਅਵਤਾਰ ਹਮੇਸ਼ਾ ਹੀ ਹੈ, ਉਹ ਤਾਂ ਪ੍ਰਕਾਸ਼ ਰੂਪ ਹੈ, ਹਮੇਸ਼ਾ ਹੀ ਹੈ ਦੁਨੀਆ ਦੇ ਸੰਸਾਰ ਦੇ ਵਿੱਚ। ਸੋਈ ਗੁਰੂ ਸਮਝਿਓ ਹਮਾਰਾ, ਉਹੀ ਮੇਰਾ ਗੁਰੂ ਆ ਭਾਈ, ਉਹੀ ਮੇਰਾ ਗੁਰੂ ਹੈਗਾ। ਹਾਂਜੀ ਵੀਰ ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ, ਜਵਨ ਕਾਲ ਸਭ ਜਗਤ ਬਣਾਏ। ਹੁਣ ਦੇਖੋ, ਇਹ ਤਿੰਨ ਚੀਜ਼ਾਂ ਦੇਖ ਲਓ ਹੋ ਰਹੀਆਂ ਨੇ ਧਰਤੀ ਤੇ, ਚੀਜ਼ਾਂ ਪੈਦਾ ਹੁੰਦੀਆਂ, ਚੀਜ਼ਾਂ ਰੋਕਦੀਆਂ, ਚੀਜ਼ਾਂ ਖਤਮ ਹੋ ਜਾਂਦੀਆਂ, ਪਰ ਇਹ ਤਿੰਨੀਆਂ ਕਿਰਿਆਵਾਂ ਜਿਹੜੀਆਂ ਉਹਦੇ ਅੰਦਰ ਹੋ ਰਹੀਆਂ ਜੀ, ਪਾਰ ਬ੍ਰਹਮ। ਹੁਣ ਆਪਾਂ ਸਧਾਰਨ ਤੌਰ ਤੇ ਆਪਾਂ ਆਪਣੇ ਆਪ ਨੂੰ ਜਾਣਦੇ ਹਾਂ ਥੋੜਾ ਬਹੁਤਾ, ਤੇ ਆਪਾਂ ਜਿਹੜਾ ਸਾਹਮਣੇ ਪ੍ਰਕਿਰਤੀ ਇਹਨੂੰ ਜਾਣਦੇ, ਪਰ ਆਪਾਂ ਉਸ ਨੂੰ ਕਿਤੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਜਿਹੜਾ ਇਹ ਦੋਨਾਂ ਦੇ ਪਿੱਛੇ ਨਿਜਰ ਸਾਹਿਬ। ਬਿਲਕੁਲ, ਜਿਹਦੀ ਸਾਰੀ ਖੇਡ ਆ, ਜਿਹਨੇ ਬਣਾਇਆ ਹੈ ਪ੍ਰਕਿਰਤੀ ਨੂੰ, ਇਸ ਚੀਜ਼ ਦੇ ਵਿੱਚ ਮੈਂ ਆਪ ਜੀ ਨਾਲ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਚੀਜ਼ ਹੈ, ਇਹ ਡਿਜ਼ਾਈਨਿੰਗ ਕੀਤੀ ਹੋਈ ਇਹਨੇ। ਲੋਕੀ ਕਹਿੰਦੇ ਨਾ ਕਿ ਏਦਾਂ ਦਾ ਕੀੜਿਆਂ ਕੂੜਿਆਂ ਤੋਂ ਬੰਦੇ ਬਣ ਗਏ, ਏਦਾਂ, ਉਹ ਸਭ ਝੂਠ ਹੈਗਾ ਹੈ। ਇਹ A to Z ਚੀਜ਼ ਜਿਹੜੀ ਹੈ ਨਾ, ਉਹਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ। ਆਪ ਜਸਟ ਜੇ ਥੋੜੀ ਜਿਹੀ ਬੁੱਧੀ ਰੱਖਦੇ ਜੋ, ਥੋੜੀ ਜਿਹੀ ਬੁੱਧੀ, ਜ਼ਿਆਦਾ ਬੁੱਧੀ ਨਹੀਂ, ਆਪ ਦੇਖੋ A to Z ਜਿਹੜਾ ਪ੍ਰੋਗਰਾਮਿੰਗ ਆ, ਉਹਦੀ ਕੋਈ ਗਲਤੀ ਵੇਖੋ ਤੁਸੀਂ, ਧਰਤੀ ਤੇ ਕੋਈ ਗਲਤੀ ਨਹੀਂ ਤੁਹਾਨੂੰ ਮਿਲਦੀ ਕਿਤੇ। ਗਲਤੀ ਦੱਸੋ, ਕੋਈ ਗਲਤੀ ਕੀ? ਇੱਕ ਫਾਲਟ ਕੱਢ ਕੇ ਦੱਸੋ, ਇੱਕ ਵੀ ਫਾਲਟ। ਔਰ ਮੈਂ ਤੁਹਾਨੂੰ ਕੁਛ ਬੰਦੇ ਦਾ ਕੋਈ ਵੀ ਤੁਹਾਨੂੰ ਮਕਾਨ ਦਿਖਾ ਦਿੰਦਾ, ਤੁਹਾਨੂੰ ਥੋੜਾ ਵੀ ਨਹੀਂ ਆਰਕੀਟੈਕਟ ਦੇ ਬਾਰੇ ਪਤਾ, ਤੁਸੀਂ ਉਹ ਚ 50 ਗਲਤੀਆਂ ਕੱਢ ਦੇਣੀਆਂ, ਤੁਹਾਨੂੰ ਅਜੇ ਪਤਾ ਨਹੀਂ। ਆਪ ਜਸਟ ਦੇਖੋ ਪਰਮਾਤਮਾ ਦੀ ਇੱਕ ਚੀਜ਼ ਆ, ਉਹਦੇ ਵਿੱਚ ਕਿੰਨੀ ਪਰਫੈਕਸ਼ਨ। ਔਰ ਸੈਕੰਡ ਗੱਲ ਇਹ ਹੈ ਕਿ ਉਹਨੂੰ ਰਿਪਲੇਸ ਨਹੀਂ ਕਰ ਸਕਦੇ ਨਿੱਜਰ ਸਾਹਿਬ। ਉਹਦਾ ਜਿਹੜਾ ਪਾਰਟ ਬਣਾਇਆ ਹੋਇਆ ਜਿਹੜਾ, ਔਰ ਉਹ ਜਿਹੜੀ ਵੀ ਚੀਜ਼ ਬਣਾਉਂਦਾ ਹੈ ਨਾ ਨਿੱਜਰ ਸਾਹਿਬ, ਸੈਲਫ ਰਿਪੇਅਰ ਹੈ ਉਹ। ਬਿਲਕੁਲ, ਆਪਣੇ ਆਪ ਨੂੰ ਰਿਪੇਅਰ ਕਰਦੀ। ਆ ਜਿਹੜਾ ਸਰੀਰ ਵੀ ਹੈ ਨਾ ਨਿੱਜਰ ਸਾਹਿਬ, ਜੇ ਤੇ ਬੰਦੇ ਨੂੰ ਆਪਾਂ ਚਲਾਉਂਦੇ ਹਾਂ ਨਾ, ਤੇ ਇੱਥੇ ਨੁਕਸ ਨਹੀਂ ਪੈਂਦਾ। ਇਹ ਆ ਕਿ ਮਿਸਯੂਜ਼ ਕਰਦੇ ਆ, ਕੁਛ ਇਹ ਚ ਗੜਬੜ ਕਰਦੇ ਆ ਐਰਾ ਵਗੈਰਾ, ਉਹਦੇ ਕਰਕੇ ਹੋ ਸਕਦਾ ਜਾਂ ਸਾਡਾ ਲਾਈਫ ਸਟਾਈਲ ਸਹੀ ਨਹੀਂ ਆ, ਉਹ ਕੁਛ ਤੇ ਉਦਾਂ ਦਾ ਹੋ ਜਾਂਦਾ ਜਿੱਦਾਂ ਉਹਨੂੰ ਮੰਨ ਲਓ, ਤੇ ਉਹਦੇ ਕਰਕੇ ਉਹ ਚੀਜ਼ ਡੈਮੇਜ ਹੁੰਦੀ ਆ। ਅਦਰਵਾਈਜ਼ ਜਿਹੜੀ ਪ੍ਰਮਾਤਮਾ ਨੇ ਜੋ ਮਸ਼ੀਨ ਬਣਾਈ ਆ, ਜੇਕਰ ਆਪਾਂ ਦੀ ਟੇਕ ਕੇਅਰ ਕਰਦੇ ਆ, ਪ੍ਰੋਪਰ ਇਹਨੂੰ ਖਾਣਾ ਦਿੰਦੇ ਆ ਜੋ ਇਹਨੂੰ ਚਾਹੀਦਾ, ਜਿੱਦਾਂ ਜਾਨਵਰ ਬਿਮਾਰ ਨਹੀਂ ਹੁੰਦੇ, ਤਾਂ ਉਦਾਂ ਸਾਡਾ ਸਰੀਰ ਵੀ ਉਹਨਾਂ ਤੋਂ ਵਧੀਆ ਮਸ਼ੀਨ ਸਾਡੇ ਕੋਲ ਹੈ ਇਸ ਟਾਈਮ। ਜਾਨਵਰ ਤੇ ਫਿਰ ਵੀ ਸਿਆਲ ਚ ਕਿਤੇ ਜਾ ਨਹੀਂ ਸਕਦਾ, ਉਹਨੂੰ ਤੇ ਮਜਬੂਰੀ ਉੱਥੇ ਰਹਿਣਾ ਪੈ ਸਕਦਾ, ਪਰ ਹਾਲੀ ਵੇਖੋ ਸਾਡੇ ਬੋਡੀ ਦਾ ਡਿਜ਼ਾਈਨ ਆ, ਅਸੀਂ ਛਾਵੇਂ ਜਾ ਸਕਦੇ ਹਾਂ, ਪੱਖੇ ਦੀ ਫੈਸਿਲਿਟੀ ਹੈਗੀ ਹੈ, AC ਦੀ ਫੈਸਿਲਿਟੀ ਹੈ, ਚੰਗੀ ਜਗ੍ਹਾ ਸੌਂ ਸਕਦੇ ਹਾਂ, ਸਹੂਲਤਾਂ ਸਾਡੇ ਕੋਲ ਕਿੰਨੀਆਂ ਹੈ। ਇਹਦਾ ਮਤਲਬ ਇਹ ਆ ਕਿ ਜਿਹੜਾ ਸਾਡੇ ਬੋਡੀ ਦਾ ਡਿਜ਼ਾਈਨ ਹੈ, ਜਿਹੜਾ ਉਹਨੇ ਬਣਵਾਇਆ ਹੈ, ਉਹ ਵੀ ਬੜਾ ਪਰਫੈਕਟ ਬਣਾਇਆ। ਉਹਦੇ ਨਾਲ ਦੀ ਕੋਈ ਦੂਜੀ ਧਰਤੀ ਤੇ ਮਸ਼ੀਨ ਨਹੀਂ ਹੈਗੀ ਤੇ ਨਾ ਹੀ ਬਣ ਸਕਦੀ। ਹੁਣ ਇੱਥੇ ਬਾਣੀ ਫਿਰ ਦੁਬਾਰਾ ਨਿਜਰ ਸਾਹਿਬ ਲੋਕੋ ਬੋਲੋ, ਜਿਹੜਾ ਜਵਨ ਕਾਲ ਸਭ ਜਗਤ ਬਣਾਇਓ, ਜਿਸ ਮਾਲਕ ਪਰਮਾਤਮਾ ਨੇ ਸਾਰਾ ਸੰਸਾਰ ਬਣਾਇਆ, ਦੇਵ ਦੈਤ ਜਛਨ ਉਪਜਾਇਓ, ਦੇਵਤਿਆਂ ਦੀ ਰਚਨਾ ਕੀਤੀ, ਰਾਖਸ਼ ਬਣਾਏ ਮਾਲਕ ਪਰਮਾਤਮਾ ਨੇ, ਰਾਖਸ਼ ਬਿਰਤੀ ਦੇ ਇਨਸਾਨ, ਜੱਚ ਕਹਿੰਦੇ ਆ ਜਿਹੜੇ ਯਕਸ਼ ਪੈਦਾ ਕੀਤੇ ਆ ਮਾਲਕ ਪਰਮਾਤਮਾ ਨੇ, ਖਜ਼ਾਨੇ ਦੀ ਰੱਖਿਆ ਵਾਸਤੇ ਜਿਹੜੇ ਹੈਗੇ ਖਜ਼ਾਨਚੀ ਬਣਾਏ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ। ਹਾਂਜੀ ਦੇਖੋ, ਕਿਤੇ ਜਵਨ ਕਾਲ ਸਭ ਜਗਤ ਬਣਾਇਆ, ਉਸ ਪਰਮਾਤਮਾ ਨੇ ਜਗਤ ਬਣਾਇਆ, ਕਿੱਦਾਂ ਦਾ ਜਗਤ ਬਣਾਇਆ ਉਹਦੇ ਬਾਰੇ ਦੱਸਦੇ। ਕਹਿੰਦੇ ਉਹਨੇ ਦੇਵਤੇ ਵੀ ਬਣਾਏ, ਦੈਤ ਵੀ ਬਣਾਏ ਤੇ ਜਸ਼ਨ ਉਪਾਏ। ਜਸ਼ਨ ਦਾ ਮਤਲਬ ਹੋ ਗਿਆ ਨਿਜਰ ਸਾਹਿਬ ਕਿ ਜਿਹੜੇ ਇਹ ਸਾਂਭ ਕੇ ਰੱਖਣ। ਹਾਂਜੀ, ਜਿਹੜਾ ਖਜ਼ਾਨੇ ਨੂੰ ਸਾਂਭਦੇ ਆ, ਖਜ਼ਾਨਚੀ ਕਹਿ ਲਓ, ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਖਜ਼ਾਨਚੀ, ਉਹ ਖਜ਼ਾਨਚੀ ਵੀ ਬਣਾਇਆ। ਖਜ਼ਾਨਾ ਮਾਲਕ ਦਾ ਕਦੀ ਖਤਮ ਹੀ ਨਹੀਂ ਹੁੰਦਾ। ਹਾਂ, ਉਹਨੇ ਉਸ ਚੀਜ਼ ਨੂੰ ਬਣਾਉਣ ਦੇ ਲਈ ਇੱਕ ਕੁਆਲਿਟੀ ਮੈਨੇਜਮੈਂਟ ਕਮੇਟੀ ਵੀ ਹੈਗੀ ਹੈ ਜਿਹੜੀ ਇਹ ਚੀਜ਼ ਨੂੰ ਕੰਟਰੋਲ ਕਰ ਰਹੀ। ਹੁਣ ਦੇਵਤੇ ਵੀ ਬਣਾਏ ਨੇ, ਦੈਤ ਬਣਾਏ ਨੇ। ਹੁਣ ਦੇਖੋ ਵਿਲਨ ਤੋਂ ਬਿਨਾਂ ਫਿਲਮ ਕਾਹਦੀ ਹੈ ਨਿਜਰ ਸਾਹਿਬ? ਬਿਲਕੁਲ।
ਜੇਕਰ ਇਹ ਧਰਤੀ ਤੇ ਸਾਰੇ ਗੁਲਾਬ ਦੇ ਫੁੱਲ ਹੋ ਜਾਣਾ, ਨਿੱਜਰ ਸਾਹਿਬ ਧਰਤੀ ਬਦਸੂਰਤ ਹੋ ਜੇ। ਇਸ ਕਰਕੇ ਪ੍ਰਮਾਤਮਾ ਨੇ ਕਿੰਨੀ ਕਿਸਮ ਦੇ ਫੁੱਲ ਪੈਦਾ ਕੀਤੇ, ਕਿੰਨੀ ਹੀ ਕਿਸਮ ਦੀ ਪ੍ਰਕਿਰਤੀ ਵਨਸਪਤੀ ਰਚਨਾ ਕੀਤੀ ਹੈ। ਔਰ ਵੇਖੋ ਹਰ ਇੱਕ ਬੰਦਾ ਜਿਹੜਾ ਯੂਨੀਕ ਹੈਗਾ, ਉਹਦੀ ਚਿੱਤ ਦੀ, ਉਹਦੀ ਬੁੱਧੀ ਦੂਜੇ ਦੇ ਨਾਲ ਮਿਲੇਗੀ ਨਹੀਂ, ਉਹਦੀ ਸੋਚ ਦੂਜੇ ਨਾਲ ਨਹੀਂ ਮਿਲ ਸਕਦੀ। ਇਹ ਪ੍ਰਮਾਤਮਾ ਦੀ ਕ੍ਰੀਏਟੀਵਿਟੀ ਦੇਖੋ ਕਿ ਉਹ ਸ਼ਕਤੀ ਕਿੰਨੀ ਪਾਵਰਫੁਲ ਹੈ। ਅਬ ਜਸਟ ਸੋਚੋ, ਇਹ ਉਹੀ ਗੱਲ ਕਰ ਰਹੀ ਹੈ ਬਾਣੀ, ਜਵਨ ਕਾਲ ਸਭ ਲੋਕ ਸਵਾਰਾ। ਜਿਹਨੇ ਇਹਨੂੰ ਲੋਕ ਨੂੰ ਸਵਾਰਿਆ ਹੈ, ਇਹਨੂੰ ਸਵਾਰਿਆ ਇੱਕ ਤੇ ਹੁੰਦਾ ਨਾ ਬਣਾਤਾ, ਉਦਾਂ ਹੀ ਬਣਾ ਕੇ ਸੁੱਟਤਾ। ਉਹ ਕਿਤੇ ਏਦਾਂ ਨਹੀਂ ਕੀਤਾ ਉਹਨੇ, ਸਵਾਰਿਆ ਇਹਨੂੰ ਬਹੁਤ ਬਰੀਕੀ ਦੇ ਨਾਲ। ਸਵਾਰਿਆ ਮਤਲਬ ਸਪੈਸ਼ਲ ਅਟੈਂਸ਼ਨ ਦਿੱਤੀ ਹੈ ਬਹੁਤ ਜ਼ਿਆਦਾ। ਹਾਂਜੀ ਨਿਜਰ ਸਾਹਿਬ ਅਗਲੀ ਤੋਂ ਬੋਲੋ। ਆਦਿ ਅੰਤ ਇੱਕ ਹੈ ਅਵਤਾਰਾ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪੈਦਾ ਨਹੀਂ ਹੁੰਦਾ ਭਾਈ, ਉਹ ਹਮੇਸ਼ਾ ਹੀ ਹੈਗਾ ਦੁਨੀਆ ਦੇ ਵਿੱਚ। ਆਦਿ ਅੰਤ ਦੁਨੀਆ ਨਹੀਂ ਰਹੇਗੀ ਤਾਂ ਵੀ ਮਾਲਕ ਪਰਮਾ ਦੁਨੀਆ ਦੇ ਆਦ ਤੋਂ ਪਹਿਲਾਂ ਵੀ ਸੀਗਾ, ਔਰ ਜਿਹੜਾ ਹੈਗਾ ਦੁਨੀਆ ਦੇ ਬਾਅਦ ਵੀ ਮਾਲਕ ਪਰਮਾਤਮਾ ਰਹਿਣਾ ਹੈ ਭਾਈ। ਦੁਨੀਆ ਭਾਵੇਂ ਰਹੇ ਨਾ ਰਹੇ, ਮਾਲਕ ਜ਼ਰੂਰ ਰਹੇਗਾ, ਉਹਦਾ ਅਵਤਾਰ ਹਮੇਸ਼ਾ ਹੀ ਰਹੇਗਾ। ਹਾਂਜੀ, ਸੋਈ ਗੁਰੂ ਸਮਝੋ ਹਮਾਰਾ। ਬਿਲਕੁਲ, ਕਹਿੰਦੇ ਉਹੀ ਗੁਰੂ ਆ ਮੇਰਾ ਬਸ। ਹਾਂਜੀ ਠੀਕ ਹੈ ਜੀ। ਉਹ ਉੱਥੇ ਵੇਖ ਲਓ, ਉਹਨਾਂ ਨੇ ਗੁਰੂ ਕਰਦੇ, ਸਾਰੀ ਦੁਨੀਆ ਕਹੀ ਜਾਂਦੀ ਸਾਡਾ ਗੁਰੂ ਕਿਹੜਾ, ਸਾਡਾ ਗੁਰੂ ਕਿਹੜਾ। ਇੱਥੇ ਮੇਰੇ ਵਰਗਾ ਠੱਗ ਜਾ ਗੁਰੂ ਬਣ ਕੇ ਬੈਠਾ। ਬਾਣੀ ਵੇਖੋ, ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜ੍ਹਦੇ ਆਪਾਂ, ਹਾਂ ਕੀ ਗੱਲਾਂ ਕਰਦੀ ਆਪਾਂ ਦੁਨੀਆ ਜੀ, ਗੁਰੂ ਗੁਰੂ ਗੁਰੂ। ਇਹ ਕਹਿੰਦੇ ਉਹ ਪਰਮਾਤਮਾ ਦੀ ਗੱਲ ਕਰਦੇ, ਉਹਨੂੰ ਗੁਰੂ ਕਹਿੰਦੇ। ਵਾਹ ਜੀ ਵਾਹ, ਕਮਾਲ ਕਰਦੀ। ਕਿੱਡੀ ਮਿਸਟੇਕ। ਬਾਣੀ ਹਿੱਲ ਦਿੱਤਾ, ਦੂਜੀ ਪਹਿਲੇ ਪੇਜ ਤੁਹਾਨੂੰ ਮਰੋੜ ਕੇ ਰੱਖਦਾ। ਔਰ ਸਾਡੇ ਚ ਇੰਨੀ ਬੇਵਕੂਫੀ, ਇੰਨੀ ਨਲਾਇਕੀ ਹੈਗੀ ਆ, ਔਰ ਹਜੇ ਵੀ ਸਾਨੂੰ ਵਿਸਾਖੀਆਂ ਦੀ ਲੋੜ। ਇਹਦੇ ਚ ਨਿਜਰ ਸਾਹਿਬ ਗਲਤੀ ਕਿਹਦੀ ਹੈ? ਸਾਡੀ। ਬਿਲਕੁਲ ਸਾਡੀ ਹੋਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਕਿ ਐਵੇਂ ਆਪਾਂ ਲੋਕਾਂ ਨੂੰ ਕਹੀ ਜੀ ਠੱਗਾਂ ਨੂੰ, ਮੈਂ ਕਹਿੰਦਾ ਮੈਂ ਚੋਰ ਨੇ ਮੇਰੇ ਨਾਲ ਚੋਰੀ ਕਰ ਲਈ, ਠੱਗੀ ਮਾਰ ਲਈ, ਪਰ ਜੇ ਮੈਂ ਬੂਹਾ ਖੋਲ ਕੇ ਛੱਡਿਆ ਤੇ ਚੋਰ ਨੇ ਤੇ ਹੋਣਾ ਹੀ ਹੈ ਨਾ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬੂਹਾ ਖੋਲਿਆ ਆਪਣਾ। ਜਦ ਤੱਕ ਆਪਾਂ ਮਰਦ ਦੇ ਬੱਚੇ ਨਹੀਂ ਬਣਦੇ, ਆਪਣੀ ਜ਼ਿੰਮੇਵਾਰੀਆਂ ਨਹੀਂ ਚੁੱਕਦੇ, ਉਹਨਾਂ ਚਿਰ ਤੱਕ ਸਮਾਜ 'ਚ ਕੋਈ ਵੀ ਚੰਗਿਆਈ ਨਹੀਂ ਫੈਲੇਗੀ। ਇਹ ਲੋਕੀ ਕਹਿੰਦੇ ਨਾ ਕਿ ਹਾਂਜੀ ਉਹਨੇ ਇੰਜ ਕਰਤਾ, ਉਹਨੇ ਇੰਜ ਕਰਤਾ, ਉਹ ਏਡਾ ਮੈਟਰ ਨਹੀਂ ਕਰਦਾ। ਮੈਂ ਕੀ ਕਰਦਾ, ਇਹ ਬੜਾ ਮੈਟਰ ਹੈ, ਬਹੁਤ ਵੱਡਾ। ਇੱਥੇ ਵੇਖੋ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਕਲੀਅਰ ਕੱਟ ਤਾਂ ਕਹਿਤਾ। ਵੇਖੋ, ਇਹਦਾ ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤ ਏਕੇ ਅਵਤਾਰਾ। ਪੰਜਾਬੀ ਆਉਂਦੀ ਹੈ ਨਾ ਆਪਾਂ ਨੂੰ ਸਾਰਿਆਂ ਨੂੰ, ਇੰਨਾ ਤੇ ਆਪਾਂ ਪੜ੍ਹੇ ਲਿਖੇ ਆ ਨਾ। ਸੋਈ ਗੁਰੂ ਸਮਝੇ ਹਮਾਰਾ ਹੈ। ਉਹ ਕਹਿੰਦੇ ਆ ਤਿੰਨ ਚੀਜ਼ਾਂ ਹੋ ਰਹੀਆਂ ਨੇ, ਆਦਿ ਅੰਤ ਏਕੋ ਅਵਤਾਰਾ। ਇਹ ਪੰਜਾਬੀ ਤੇ ਆਪਾਂ ਨੂੰ ਜਾਂ ਤਾਂ ਪਤਾ ਲੱਗਦਾ ਪਿਆ ਨਾ ਕਿ ਪੰਜਾਬੀ ਚ ਲਿਖਿਆ ਕੋਈ ਫਾਰਸੀ ਅਰਬੀ ਥੋੜੀ ਲਿਖਤਾ ਉਹਨਾਂ ਨੇ, ਜਿਹੜਾ ਸਾਨੂੰ ਪਤਾ ਨਹੀਂ ਹੈ ਤੇ ਟੀਕਾ ਕਰ ਚਾਹੀਦਾ। ਉਹ ਕਹਿੰਦੇ ਆਦਿ ਦਾ ਮਤਲਬ ਇਹ ਸ੍ਰਿਸ਼ਟੀ ਬਣ ਤੋਂ ਪਹਿਲਾਂ ਸੀ, ਤੇ ਅੰਤ ਇਹ ਜਦੋਂ ਅੰਤ ਹੋ ਜਾਊਗਾ ਉਦੋਂ ਵੀ ਹੋਊਗਾ। ਕਹਿਣ ਤੋਂ ਭਾਵ ਚੀਜ਼ ਪੈਦਾ ਹੋਣ ਤੋਂ ਪਹਿਲਾਂ ਵੀ ਸੀ, ਚੀਜ਼ ਬਣੀ, ਉਸ ਤੋਂ ਬਾਅਦ ਟਿਕ ਗਈ, ਉਸ ਤੋਂ ਬਾਅਦ ਮਹਾਪਰਲੋ ਆਈ, ਇਹ ਚੀਜ਼ ਨਸ਼ਟ ਹੋ ਗਿਆ, ਫਿਰ ਵੀ ਹੈਗਾ ਸੀ ਉਹ ਇੱਕੋ ਅਵਤਾਰਾ। ਸੋਈ ਗੁਰੂ ਸਮਝੋ ਹਮਾਰਾ, ਉਹ ਗੁਰੂ ਹੈ ਸਾਡਾ। ਅਬ ਜਸਟ ਦੇਖੋ ਕਿੱਥੇ ਗਿਆ ਕਿ ਤੁਸੀਂ ਕਿ ਇਹ ਧਰੀ ਬਾਬੇ ਨੂੰ ਮੱਥਾ ਟੇਕੋ ਤੇ ਉਹਦੀ ਫੋਟੋ ਆਪਣੇ ਮੱਥੇ ਧਿਆਨ ਕਰਕੇ ਤੇ 5 ਸ਼ਬਦਾਂ ਦਾ, ਕੋਈ 8 ਦਾ, ਕੋਈ 9 ਦਾ, ਪਤਾ ਨਹੀਂ ਕਿੰਨੇ ਕਾ। ਅੱਜ ਇੱਕ ਬਾਬਾ ਜੀ, ਪਤਾ ਨਹੀਂ ਕਿਹੜਾ ਬਾਬਾ ਫੜਿਆ ਗਿਆ ਨਿਜਰ ਸਾਹਿਬ। ਮੈਂ ਗਰੁੱਪ 'ਚ ਵੀਡੀਓ, ਮੇਰਾ ਦਿਲ ਤੇ ਕਰਦਾ ਹੈ ਪਾਦਾ, ਪਰ ਮੈਂ ਪਾਈ ਨਾ। ਔਰ ਕੋਈ 40 ਕਰੋੜ ਰੁਪਇਆ ਕੈਸ਼ ਫੜਿਆ ਗਿਆ ਤੇ ਪਤਾ ਨਹੀਂ ਕਿਹੜੇ ਗੁਰੂ ਦਾ, ਸ਼ਿਵ ਜੀ ਦਾ, ਪਤਾ ਨਹੀਂ ਕਿਹਦੇ ਵਿਸ਼ਨੂੰ ਦਾ, ਕਹਿੰਦਾ ਮੈਂ ਅਵਤਾਰ ਹੈਗਾ ਨਿਜਰ ਸਾਹਿਬ। ਮੈਂ ਗਰੁੱਪ 'ਚ ਪਾ ਦੂੰਗਾ ਸਾਧ ਸੰਗਤ ਨੂੰ। ਦੇਖੋ ਏਦਾਂ ਹੀ ਇਹੋ ਜਿਹੇ ਅਵਤਾਰ, ਠੱਗ ਤੇ ਹੈਗੇ ਨੇ ਅਵਤਾਰ, ਫਿਰ ਕਈ ਪੈਦਾ ਹੁੰਦੇ ਨੇ। ਉਹ ਕਹਿੰਦੇ ਸੋਈ ਗੁਰੂ ਸਮਝਿਓ ਹਮਾਰਾ। ਕਿਹੜਾ ਗੁਰੂ? ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਸੀ, ਸ੍ਰਿਸ਼ਟੀ ਖਤਮ ਹੋ ਜਾਏਗੀ ਫਿਰ ਵੀ ਉਹ ਰਹੇਗਾ। 3 ਕਿਰਿਆ ਉਹਦੇ ਅੰਦਰ ਹੋ ਰਹੀਆਂ ਨੇ, ਚੀਜ਼ਾਂ ਪੈਦਾ ਹੁੰਦੀਆਂ, ਚੀਜ਼ਾਂ ਟਿਕਦੀਆਂ ਤੇ ਚੀਜ਼ਾਂ ਨਸ਼ਟ ਹੋ ਰਹੀਆਂ ਨੇ। ਪਰ ਜਿਹਦੇ ਅੰਦਰ ਹੋ ਰਹੀਆਂ ਨੇ ਉਹ ਸਾਡਾ ਗੁਰੂ ਹੈ, ਨਾ ਕੋਈ ਸਰੀਰਕ, ਕੋਈ ਬੋਡੀ ਲਈ ਕੁਛ ਨਹੀਂ ਗੁਰੂ ਹੈਗਾ। ਗੁਰੂ ਗਿਆਨ ਹੁੰਦਾ ਹੈ, ਔਰ ਜਿੰਨਾ ਵੀ ਗਿਆਨ ਉਹ ਗੁਰੂ ਪਰਮਾਤਮਾ ਤੋਂ ਆਉਂਦਾ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀ। ਨਮਸਕਾਰ ਤਿਸੀ ਹੀ ਕੋ ਹਮਾਰੀ। ਕਹਿੰਦੇ ਮੈਂ ਤਾਂ ਉਹਦੀ ਭਗਤੀ ਕਰਦਾ, ਉਹਦੇ ਅੱਗੇ ਝੁਕਦਾ ਆ ਭਾਈ। ਨਮਸਕਾਰ ਤਿਸੀ ਕੋ ਹਮਾਰੀ।
ਇੱਕ ਉਹ ਦੇਖ ਲਓ ਕਿ ਉਹਦੇ ਦੱਖਣ ਦੇ ਵਿੱਚ ਜਿਹੜੇ ਹੈਗੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਉਹਨਾਂ ਨੇ ਸਿੱਖਾਂ ਨੂੰ ਟੈਸਟ ਕੀਤਾ ਸੀਗਾ, ਕਿਸੇ ਦੀ ਕਬਰ ਸੀਗੀ ਦਾਦੂ ਦੀ, ਪਤਾ ਨਹੀਂ ਕਿਹਦੀ ਕਹਿੰਦੇ, ਉਹ ਉਹਨਾਂ ਨੇ ਉੱਥੇ ਜਿਹੜਾ ਹੈਗਾ ਝੁਕ ਗਏ ਕਿ ਤੇ ਉਸੇ ਟਾਈਮ ਸਿੱਖਾਂ ਨੇ ਪੁੱਛ ਲਿਆ ਬਈ ਤੁਸੀਂ ਜਿਹੜਾ ਹੈਗਾ ਆਹ ਕੀ ਕੀਤਾ, ਕਹਿੰਦੇ ਨਮਸਕਾਰ ਤਿਸੀ ਕੋ ਹਮਾਰੀ, ਕਹਿੰਦੇ ਮੇਰੀ ਉਸੇ ਨੂੰ, ਉਹਦੀ ਮੈਂ ਭਗਤੀ ਕਰਦਾ ਹਾਂ, ਉਸੇ ਨੂੰ ਮੇਰੀ ਨਮਸਕਾਰ ਹੈਗੀ ਭਾਈ। ਕਿਹਨੂੰ? ਸਕਲ ਪ੍ਰਜਾ ਜਿਹਨੇ ਆਪ ਸਵਾਰੀ, ਕਹਿੰਦੇ ਸਾਰੀ ਸ੍ਰਿਸ਼ਟੀ ਜਿਹਨੇ ਆਪ ਚੰਗੀ ਤਰ੍ਹਾਂ ਸਵਾਰ ਕੇ ਬਣਾਈ ਆ, ਉਹ ਹੈ ਮੇਰਾ ਗੁਰੂ ਔਰ ਉਸੇ ਦੀ ਮੈਂ ਭਗਤੀ ਕਰਦਾ। ਸਿਵਕਨ ਕੋ ਸਭ ਗੁਣ ਸੁਖ ਦਿਓ, ਉਸ ਮਾਲਕ ਪਰਮਾਤਮਾ ਨੇ ਸੇਵਕਾਂ ਨੂੰ ਜਿਹੜਾ ਹੈਗਾ, ਜਿਹੜੇ ਸੇਵਕ ਬਣਦੇ ਆ, ਉਹਨੇ ਸਾਰੇ ਗੁਣ ਚੰਗੇ ਗੁਣ ਸੇਵਕਾਂ ਨੂੰ ਦਿੰਦਾ ਹੈ। ਜਿਹੜੇ ਸੇਵਕ ਬਣਦੇ ਆ, ਸੇਵਕ ਬਣ ਗਏ, ਜਿਹੜਾ ਸੇਵਕ ਬਣ ਗਿਆ ਤੇ ਉਹਨੂੰ ਗੁਣ ਆ ਜਾਣੇ ਆ ਮਾਲਕ ਪਰਮਾਤਮਾ। ਜਿਹੜਾ ਝੁਕ ਗਿਆ, ਕਿਉਂਕਿ ਪਾਣੀ ਤਾਂ ਨਿਮਾਣ ਨੂੰ ਜਾਂਦਾ ਹੈ, ਜਿਹੜਾ ਝੁਕ ਗਿਆ ਉਹਦੇ ਅੰਦਰ ਆ ਜਾਣਾ ਭਾਈ, ਉਹਦੇ ਅੰਦਰ ਗ੍ਰਹਿਣ ਹੋ ਜਾਣਾ। ਟਿੱਬੇ ਦੇ ਉੱਤੇ ਕਿਹੜੀ ਚੀਜ਼ ਰਹਿੰਦੀ, ਉੱਤੇ ਤਾਂ ਕੁਝ ਬੂੰਦ ਵੀ ਨਹੀਂ ਟਿਕਦੀ। ਸਿਵਕਨ ਕੋ ਸਭ ਗੁਣ ਸੁਖ ਦਿਓ, ਸ਼ਤਰੁਨ ਕੋ ਪਲ ਮੋਹ ਬਦ ਕੀਓ, ਕਹਿੰਦੇ ਸ਼ਤਰੂ ਜਿਹੜੇ ਹੈਗੇ, ਜਿਹੜੇ ਵੈਰੀ ਹੈਗੇ ਆ, ਕਹਿੰਦੇ ਉਹਨਾਂ ਨੂੰ ਤਾਂ ਮਾਲਕ ਪਰਮਾਤਮਾ ਪਲ ਦੇ ਵਿੱਚ ਨਾਸ਼ ਕਰ ਦਿੰਦਾ। ਹਾਂਜੀ ਵੀਰ ਜੀ, ਨਮਸਕਾਰ किसी को हमारी सकल प्रजा जिन्हें आप सवारी। ਆਹ ਕਹਿੰਦੇ ਆ ਕਿ ਨਮਸਕਾਰ ਤਿਸੀ ਹੀ, ਤਿਸ ਦਾ ਮਤਲਬ ਹੁੰਦਾ ਕੇਵਲ, ਪੰਜਾਬੀ ਸਿੰਪਲ ਪੰਜਾਬੀ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਇਹ ਕੋਈ ਬੰਦੇ ਦਾ ਕੰਮ ਥੋੜੀ ਹੈਗਾ ਪ੍ਰਕਿਰਤੀ ਦੀ ਰਚਨਾ ਕਰਨੀ। ਹੈ ਦੱਸੋ ਕਿੱਥੇ ਆ ਕਿ ਬੰਦੇ ਚ ਕੀ ਇੰਨੀ ਹੈਗੀ ਪਾਵਰ? ਕਿਸੇ ਬੰਦੇ ਚ ਪਾਵਰ ਨਹੀਂ ਹੈਗੀ। ਭਾਵੇਂ ਕਿੰਨਾ ਮਰਜੀ ਕੋਈ ਪਾਵਰਫੁਲ ਬਣ ਜਾਏ, ਇਹ ਜਿਹੜੀ ਸਾਡੀ ਲਿਮਟ ਆ, ਸਾਡੀਆਂ ਇੰਦਰੀਆਂ ਦੀ ਲਿਮਟ, ਸਾਡੇ ਕੰਨਾਂ ਦੀ ਲਿਮਟ, ਮੇਰੀ ਸੋਚਣ ਦੀ ਲਿਮਟ, ਤੁਹਾਡੇ ਵੀ ਸੋਚਣ ਦੀ ਲਿਮਟ। ਇੱਕ ਸਮਾਂ ਆਊਗਾ ਉਸ ਤੋਂ ਵੱਧ ਨਹੀਂ ਤੁਸੀਂ ਸੋਚ ਸਕਦੇ, ਨਾ ਹੀ ਉਸ ਤੋਂ ਵੱਧ ਵੇਖ ਸਕਦੇ ਜੋ। ਸਾਡੀ ਲਿਮਟ ਹੈਗੀ, ਪਰ ਪਰਮਾਤਮਾ ਲਿਮਟ ਲੈ ਚ, ਉਹਦੀ ਕੋਈ ਲਿਮਟ ਹੀ ਨਹੀਂ ਹੈਗੀ। ਉਹ ਕਹਿੰਦੇ ਨਮਸਕਾਰ ਤਿਸ ਹੀ ਕੋ ਹਮਾਰੀ। ਨਮਸਕਾਰ ਦਾ ਮਤਲਬ ਮੈਂ ਜਿੱਥੇ ਵੀ ਮੱਥਾ ਟੇਕਦਾ, ਚਾਹੇ ਮੰਦਿਰ ਚ ਟੇਕਦਾ, ਮਸਜਿਦ ਟੇਕਦਾ, ਚਾਹੇ ਗੁਰਦੁਆਰੇ ਚ ਟੇਕਦਾ, ਮੈਂ ਪਰਮਾਤਮਾ ਨੂੰ ਹੀ ਮੱਥਾ ਟੇਕਦਾ, ਹਾਜ਼ਰ ਨਾਜ਼ਰ ਸਮਝ ਕੇ। ਮੈਂ ਕਿਸੇ ਮੂਰਤੀ ਨੂੰ ਮੱਥਾ ਨਹੀਂ ਟੇਕਦਾ, ਮੈਂ ਕਿਸੇ ਬੰਦੇ ਨੂੰ ਨਹੀਂ ਟੇਕਦਾ। ਨਮਸਕਾਰ ਕਿਸੇ ਹੀ ਕੋ ਹਮਾਰੀ, ਉਹਨੂੰ ਮੈਂ ਹਾਜ਼ਰ ਨਾਜ਼ਰ ਸਮਝਦਾ। ਜੇ ਮੱਥਾ ਵੀ ਟੇਕਦਾ ਤੇ ਮੈਂ ਉਹਨੂੰ ਅੱਖਾਂ 'ਚ ਧਿਆਨ ਕਰਦਾ ਕਿ ਮੈਂ ਪਰਮਾਤਮਾ ਦੇ ਚਰਨਾਂ 'ਚ ਮੱਥਾ ਟੇਕ ਰਿਹਾ। ਸਕਲ ਪ੍ਰਜਾ ਜਿਹਨੇ ਆਪ ਸਵਾਰੀ, ਜਿਹਨੇ ਇਹ ਜਿਹੜਾ ਸਾਰਾ ਕੁਝ ਸੁਥਰਾ ਬਣਾਇਆ ਹੈ, ਇੰਨੀ ਇਹ ਡਿਜ਼ਾਈਨਿੰਗ ਕੀਤੀ ਹੈ, ਜਿਹਦੇ 'ਚ ਗਲਤੀ ਕੋਈ ਨਹੀਂ ਹੈਗੀ। अब जस्ट सोचो, आप जस्ट सोचो, एक मिस्टेक नहीं हैगी। बाणी च अगे दसूगा, बाणी दे विच दसूगा कि ये जिहड़ा बाणी आपां उच्चारण कीती आ, वो जिहड़ा शक्ति है, वो कितनी पावरफुल शक्ति है। उस शक्ति दी नजर तो कोई भी चीज अलग नहीं हैगी। ये आपां सोचते हैं ना कि आपां चलाकियां करते हैं, ਆਪਣੀਆਂ ਚਲਾਕੀਆਂ ਕਰਦੇ ਆ, ਆਪਾਂ ਬਾਹਰ ਕੁਝ ਲੋਕਾਂ ਨੂੰ ਹੋਰ ਦਿਖਾਉਂਦੇ ਆ, ਘਰ ਅਸੀਂ ਕੁਝ ਹੋਰ ਕਰੀ ਜਾਂਦੇ ਆ। ਉਹ ਸਾਡੀਆਂ ਨਲਾਇਕੀਆਂ ਔਰ ਤੋਂ ਨਹੀਂ ਛੁਪੀਆਂ। ਇੱਥੋਂ ਤੱਕ ਕਿ ਅਸੀਂ ਸੋਚਦੇ ਕਿ ਭੈਣ ਨਜ਼ਰ ਸਾਹਿਬ ਉਹ ਸ਼ਕਤੀ ਨੂੰ ਪਤਾ ਵਾ। ਬਿਲਕੁਲ ਪਤਾ ਹੈ ਜੀ। ਇਸ ਤੋਂ ਅਗਲਾ ਹੀ ਹੈਗਾ ਜਿਹੜਾ ਹੈਗਾ ਨਾ, ਇਸ ਤੋਂ ਅਗਲੀ ਤੁਕ ਹੈਗੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦਾ ਭਲਾ ਕਿਹੜਾ ਹੈ, ਬੁਰਾ ਕਿਹੜਾ ਹੈ, ਸਾਰਾ ਕੁਝ ਪਤਾ ਉਹਨੂੰ। ਦੇਖ ਲਓ ਉਸ ਸ਼ਕਤੀ ਦੇ ਬਾਰੇ ਬਾਣੀ ਵਿੱਚ ਕਿੰਨਾ ਲਿਖਿਆ ਹੈ, ਤੇ ਅਸੀਂ ਸੋਚਦੇ ਹਾਂ ਕਿ ਉਹ ਮੰਦਿਰਾਂ 'ਚ ਗੋਦਰਿਆਂ 'ਚ ਬੈਠੀ ਹੈ, ਉੱਥੇ ਮੱਥਾ ਟੇਕ ਕੇ ਆ ਜਾਂਦੇ ਆ। ਤੇ ਉਹ ਕਿ ਤੁਸੀਂ ਘਰੇ ਆਈਏ, ਆਪਣੀ ਜੋ ਠੱਗੀਆਂ ਮਾਰੀਏ, ਜੋ ਮਰਜ਼ੀ ਬੁਰੇ ਕਰਮ ਕਰੀਏ, ਉਹਦੇ ਬਾਰੇ ਸਾਨੂੰ ਕਦੇ ਡਰ ਨਹੀਂ ਆਉਂਦਾ। ਬਾਣੀ ਪੜ੍ਹੀ ਹੋਵੇ ਤੇ ਡਰ ਆਵੇ। ਮੈਂ ਸੋਚਦਾ ਡਰਨਾ ਚਾਹੀਦਾ ਨਜ਼ਰ ਸਾਹਿਬ। ਬਿਲਕੁਲ। ਆਪ ਜਸਟ ਸੋਚੋ, ਉਹ ਸ਼ਕਤੀ ਸਾਡੇ ਤੇ ਨਜ਼ਰ ਕੱਢ ਕੇ ਬੈਠੀ ਹੈ, ਇੱਕ ਇੱਕ ਜੀਵ ਦੇ ਉੱਤੇ ਬੈਠੀ ਹੈ। ਉਹ ਚਿੱਤਰਗੁਪਤ ਸੱਚੀਆਂ ਗੱਲਾਂ ਨੇ, ਉਹ ਪੁਰਾਣੀਆਂ ਗੱਲਾਂ 'ਚ ਲੋਕਾਂ ਨੇ ਸਮਝਾਉਣ ਦਾ ਤਰੀਕਾ ਹੋਰ ਸੀ। ਕਹਿੰਦੇ ਚਿੱਤਰਗੁਪਤ ਲਿਖਿਆ ਤੁਹਾਡੇ ਮੋਢੇ ਤੇ ਚੰਗੇ ਤੇ ਬੁਰੇ ਕਰਮ ਲਿਖਣ ਵਾਸਤੇ। ਸਹੀ ਗੱਲਾਂ ਨੇ, ਉਹ ਸਾਡੇ ਅੰਦਰ ਲਿਖ ਰਿਹਾ। ਬਿਲਕੁਲ। ਬਾਣੀ ਕਹਿੰਦੀ ਹੈ, ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, ਚਿੱਤਰਗੁਪਤ ਸਭ ਲਿਖਤੇ ਲੇਖਾ। ਬਿਲਕੁਲ ਆਪਣੇ ਉੱਤੇ ਹੀ ਬੈਠੇ ਆ, ਆਪਣੇ ਅੰਦਰ ਹੀ
चित्रगुप्त साहब लिखते लेखा ਚਿੱਤ ਦੇ ਉੱਤੇ ਕਹਿੰਦੇ ਤੇਰਾ ਚਿੱਤ ਤੂੰ ਲੈ ਕੇ ਜਾਏਗਾ ਨਾ, ਤੇਰਾ ਚਿੱਤ ਉਹਦੇ ਤੇ ਵੇਖਣਾ, ਉੱਥੇ ਸਾਰੀਆਂ ਨਾ ਉਹਦੇ ਉੱਤੇ ਲਿਖੀਆਂ ਨੇ। ਉਹ ਕਹਿੰਦੇ 4 ਨੋਬ ਹੈਗੀਆਂ ਨਾ ਉੱਥੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ। ਉਹ ਜਿਹੜੀਆਂ ਰੈੱਡ ਹੋ ਗਈਆਂ ਨੇ ਉਹ ਸਮਝ ਲਓ ਕਿ ਉਹ ਰੈੱਡ ਹੋਈ ਜਾਣਗੀਆਂ ਜਿੱਥੇ ਆਪਾਂ ਜ਼ਿਆਦਾ ਗ੍ਰਸਤ ਹੋਣੇ। ਹਾਂਜੀ ਨਿਜਾ ਸਾਹਿਬ, ਮੈਂ ਕਿਹਾ ਉਹ ਜਿਹੜੇ ਚਿੱਤਰਗੁਪਤ ਹੈਗੇ ਨਾ, ਉਹਨਾਂ ਦਾ ਨਾਂ ਹੀ ਚਿੱਤਰਗੁਪਤ ਹੈ ਵੀ ਗੁਪਤ ਚਿੱਤਰ ਸਾਰੇ ਕੁਝ ਉਹਨਾਂ ਨੂੰ ਪਤਾ ਹੁੰਦਾ ਹੈ। ਉਹ ਹੀ ਕਰਮ ਉਹਨਾਂ ਨੂੰ ਪਤਾ ਜਿਹੜੇ ਕਿਸੇ ਨੂੰ ਨਹੀਂ ਪਤਾ, ਪਰ ਅਸੀਂ ਕੀਤੇ। ਹਾਂ, ਬਾਣੀ ਤੇ ਇਹ ਕਹਿੰਦੀ ਹੈ ਕਿ ਆਪਣੇ ਜੀਵਨ ਉੱਤੇ ਚੁੱਕ ਭੋਲਿਆ, ਤੇਰੇ ਜੀਵਨ ਦਾ ਮਕਸਦ ਕੀ ਹੈ, ਕੀ ਕਰਦਾ ਫਿਰਦਾ ਇੱਥੇ। ਇਸ ਲਈ ਤੇ ਬਾਣੀ ਕਹਿੰਦੀ ਕਿ ਅਵਰ ਕਾਜ ਕਿ ਤੂੰ ਕਿਤੇ ਨਾ ਹੋਵੇ ਇਸ ਮੇਲੇ ਚ ਗਵਾਚ ਜੇ, ਔਰ ਜਿਹਦੇ ਲਈ ਤੂੰ ਸਾਰੇ ਪੰਗੇ ਲੈਣੇ ਆ, ਜਿਹਦੇ ਲਈ ਤੂੰ ਭੱਜਾ ਫਿਰਦਾ ਵਾ, ਜਿਨ੍ਹਾਂ ਦੇ ਲਈ ਉਹ ਤੇ ਤੈਨੂੰ ਪਤਾ ਨਹੀਂ ਮੋਹ ਹੈਗਾ। ਮਾੜਾ ਜਿਹਾ ਤੂੰ ਥੋੜਾ ਜਿਹਾ ਕਮਜ਼ੋਰ ਹੈ, ਤੇਰਾ ਮੰਜਾ ਚੁੱਕ ਕੇ ਵਗਾ ਕੇ ਮਾਰਨਾ ਹੁੰਦਾ, ਔਰ ਮੁੜ ਕੇ ਤੇਰੀ ਜਿਹੜੀ ਸਵਾਹ ਦੀ ਪੰਡ ਤੇ ਤੋਂ ਚੁੱਕੀ ਨਹੀਂ ਜਾਣੀ। ਉਹ ਨਹੀਂ ਤੈਨੂੰ ਪਤਾ ਲੱਗਣ ਦਿਆ। ਇੱਕ ਸਮਾਂ ਆਊਗਾ ਤੂੰ ਰਿਅਲਾਈਜ਼ ਕਰੇਗਾ ਕਿ ਹਾਂ ਮਿਸਟੇਕ ਹੋ ਗਈ ਹੈ ਕਾਫੀ ਵੱਡੀ, ਨਹੀਂ ਧਿਆਨ ਦਿੱਤਾ। ਸ਼ਕਤੀ ਸੀ, ਪਾਵਰ ਸੀ, ਪੈਨ ਹੱਥ ਦੇ ਵਿੱਚ ਸੀ, ਲਿਖੀ ਜਾ ਰਿਹਾ ਸਾਂ, ਤੂੰ ਅੱਖਾਂ ਬੰਦ ਕਰਕੇ ਸਹਿਣ ਕਰੀ ਜਾ ਰਿਹਾ ਸਾਂ, ਕਿਤੇ ਵਿਵੇਕ ਤੋਂ ਕੰਮ ਨਹੀਂ ਲਿਆ। ਜੋ ਵੀ ਹੈਗਾ ਚੁੱਕੀ ਜਾ ਰਿਹਾ, ਕਰ ਲਈ ਜਾ ਰਿਹਾ। ਓਏ ਭੋਲਿਆ, ਜੇ ਜੀਵਨ ਚ ਤੇਰੇ ਸ਼ਾਂਤੀ ਨਾ ਮਿਲੀ ਤੇ ਕੀ ਕਰੇਗਾ ਮਹਿਲ ਨੂੰ? ਉਹਦੇ ਨਾਲ ਤੇ ਝੁੱਗੀ ਚੰਗੀ ਹੈ ਜਿੱਥੇ ਤੂੰ ਆਰਾਮ ਦੇ ਨਾਲ ਜੀਵਨ ਬਤੀਤ ਕਰੇਗਾ। ਹਾਂਜੀ, ਮੈਂ ਕਿਹਾ ਹੁਣ ਦੇਖ ਲਓ, ਜਿਹੜਾ ਹੈਗਾ ਇਨਸਾਨ ਜਿਹੜਾ ਹੈ ਜਰਾ ਵੀ ਨਹੀਂ ਸੋਚਦਾ। ਕਲਮ ਉਹਦੇ ਹੱਥ ਦੇ ਵਿੱਚ ਹੈਗੀ, ਆਪਣੇ ਇਸ ਟਾਈਮ ਕਲਮ ਹੱਥ ਦੇ ਵਿੱਚ ਹੈ। ਆਪਾਂ ਕੁਝ ਵੀ ਆਪਣੇ ਲੇਖ ਲਿਖ ਸਕਦੇ ਹਾਂ, ਬਸ ਆਪਣੇ ਹੱਥ 'ਚ ਹੈ ਕਲਮ। ਪਰ ਨਿਜਾ ਸਾਹਿਬ ਸੋਚਦਾ ਨਹੀਂ ਨਾ ਬੰਦਾ। ਹਾਂਜੀ ਨਿਜਾ ਸਾਹਿਬ ਅਗਲੀ, ਮੈਂ ਦੁਬਾਰਾ ਬੋਲਦਾ। ਆਪੇ ਪੱਟੀ ਕਲਮ ਆਪੇ ਲੇਖ ਵੀ ਤੂੰ। ਹਾਂਜੀ, ਘਟ ਕੇ ਅੰਦਰ ਕੀ ਜਾਣੇ ਤਾਂ ਭਲੇ ਬੁਰੇ ਕੀ ਪੀੜ ਪਛਾਣੇ। ਕਹਿੰਦੇ ਘਟ ਕੇ ਇਹਦੀ ਅੰਦਰ ਜਾਣਦਾ ਜੀ। ਉਹ ਕਹਿੰਦੇ ਕਿ ਐਸੀ ਸ਼ਕਤੀ ਹੈ, ਉਹ ਜਿੰਨਾ ਵੀ ਧਰਤੀ ਦੇ ਜੀਵ, ਬੰਦੇ ਨਹੀਂ, ਕੀੜੀਆਂ ਮਕੌੜੇ ਤੱਕ ਵੀ ਜਿਹੜੇ ਹੈਗੇ ਉਹਨਾਂ ਦੀ ਵੀ ਜਾਣਦਾ, ਇੱਕੋ ਸਮੇਂ ਜਾਣਦਾ। ਜੀ ਆਪ ਜਸਟ ਸੋਚੋ ਕਿਹੋ ਜਿਹੀ ਸ਼ਕਤੀ ਹੋਊਗੀ। ਤੁਸੀਂ ਮੈਨੂੰ 2 ਕੰਮ ਕਹਿ ਦੋਗੇ ਨਾ ਤੇ ਮੈਨੂੰ ਪਤਾ ਨਹੀਂ ਲੱਗਣਾ ਮੈਂ ਜਾਣਾ ਕਹਿਣਾ। 3 ਕੰਮ ਕਹਿ ਤੇ ਮੈਂ ਬੇਹੋਸ਼ ਹੋ ਕੇ ਡਿੱਗ ਜਾਵਾਂਗਾ ਇੱਕੋ ਵਾਰੀ। ਤੇ ਉਹ ਸ਼ਕਤੀ ਦੇਖੋ ਕਿ ਇਹ ਧਰਤੀ ਤੇ ਕਿੰਨੀਆਂ ਕੀੜੀਆਂ, ਕਿੰਨੇ ਕਾਢੇ, ਕਿੰਨੀਆਂ ਮੱਛੀਆਂ ਤੇ ਕਿੰਨੇ ਪਰਿੰਦੇ, ਕਿੰਨੇ ਜਾਨਵਰ ਤੇ ਕਿੰਨੇ ਜੀ। ਓ ਮਾਈ ਗॉड, ਉਹ ਸਾਰਿਆਂ ਨੂੰ ਇਹ ਧਰਤੀ ਤੇ ਛੱਡ ਦੋ, ਜਿੰਨੀਆਂ ਵੀ ਧਰਤੀਆਂ ਨੇ, ਜਿੰਨੇ ਵੀ ਇਹ ਜਿਹੜੇ ਜੀਵ ਜਿਹੜੇ ਜੰਮੇ ਨਹੀਂ ਹਜੇ, ਉਹ ਉੱਥੇ ਗਰਭ ਮੰਡਲ 'ਚ ਬੈਠੇ ਨੇ। ਇੱਕ ਚੀਜ਼ ਦੀ ਉਹਨੂੰ ਪਤਾ ਜੇ। ਅਬ ਜਸਟ ਸੋਚੋ, ਨਾੜਾ ਹਿੱਲ ਜਾਣੀਆਂ ਆਪਣੀਆਂ ਗੱਲ ਸੋਚ ਕੇ, ਕਿਉਂਕਿ ਉਹ ਕਿਹੜੀ ਸ਼ਕਤੀ ਹੋਊਗੀ। ਅਬ ਜਸਟ ਸੋਚੋ, ਉਹ ਕਿਹੜਾ ਚਿੱਤਰਕਾਰ ਆ, ਉਹ ਐਡਾ ਬਰੀਕ ਚਿੱਤਰਕਾਰ ਆ, ਔਰ ਉਹ ਸਾਨੂੰ ਵੇਂਦਾ ਪਿਆ। ਆਹ ਵੀ ਕਥਾ ਵੀ ਸਾਡੀ ਸੁਣਦੇ ਆ ਕਿ ਬੱਚੇ ਕੀ ਕਰ ਰਹੇ ਨੇ, ਪਲੈਨਿੰਗ ਕਰ ਰਹੇ ਨੇ। ਇਹ ਵੀ ਤਾਂ ਉਹਦਾ ਹੁਕਮ ਹੀ ਹੈ ਉਹਦੀ। ਮੈਂ ਤੇ ਸੋਚਦਾ ਕਿ ਉਹਦੀ ਇਬਾਦਤ ਹੈ, ਉਹਦੀ ਕਿਰਪਾ ਹੈ, ਜਿਹੜਾ ਆਪਾਂ ਇਕੱਠੇ ਬੈਠੇ ਹਾਂ ਔਰ ਆਪਣੇ ਜੀਵਨ ਦਾ ਕੁਝ ਹਿੱਸਾ ਦੇ ਰਹੇ ਹਾਂ। ਔਰ ਇਸ ਚੀਜ਼ ਨੇ ਸਾਡੇ ਜੀਵਨ ਨੂੰ ਚੇਂਜ ਕਰ ਦੇਣਾ ਹੈ, ਇਹ ਤੇ ਗਰੰਟੀ ਹੈ। ਬਾਣੀ ਚ ਕਿਹਾ ਵਾ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੇ। ਕਿਉਂਕਿ ਸੰਗਤ ਵੀ ਪ੍ਰਾਪਤ ਕਰਨ ਦੇ ਲਈ, ਸਕੂਲੇ ਜਾਣ ਦੇ ਲਈ ਤੁਹਾਡੇ ਕੋਲ ਸੰਗਤ ਜੀ ਫੀਸ ਚਾਹੀਦੀ ਹੈ। ਐਡਮਿਸ਼ਨ ਲੈਣ ਵਾਸਤੇ ਫ੍ਰੀ ਚ ਕੋਈ ਨਹੀਂ ਸਕੂਲ ਚ ਵੰਡ ਦਿੰਦਾ। ਇਹ ਮਨ ਚੁੱਪਾ ਵਰਕਾ ਪੜ੍ਹਦੀ ਤੇ ਫ੍ਰੀ ਚ ਬਹਿ ਗਏ। ਇਹਦੇ ਲਈ ਵੀ ਤੁਹਾਡੀ ਕਾਬਲੀਅਤ ਹੈ। ਨਜਰ ਸਾਹਿਬ ਕੀ ਕਹਿੰਦੇ ਤੁਸੀਂ? ਬਿਲਕੁਲ ਸਹੀ ਗੱਲ ਹੈ ਗੁਰਪ੍ਰੀਤ ਸਾਹਿਬ, ਬਿਲਕੁਲ ਸਹੀ ਗੱਲ ਹੈ। ਸਕੂਲ ਚ ਤੇ ਤੁਹਾਨੂੰ ਵੰਡ ਹੀ ਦੇਣਾ। ਅਗਲੇ ਨੇ ਵਾਚਮੈਨ ਨੇ ਕਹਿਣਾ ਵੀ ਕਿਹੜਾ, ਤੁਸੀਂ ਕਹੋਗੇ ਮੈਂ ਇੱਥੇ ਪੜ੍ਹਨਾ ਚਾਹੁੰਦਾ। ਉਹ ਕਹਿੰਦਾ ਪੜ੍ਹਨਾ ਤੇ ਸਾਨੂੰ ਹੀ ਤਾਂ ਪੜ੍ਹਨਾ ਹੀ ਆਉਂਦਾ, ਬਥੇਰੇ ਤੁਰੇ ਆਉਂਦੇ ਆ, ਪਰ ਸਾਰੇ ਨਹੀਂ ਪੜ੍ਹ ਸਕਦੇ ਬੱਚੇ। ਬਿਲਕੁਲ ਦੀ ਰਿਕੁਆਇਰਮੈਂਟ ਹੋ ਗਈ ਹੈ। 5-6 ਹਜ਼ਾਰ ਰੁਪਏ ਮਹੀਨੇ ਦੀ ਫੀਸ ਹੈਗੀ ਤੇਰੇ ਕੋਲ। ਬਿਲਕੁਲ ਪੁੰਨ ਚਾਹੀਦੇ ਆ, ਪੁੰਨ ਚਾਹੀਦੇ ਭਾਈ ਇਹਦੇ ਵਾਸਤੇ। ਤਾਂ ਜਿਹੜਾ ਹੈਗਾ ਇਸ ਪਾਸੇ ਜਿਹੜਾ ਡਿਮਾਂਡ ਕੀਤੀ ਆਪਾਂ। ਬਾਣੀ ਤੇ ਕਹਿੰਦੀ ਹੈ ਬਿਨ ਭਾਗਾਂ। ਇਸ ਲਈ ਤੇ ਜਸਟ ਜੋ ਵੀ ਹੋ ਰਿਹਾ ਹੈ ਇਹ ਉਹਦੀ ਕਿਰਪਾ ਹੈ। ਹਾਂਜੀ ਨਿਜਾ ਸਾਹਿਬ ਅੱਗੇ ਚਲੀਏ। ਹਾਂਜੀ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਚੀਂਟੀ ਤੇ ਕੁੰਚਰ ਅਸਥੂਲਾ। ਕਹਿੰਦੇ ਛੋਟੇ ਤੋਂ ਛੋਟਾ ਲੈ ਲਓ ਤੇ ਹਾਥੀ ਲੈ ਲਓ, ਵੱਡੇ ਤੋਂ ਵੱਡਾ ਅਸਥੂਲ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਮਾਲਕ ਪਰਮਾਤਮਾ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਖੁਸ਼ ਹੈ। ਮਾਲਕ ਪਰਮਾਤਮਾ ਕੋਈ ਬਾਦਰੇਸ਼ਨ ਨਹੀਂ ਹੈ ਮਾਲਕ ਪਰਮਾਤਮਾ ਨੂੰ।
ਸੰਤ ਹਾਂ। ਹਾਂਜੀ ਹੁਣ ਦੇਖ ਲਓ ਹਾਂਜੀ ਇੱਕ ਅਨਜ ਸਾਹਿਬ ਮੈਂ ਤੁਕ ਆ ਕਰਦਾ ਪੂਰੀ ਹਾਂਜੀ ਕਹਿੰਦੇ ਚੀਟੀ ਤੇ ਕੁਚਲ ਸਤੂਲਾ ਕਹਿੰਦੇ ਇੱਕ ਕੀੜੀ ਇਹ ਤੁਕ ਮੈਂ ਬਹੁਤ ਬੋਲਦਾ ਹੁੰਦਾ ਚੀਟੀ ਤੇ ਕੁਚਲ ਸਤੂਲਾ ਸਭ ਪਰ ਦ੍ਰਿਸ਼ਟੀ ਕਰ ਕਿਰਪਾ ਦ੍ਰਿਸ਼ਟ ਕਰ ਸਭ ਪਰ ਕਰ ਕਿਰਪਾ ਕਿਰਪਾ ਦ੍ਰਿਸ਼ਟ ਕਰ ਫੂਲਾ ਹਾਂ। ਹੁਣ ਦੇਖ ਲਓ ਚੀਟੀ ਤੋਂ ਲੈ ਕੇ ਹਾਥੀ ਵੱਡਾ ਜਾਨਵਰ ਤੇ ਹਾਥੀ ਹੈ ਨਾ ਤੇ ਵੇਖ ਲਓ ਉਹਦੀ ਨਜ਼ਰ ਦੇ ਵਿੱਚ ਨਾ ਤੇ ਕੀੜੀ ਛੋਟੀ ਹੈ ਤੇ ਨਾ ਹਾਥੀ ਵੱਡਾ ਜੀ। ਦੋਨੋਂ ਬਰਾਬਰ ਦੇ ਹੱਕਦਾਰ ਨੇ ਔਰ ਉਹਦੀ ਨਜ਼ਰ ਏਦਾਂ ਦੀ ਜੇ ਇਹ ਨਹੀਂ ਕਿ ਹਾਥੀ ਵੱਡਾ ਹੈ ਤੇ ਉਹ ਸੁਪੀਰੀਅਰ ਆ ਤੇ ਕੀੜੀ ਛੋਟੀ ਹੈ ਤੇ ਉਹ ਇਨਫੀਰੀਅਰ ਆ। ਉਹ ਕਹਿੰਦਾ ਪਰਮਾਤਮਾ ਦੀ ਨਜ਼ਰ 'ਚ ਇਹ ਦੋਨੇ ਜੀਵ ਜਿਹੜੇ ਬਰਾਬਰ ਦੇ ਜੋ ਔਰ ਦੋਨੋਂ ਹੀ ਜਿਹੜੀ ਕੀੜੀ ਆ ਨਾ ਉਹਦਾ ਇੱਕ ਲਾਈਫ ਦਾ ਪਰਪਸ ਹੋ ਰਿਹਾ ਉਹ ਆਪਣਾ ਪਰਪਸ ਪੂਰਾ ਕਰ ਰਹੀ ਹੈ ਔਰ ਹਾਥੀ ਦੀ ਲਾਈਫ ਦਾ ਪਰਪਸ ਕੁਝ ਹੋ ਰਿਹਾ ਉਹ ਆਪਣਾ ਲਾਈਫ ਦਾ ਪਰਪਸ ਪੂਰਾ ਕਰ ਰਿਹਾ। ਨਜ਼ਰ ਸਾਹਿਬ ਉਹ ਪ੍ਰਕਿਰਤੀ 'ਚ ਹੁਣ ਕੀੜੀਆਂ ਕੀ ਕਰ ਰਹੀਆਂ ਸਾਨੂੰ ਪਤਾ ਨਹੀਂ ਹੈ। ਇਹ ਤੇ ਨਜ਼ਰ ਸਾਹਿਬ ਵੀ ਸੋਚਿਆ ਜਾਵੇ ਸਾਡੀ ਬੁੱਧੀ ਦੀ ਲਿਮਟ ਹੈ ਸਾਨੂੰ ਪਤਾ ਥੋੜੀ ਐਂ ਸੋਚਦੇ ਕੀੜੀਆਂ ਮੱਕੀਆਂ ਐਵੇਂ ਹੈਗੀਆਂ ਪਰ ਉਹਦੇ ਪਿੱਛੇ ਕਾਰਨ ਹੈਗਾ। ਸਹੀ ਹੈ ਨਜ਼ਰ ਸਾਹਿਬ ਬਿਲਕੁਲ ਪਰ ਸਾਡੀ ਬੁੱਧੀ ਨਹੀਂ ਕੰਮ ਕਰਦੀ। ਸਾਡੀ ਬੁੱਧੀ ਕਿਉਂਕਿ ਸਾਡੀ ਬੁੱਧੀ ਨੂੰ ਪਤਾ ਨਹੀਂ ਨਾ ਹੁੰਦਾ ਹੈਗਾ ਪਰ ਉਹਦੇ ਪਿੱਛੇ ਕੋਈ ਰੀਜ਼ਨ ਹੈਗਾ। ਹਾਂ ਹਾਂਜੀ ਨਜ਼ਰ ਸਾਹਿਬ ਪ੍ਰਕਿਰਤੀ ਜਿਹੜੀ ਹੈਗੀ ਆ ਜੇ ਤੁਸੀਂ ਇਹਨੂੰ ਬ੍ਰੇਕ ਕਰ ਦੋਗੇ ਤੇ ਪ੍ਰਕਿਰਤੀ ਦਾ ਸਾਈਕਲ ਹੀ ਬ੍ਰੇਕ ਹੋ ਜਾਏਗਾ। ਉਹਦੇ ਵਿੱਚ ਜਿਹੜਾ ਹੈਗਾ ਫਾਲਟ ਆ ਜਾਏਗੀ। ਪ੍ਰਕਿਰਤੀ ਜਿਹੜੀ ਹੈਗੀ ਅਨਬੈਲੈਂਸ ਹੋ ਜਾਏਗਾ। ਸਾਰਾ ਕੁਝ ਮਾਲਕ ਨੇ ਬਣਾਇਆ ਜਿੰਨੀਆਂ ਵੀ ਜੀਵ ਬਣਾਏ ਹੋਏ ਆ ਉਹਦੇ ਸਾਈਕਲ ਦੇ ਵਿੱਚ ਹੈਗੇ ਰੀਸਾਈਕਲਿੰਗ। ਕਹਿਣ ਤੋਂ ਭਾਵ ਨਜ਼ਰ ਸਾਹਿਬ ਮੈਂ ਇਹ ਮਹਿਸੂਸ ਕਰਾਂ ਕਿ ਸਾਡਾ ਸਰੀਰ ਆ ਸਾਡੇ ਸਰੀਰ ਦੀ ਜਿੰਨੇ ਵੀ ਪੁਰਜੇ ਲੱਗੇ ਨੇ ਇਹ ਪੁਰਜਿਆਂ ਦਾ ਕੰਮ ਹੈਗਾ ਅੰਦਰ। ਇਹ ਜਦੋਂ ਖਰਾਬ ਹੋ ਜਾਣਗੇ ਸਾਡੀ ਬੁੱਧੀ ਉਦੋਂ ਟਿਕਾਣੇ ਚ ਆਉਂਦੀ ਆ। ਇਸੇ ਹੀ ਤਰ੍ਹਾਂ ਜੇ ਸੋਚਿਆ ਜਾਵੇ ਇਹ ਜਿਹੜਾ ਬ੍ਰਹਿਮੰਡ ਆ ਆੜਾ ਸੌਰ ਮੰਡਲ ਆ ਇੱਕ ਸਰੀਰ ਹੈ ਇਹ ਧਰਤੀ ਇੱਕ ਸਰੀਰ ਹੈ ਇੱਕ ਮਾਂ ਵਾ ਇੱਕ ਔਰਤ ਆ ਜਾਂ ਬੰਦਾ ਕਹਿ ਲਓ ਜਾਂ ਬੁੱਢੀ ਕਹਿ ਲਓ ਕੋਈ ਫਰਕ ਨਹੀਂ ਪੈਂਦਾ ਪਰ ਇਹਦੇ ਇੱਕ ਪੁਰਜੇ ਚ ਨੁਕਸ ਪੈ ਗਿਆ ਤੇ ਸਾਰੀ ਮਾਂ ਡਿਸਟਰਬ ਹੋਣੀ ਜੀ। ਹਾਂਜੀ ਨਹੀਂ ਜਸਾ ਬਿਲਕੁਲ ਜੀ ਬਿਲਕੁਲ। ਸੰਤ ਉਹਦਾ ਇਹ ਜੇ ਪਾਣੀ ਗੰਦਾ ਕਰਦਾ ਤੇ ਸਮਝ ਲਓ ਕਿ ਮਾਂ ਦਾ ਬਲੱਡ ਗੰਦਾ ਕਰਦਾ ਜੀ। ਸਹੀ ਹੈ ਨਾ ਬਿਲਕੁਲ ਸਹੀ ਹੈ। ਔਰ ਫਿਰ ਦੇਖ ਲਓ ਹੁਣ ਅਨਬੈਲੈਂਸ ਹੁੰਦਾ ਆ ਦੇਖ ਲਓ ਜਿਹੜੀ ਮਹਾਮਾਰੀ ਆਈ ਹੋਈ ਹੈ ਕਿਵੇਂ ਜਿਹੜਾ ਹੈਗਾ ਹੁਣ ਬੈਲੈਂਸ ਹੋ ਰਿਹਾ ਸਾਰਾ। ਹਾਂ ਜਦੋਂ ਆਪਾਂ ਪਾਣੀ ਗੰਦਾ ਕਰ ਦਾਂਗੇ ਸਮਝ ਲਓ ਕਿ ਇਹ ਜਿਹੜੀ ਮਾਤਾ ਵਾ ਧਰਤੀ ਆਪਣੀ ਮਾਤਾ ਤੇ ਇਹਦਾ ਜਿਹੜਾ ਅੰਦਰ ਖੂਨ ਚੱਲ ਰਿਹਾ ਸ਼ਾਇਦ ਤੋਂ ਪਾਵੇ ਕਿ ਹੁਣ ਮੇਰੇ ਵਰਗਾ ਤੋਂ ਇੰਜੈਕਸ਼ਨ ਲਿਆ ਕੇ ਮੈਡੀਕਲ ਸਟੋਰ ਤੋਂ ਰੋਜ਼ ਜਿਹੜੀ ਆਪਣੇ ਨਾੜਾਂ ਚਲਾਈ ਜਾਊਗਾ ਇੱਕ ਨਾ ਇੱਕ ਤਾਂ ਸਮਾਂ ਆਉਣਾ ਜਿਹੜੀ ਮਸ਼ੀਨ ਖਰਾਬ ਹੀ ਕਰ ਲੈਣੀ। ਇਸੇ ਤਰ੍ਹਾਂ ਜਿਹੜਾ ਪਾਣੀ ਹੈ ਇਹ ਪਾਣੀ ਨੂੰ ਦੇਵਤਾ ਕਿਉਂ ਕਿਹਾ ਗਿਆ ਕਿਉਂਕਿ ਪਵਿੱਤਰ ਹੈਗਾ। ਇਹਦੇ ਕਰਕੇ ਗੁਰੂਆਂ ਨੂੰ ਪਤਾ ਸੀ ਇਹਦੇ ਕਰਕੇ ਧਰਤੀ ਜਿੰਦਾ ਹੈ ਔਰ ਅਸੀਂ ਸਭ ਤੋਂ ਪਹਿਲਾਂ ਪਾਣੀ ਗੰਦਾ ਕਰਦੇ ਹਾਂ ਕਿਉਂਕਿ ਸਾਨੂੰ ਪੈਸੇ ਚਾਹੀਦੇ ਨੇ। ਹਾਂਜੀ ਨੇ ਜੀ ਅੱਗੇ ਚਲੇ। ਸੰਤਨ ਦੁੱਖ ਪਾਏ ਤੇ ਦੁਖੀ ਕਹਿੰਦੇ ਭਾਈ ਜਿਹੜੇ ਵੀ ਹੁਣ ਦੇਖ ਲਓ ਮਾਲਕ ਦਾ ਇੱਕ ਐਸਾ ਨਿਯਮ ਹੈ ਐਸਾ ਕਾਨੂੰਨ ਹੈਗਾ। ਕਹਿੰਦੇ ਸਾਧੂ ਜਿਹੜੇ ਹੈਗੇ ਸੰਤ ਜਿਹੜੇ ਹੈਗੇ ਕਹਿੰਦੇ ਉਹਨਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਤੇ ਉਹ ਕਹਿੰਦੇ ਦੁਖੀ ਹੋਣਗੇ ਭਾਈ। ਸੁਖ ਪਾਏ ਸਾਧਨ ਕੇ ਸੁਖੀ ਜਿਹੜੇ ਸਾਧੂਆਂ ਨੂੰ ਜਿਹੜੇ ਹੈਗੇ ਆ ਸੁਖ ਸਾਧੂਆਂ ਨੂੰ ਸੁਖੀ ਕਰਦੇ ਆ ਉਹਨਾਂ ਨੂੰ ਜਿਹੜਾ ਹੈਗੇ ਆ ਉਹਨਾਂ ਦੀ ਸੇਵਾ ਕਰਦੇ ਆ ਕਹਿੰਦੇ ਸੁਖੀ ਹੋ ਜਾਂਦੇ ਆ। ਇੱਕ ਇੱਕ ਕੀ ਪੀਰ ਪਛਾਣੈ ਇੱਕ ਇੱਕ ਦੀ ਪੀਰ ਮਾਲਕ ਪਰਮਾਤਮਾ ਜਿਹੜਾ ਹੈਗਾ ਇੱਕ ਇੱਕ ਦਾ ਦੁੱਖ ਸਮਝਦਾ ਹੈ ਮਾਲਕ ਪਰਮਾਤਮਾ ਇੰਡੀਵਿਜੂਅਲ ਦਾ ਇੱਕ ਇੱਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੇ। ਕਹਿੰਦੇ ਹਰੇਕ ਸਰੀਰ ਦੇ ਅੰਦਰ ਘਟ ਘਟ ਔਰ ਪਟ ਪਟ ਕਹਿੰਦੇ ਆ ਪਰਦਾ ਹਰੇਕ ਸਰੀਰ ਦੇ ਅੰਦਰ ਦੀ ਜਾਣਦਾ ਹੈ ਔਰ ਹਰੇਕ ਪਰਦੇ ਦੇ ਵਿੱਚ ਲੁਕੀ ਹੋਈ ਚੀਜ਼ ਮਾਲਕ ਪਰਮਾਤਮਾ ਨੂੰ ਪਤਾ ਹੈਗਾ ਭਾਈ। ਇੱਕ ਇੱਕ ਚੀਜ਼ ਨੂੰ ਮਾਲਕ ਪਰਮਾਤਮਾ ਦੇ ਅੱਗੇ ਓਪਨ ਹੈਗੀ ਹੈ। ਹਾਂਜੀ ਵੀਰ ਹਾਂਜੀ ਠੀਕ ਹੈ ਜੀ। ਪਹਿਲੀ ਤੁਕ ਬੋਲਦੇ ਹਾਂ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਹੁਣ ਕਹਿੰਦੇ ਕਿ ਸੰਤਨ ਦੁੱਖ ਪਾਏ ਦੁਖੀ ਪਾਏ ਤੇ ਦੁਖੀ। ਹੁਣ ਸੰਤਾਂ ਨੂੰ ਜਿਹੜੇ ਦੁਖੀ ਕਰਦੇ ਨੇ ਸੰਤ ਕੌਣ ਹੁੰਦੇ ਨੇ? ਸੰਤ ਤੇ ਉਹ ਨੇ ਕਿ ਜਿਹੜੇ ਸਾਨੂੰ ਮਾਇਆ ਤੋਂ ਤੋੜਦੇ ਨੇ ਤੇ ਕਹਿੰਦੇ ਆ ਕਿ ਮਾਇਆ ਪਰਮਾਤਮਾ ਤੋਂ ਆਈ ਹੈ ਤੇ ਤੂੰ ਮਾਇਆ ਚ ਨਾ ਗਵਾਚ ਜੀ। ਇਹਦੇ ਮਾਇਆ ਦੇ ਪਿੱਛੇ ਜਿਹੜਾ ਉੱਤੇ ਗੁਰੂ ਜੀ ਨੇ ਲਿਖਿਆ ਹੈ ਨਮਸਕਾਰ ਤਿਸਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਤੂੰ ਉਹਨੂੰ ਨਾ ਭੁੱਲ ਜਾ। ਤੇ ਜੇ ਇਹੋ ਜਿਹੇ ਸੰਤ ਜਿਹੜੇ ਤੈਨੂੰ ਗਿਆਨ ਕਰਾਉਂਦੇ ਨੇ ਜੇ ਤੂੰ ਉਹਨਾਂ ਨੂੰ ਦੁਖੀ ਕਰੇਗਾ ਪਰੇਸ਼ਾਨ ਕਰੇਗਾ ਤੂੰ ਦੁਖੀ ਹੋ ਜਾਏਗਾ ਤੇਰੇ ਪੁੰਨ ਸੜ ਜਾਣੇ। ਉਹਨਾਂ ਦੀ ਨਿੰਦਿਆ ਨਾ ਕਰੀ। ਹਾਂਜੀ ਨਿੰਦਿਆ ਸਾਹਿਬ ਠੀਕ ਹੈ ਬਿਲਕੁਲ ਠੀਕ ਹੈ ਜੀ।
ਸੁਖ ਪਾਏ ਸਾਧਨ ਕੇ ਸੁਖੀ, ਜਿਹੜਾ ਉਹਨਾਂ ਨੂੰ ਸੁਖ ਦਿੰਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ, ਸੁਖੀ ਹੋ ਜਾਂਦਾ ਹੈ। ਤੇ ਜਿਹੜੇ ਪ੍ਰਮਾਤਮਾ ਦੇ ਏਜੰਟ ਹੁੰਦੇ ਆ, ਕਹਿੰਦੇ ਦੇਖੋ ਚੰਦ ਏਜੰਟ ਹੁੰਦੇ ਨੇ, ਤੇ ਇਹ ਡਜ਼ਨ ਮੈਟਰ, ਉਹ ਕਾਲੇ ਆ, ਪੀਲੇ ਆ, ਚਿੱਟੇ, ਹਰੇ ਆ, ਕਿਸ ਦੇਸ਼ ਦੇ, ਉਹ ਜਿਹੜੇ ਉਹਦੇ ਭਗਤ ਹੁੰਦੇ ਨੇ, ਉਹ ਜਿਹੜੇ ਉਹਦੀ ਚਰਨਾਂ 'ਚ ਆਪਣਾ ਜੀਵਨ ਬਤੀਤ ਕਰਦੇ ਨੇ, ਗਿਆਨ ਦਿੰਦੇ, ਜੇਕਰ ਤੈਨੂੰ ਜਿਹੜੇ ਤੈਨੂੰ ਗਿਆਨ ਕਰਾ ਰਹੇ ਨੇ, ਜੇਕਰ ਤੈਨੂੰ ਮਿਲ ਜੇ ਤੇ ਉੱਥੋਂ ਗਿਆਨ ਪ੍ਰਾਪਤ ਕਰ ਲਈ ਤੇ ਸੁਖੀ ਹੋ ਜਾਂਦਾ। ਜਿਹੜੇ ਤੇਰੇ ਜੀਵਨ 'ਚ ਦੁੱਖ ਹੈਗੇ ਨਾ, ਦੁੱਖਾਂ ਦੀ ਲੜੀ ਖਤਮ ਨਹੀਂ ਹੋ ਰਹੀ, ਕਿਉਂਕਿ ਜਿਹੜਾ ਵੀ ਸਾਨੂੰ ਸੁੱਖ ਮਿਲ ਰਿਹਾ, ਸੁੱਖ ਦੇ ਪਿੱਛੇ ਦੁੱਖ ਹੈਗਾ। ਅੱਜ ਨਹੀਂ ਤੇ ਕੱਲ ਨੂੰ ਤੁਹਾਨੂੰ ਪਤਾ ਲੱਗ ਜਾਏਗਾ। ਕੋਈ ਵੀ ਚੀਜ਼ ਸਾਡੇ ਜੀਵਨ 'ਚ ਹੈਗਾ, ਜਿਹੜੀ ਤੋਂ ਸਾਨੂੰ ਸੁੱਖ ਪ੍ਰਾਪਤ ਹੋ ਰਿਹਾ, ਇੱਕ ਸਮਾਂ ਆਊਗਾ ਉਸ ਚੀਜ਼ ਨੇ ਸਾਨੂੰ ਦੁੱਖ ਦੇ, ਕਿਉਂਕਿ ਉਹਦੇ ਪਿੱਛੇ ਲੁਕਿਆ ਹੋਇਆ। ਅਸੀਂ ਇੱਕੋ ਚੀਜ਼ ਵੇਖ ਸਕਦੇ ਹਾਂ, ਉਹਦੀ ਮਗਰਲੀ ਲੁਕੀ ਹੋਈ ਚੀਜ਼ ਨਹੀਂ ਵੇਖਦੇ, ਪਰ ਇੱਕ ਸਮਾਂ ਆਊਗਾ ਉਹ ਚੀਜ਼ ਨੇ ਪ੍ਰਗਟ ਹੋਣਾ ਹੁੰਦਾ। ਠੀਕ है ना जैसा आगे चली। हाँ, एक एक की पीर पछानना है, कट कट के पट पट की जानना है। एक एक दी पीर पछाणदा है मालक परमात्मा। हर एक कट कट दी जिहड़ी है, हर एक पढ़दे दी चीज़ उहनूं मालक परमात्मा नूं चंगी तरह पता है भाई। हाँ जी ठीक है जी। कहते भाव है कि कहते मकान जिन्हें बनाया उन्होंने पता है मकान से मैं कितनी इट्टां लाइयां, कितना सीमेंट पाया, कितनी बजरी पाई, उन्होंने एक एक चीज़ का पता, उन्होंने सब पता है। कट कट के जानदा, कट कट का मतलब हर एक जिन्ने भी जीव ब्रह्मंड के अंदर हैगे ने उन्होंने जानदा, उन्होंने जानदा भी, उन्होंने पछाणदा भी है। जानना ते पछाणना, ठीक है ना जोसा। जब उदकर्ख करा करतारा, उदकर्ख कहंदे जद मालक परमात्मा जिहड़ा हैगा, रिपल्सन कहंदे जद मतलब जिहड़ा हैगा मालक परमात्मा विस्तार करदा है। उदकर्ख मतलब विस्तार। जब उदकर्ख करा करतारा, प्रजा धरत तब दे अपारा, कहंदे अपार जिहड़ी हैगी ये प्रजा जिहड़ी सारी लुकाई जिहड़ी हैगी, सारी सृष्टि जिहड़ी हैगी आ वो होंद दे विच आ जांदी है। जब उदकर्ख करा करतारा, प्रजा धरत तब देह अपारा, जब आकर्ख करत हो कबहू, कहंदे कदी जद ਉਹ ਜਿਹੜਾ ਹੈਗਾ ਉਹਨੂੰ ਅਟਰੈਕਟ ਕਰ ਲੈਂਦਾ ਹੈ, ਆਕਰਖ ਕਹਿੰਦੇ ਆ ਉਹਨੂੰ, ਸੰਕੋਚ ਲੈਂਦਾ ਹੈ, ਸੁਕੋੜ ਲੈਂਦਾ ਹੈ। ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਸਾਰੇ ਦੇ ਸਾਰਾ ਮੈਟਰ, ਸਾਰੇ ਜੀਵ, ਸਾਰਾ ਆਕਾਰ ਤੇਰੇ ਵਿੱਚ ਹੀ ਖਤਮ ਹੋ ਜਾਂਦਾ ਹੈ। ਕਹਿੰਦੇ ਤੇਰੇ ਵਿੱਚ ਤੂੰ ਹੀ ਸਮੇਟ ਲੈਣਾ ਉਹਨੂੰ। ਹਾਂਜੀ ਵੀਰ। ਹਾਂਜੀ ਸਾਧ ਸੰਗਤ ਜੀ, ਤੁਹਾਡੇ ਨਾਲ ਪਹਿਲਾਂ ਵਿਚਾਰ ਕੀਤੀ ਸੀ ਕਿ ਕੁਝ ਬੰਦੇ ਇਦਾਂ ਦੇ ਹੁੰਦੇ ਨੇ, ਉਹ ਧਰਤੀ ਤੇ ਆਉਂਦੇ ਨੇ, ਉਹ ਕੁਝ ਲੱਭ ਲੈਂਦੇ ਨੇ, ਉਹ ਜਾਣ ਲੈਂਦੇ ਨੇ, ਉਹ ਜਾਣਨ ਤੋਂ ਬਾਅਦ ਉਹਨਾਂ ਆਪਣੇ ਅਨੁਭਵਾਂ ਨੂੰ ਗ੍ਰੰਥਾਂ 'ਚ ਲਿਖ ਜਾਂਦੇ ਨੇ, ਤਾਂ ਜੋ ਆਉਣ ਵਾਲੀਆਂ ਰਹਿੰਦੀਆਂ ਨਸਲਾਂ ਉਹਨਾਂ ਕਿਤਾਬਾਂ ਨੂੰ, ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਆਪਣਾ ਜੀਵਨ ਸਵਾਰ ਲੈਣ। ਹੁਣ ਉਹੀ ਕਹਿ ਰਹੇ ਨੇ ਕਿ ਉਹ ਪ੍ਰਮਾਤਮਾ ਦੇ ਬਾਰੇ ਦੱਸ ਰਹੇ ਨੇ। ਹੁਣ ਜਿੱਦਾਂ ਆਪਾਂ ਨੂੰ ਪ੍ਰਮਾਤਮਾ ਦਾ ਗਿਆਨ ਕਿੱਥੋਂ ਹੋਣਾ ਸੀ ਜੇ ਗ੍ਰੰਥ ਨਾ ਹੋਣਾ? ਆ ਪੁਰਾਣੇ ਗ੍ਰੰਥ ਖੋਲੇ ਜਾਣ ਸਾਡੇ ਤੋਂ ਤਾਂ ਸਾਨੂੰ ਪਤਾ ਹੀ ਕੁਛ ਨਹੀਂ ਨਜ਼ਰ ਸਾਹਿਬ, ਕਿ ਪਤਾ ਹੋਊਗਾ? ਨਹੀਂ ਪਤਾ ਹੋਏਗਾ, ਨਹੀਂ ਪਤਾ ਹੋਣਾ, ਮੁਸ਼ਕਿਲ ਹੋ ਜੂਗਾ। ਤੇ ਇੱਥੇ ਕਹਿੰਦੇ ਨੇ ਕਿ ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਤੇ ਵੇਖ ਲਓ ਜਦੋਂ ਇਹ ਕੀ ਕਰਦਾ ਪਰਮਾਤਮਾ ਜਦ ਵਿਸਤਾਰ ਕਰਦਾ ਹੈ। ਉਦਕਰਖ ਮਤਲਬ ਜਦ ਜਦ ਸ੍ਰਿਸ਼ਟੀ ਨੂੰ ਆਪਣਾ ਵਿਸਤਾਰ ਕਰਦਾ ਹੈ ਤੇ ਸਾਰੀ ਪ੍ਰਜਾ ਜਿਹੜੀ ਹੈਗੀ ਧਰਤ ਮਤਲਬ ਜਿਹੜੇ ਲੈ ਲੈਂਦੀ ਆ, ਦੇਹ ਸਰੀਰ ਮਿਲ ਜਾਂਦਾ ਸਾਰਿਆਂ ਨੂੰ, ਆ ਸਾਰੀ ਸ੍ਰਿਸ਼ਟੀ ਦੀ ਹੋਂਦ ਹੋ ਜਾਂਦੀ ਹੈ, ਪੈਦਾ ਹੋ ਜਾਂਦੀ ਸਾਰੀ ਸ੍ਰਿਸ਼ਟੀ। ਕੀਤਾ ਬਸਾਓ ਏਕੋ ਕਵਾਓ, ਹਾਂਜੀ, ਇਸਤੇ ਹੋਏ ਲਖ ਦਰਿਆਓ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਵਿਸਤਾਰ ਕਰਦਾ ਹੈ, ਜਦੋਂ ਉਹ ਮਾਇਆ ਦਾ ਪ੍ਰਪੰਚ ਰਚਦਾ ਹੈ, ਜਦੋਂ ਉਹ ਫਿਲਮ ਸ਼ੁਰੂ ਕਰਦਾ ਹੈ ਤੇ ਫਿਰ ਉਹ ਕਰੀ ਜਾਂਦਾ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਜਦੋਂ ਰਚਨਾ ਕਰੀ ਜਾਂਦਾ ਹੈ ਤਾਂ ਕਰੀ ਜਾਂਦਾ ਪਤਾ ਨਹੀਂ ਕਿੰਨੀਆਂ। ਅਸੀਂ ਕੀ ਕਰਦੇ ਹਾਂ? ਅਸੀਂ ਕੁਝ ਰਚਨਾ ਨਹੀਂ ਕਰਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਾਇਦ ਆਪਾਂ ਕੁਛ ਵੀ ਨਹੀਂ ਬਣਾ ਸਕਦੇ। ਆਪਾਂ ਜੋ ਵੀ ਬਣਾਉਂਦੇ ਹਾਂ ਉਹ ਮਤਲਬ ਨਿਰਜੀਵ ਹੁੰਦਾ, ਉਹ ਚ ਜਾਨ ਨਹੀਂ ਹੁੰਦੀ। ਪਰਮਾਤਮਾ ਜੋ ਵੀ ਬਣਾਉਂਦਾ ਉਹ ਚ ਜਾਨ ਹੁੰਦੀ ਹੈ, ਚੇਤਨਾ ਹੁੰਦੀ ਹੈ। ਤੇ ਉਹ ਐਡਾ ਵੱਡਾ ਕਲਾਕਾਰ ਆ। ਆਪ ਜਸਟ ਸੋਚੋ ਇੱਕ ਨਿੱਕੀ ਕੀੜੀਆਂ, ਉਹ ਤੋਂ ਵੀ ਛੋਟੇ ਕੀੜੇ, ਜਸਟ ਸੋਚੋ ਕਿ ਉਹਦੀ ਕਿਹੋ ਜਿਹਾ ਹੋਊਗਾ, ਕਿੰਨਾ ਪਾਵਰਫੁਲ ਹੋਊਗਾ ਉਹ, ਕਿੰਨੇ ਛੋਟੇ ਉਹ
ਨਿੱਕੇ ਨਿੱਕੇ ਕੀੜੇ, ਜਿੱਦਾਂ ਮਤਲਬ ਮੇਰੇ ਵਰਗਾ ਪੈਨ ਦੇ ਨਾਲ ਉਨੀ ਬਰੀਕ ਚੀਜ਼ ਲੈਣ ਨਹੀਂ ਵਾ ਸਕਦਾ, ਜਿੱਤੇ ਉਹ ਛੋਟੇ ਜੀਵ ਬਣਾ ਦਿੰਦਾ ਉਹਨਾਂ ਦੇ। ਅਬ ਜਸਟ ਸੋਚੋ ਕਿ ਉਹਨਾਂ ਦੀਆਂ ਲੱਤਾਂ, ਉਹ ਲੱਤਾਂ ਮਤਲਬ ਸਾਡੀ ਸੋਚ ਦੇ ਨਾ ਵਾਲ ਹਿੱਲ ਜਾਣੇ ਅੰਦਰੋਂ, ਕਿ ਉਹ ਬਣਾ ਦਿੰਦਾ ਜੋ ਬਸ ਬਣਾਈ ਜਾਂਦਾ। ਔਰ ਐਸੇ ਜੀਵ ਆਪ ਜਸਟ ਸੋਚੋ, ਉਧਰ ਮੈਂ ਡਿਸਕਵਰੀ ਤੇ ਵੇਖਣ ਦਿਆ ਹਾਂ, ਜਿਹੜੇ ਕਈ ਸਮੁੰਦਰੀ ਜੀਵ ਹੈਗੇ ਨੇਚਰ ਸਾਹਿਬ, 4000 ਮੀਟਰ ਪਾਣੀ ਦੇ ਥੱਲੇ ਵੀ ਜਿੰਦਾ ਨੇ ਉਹ ਨਿੱਕੇ ਨਿੱਕੇ ਕੀੜੇ। ਉਹ 4-5 ਹਜ਼ਾਰ ਸਮਝਦੇ ਨੇਚਰ ਸਾਹਿਬ। ਆਪ ਜਸਟ ਇੱਕ ਸੋਚੋ ਕਿ ਤੁਹਾਡੇ ਘਰ ਜਿਹੜੀ ਟੈਂਕੀ ਹੈ ਨਾ 10-15 ਮੰਜ਼ਲੀ ਮਕਾਨ ਦੇ ਉੱਤੇ ਲੱਗੀ, ਉਹਦੀ ਟੂਟੀ ਖੋਲ ਕੇ ਹੱਥ ਨਾਲ ਪਾਣੀ ਰੋਕ ਕੇ ਵੇਖੋ, ਤੁਹਾਡੇ ਕੋਲ ਪਾਣੀ ਰੁਕਣਾ ਨਹੀਂ ਹੋ। ਬਿਲਕੁਲ ਵਜਨ ਹੈ ਉਹਦਾ। ਹਾਂ, ਔਰ ਜਿੱਥੇ 4000 ਮੀਟਰ ਪਾਣੀ ਦੀ ਡੈਪਥ ਹੋਵੇ, ਉਹ ਥੱਲੇ ਕੀੜਾ ਬੈਠਾ ਹੋਵੇ, ਉੱਤੇ ਕਿੰਨਾ ਪ੍ਰੈਸ਼ਰ ਹੋਊਗਾ। ਰੱਬ ਨੇ ਉਹਨੂੰ ਡਿਜ਼ਾਈਨ ਏਦਾਂ ਦਾ ਬਣਾਇਆ ਕਿ ਉੱਤੇ ਪਾਣੀ ਦਾ ਪ੍ਰੈਸ਼ਰ ਨਹੀਂ ਜਾਏਗਾ। ਅਬ ਜਸਟ ਸੋਚੋ 4000 ਕਿੰਨਾ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਜੀ, ਬਹੁਤ ਵੱਡੀ ਗੱਲ ਹੈ। ਪਰ ਉਹ ਬਣਾ ਦਿੰਦਾ ਜੀ। ਤੇ ਅਸੀਂ ਜੇ ਲੋਹੇ ਦੀ ਕੋਈ ਚੀਜ਼ ਵੀ ਥੱਲੇ ਭੇਜਾਂਗੇ ਨਾ ਨਜ਼ਰ ਸਾਹਿਬ, ਇੰਨੇ ਪਾਣੀ ਦੇ ਉਹ ਪਾਟ ਜਾਣੀ ਜੀ। ਪਰ ਉਹਨੇ ਜੀਵ ਨੂੰ ਉੱਥੇ ਰੱਖਿਆ। ਉਹ ਇਹੋ ਤੇ ਕਹਿੰਦੇ ਉਹ ਚਿੱਤਰਕਾਰ ਐਸਾ ਚਿੱਤਰਕਾਰ ਆ ਜਿਹੜੀਆਂ ਸਾਡੀਆਂ ਸੋਚਾਂ ਵੀ ਨਹੀਂ ਹੈਗੀਆਂ, ਉਤੋਂ ਵੱਧ ਬਣਾ ਦਿੰਦਾ। ਹਾਂਜੀ ਨਜ਼ਰ ਸਾਹਿਬ, ਤੇ ਇਹ ਤੋਂ ਕੋ ਬੋਲਦਾ ਦੁਬਾਰਾ। ਜਬ ਉਤਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ। ਕਹਿੰਦੇ ਸਾਰੀ ਪ੍ਰਜਾ ਬਣ ਜਾਂਦੀ ਹੈ ਭਾਈ, ਸਾਰੀ ਸ੍ਰਿਸ਼ਟੀ ਰਚੀ ਜਾਂਦੀ ਹੈ। ਦੇਖ ਲਓ ਪ੍ਰਜਾ ਧਰਤ, ਉਹ ਪ੍ਰਜਾ ਧਰ ਦਿੰਦਾ ਹੈ ਤੇ ਤਬਦੀਆਂ ਦੇ ਜਾਂਦਾ, ਅਪਾਰਾਂ ਦੇ ਜਾਂਦਾ। ਜਬ ਆਕਾਰਤ ਕਰਤ ਹੋ ਕਬੂ ਤੁਮੇ ਮਿਲਤ ਦੇ ਧਰ ਸਭੂ। ਜਦੋਂ ਚਾਹੁੰਦਾ ਸ੍ਰਿਸ਼ਟੀ ਸਮੇਟ ਲੈਂਦਾ ਤੇ ਉਹ ਆਪਣੇ ਚ ਸਮਾ ਲੈਂਦਾ ਉਹਨੂੰ, ਫਿਰ ਸਮਾਧੀ ਲੀਨ ਹੋ ਜਾਂਦਾ, ਔਰ ਫਿਰ ਪਤਾ ਨਹੀਂ ਕਿੰਨੇ ਯੁੱਗ ਤੱਕ ਉਹ ਸਮਾਧੀ ਬਿਠਾ ਰਹਿੰਦਾ। ਬਿਲਕੁਲ। ਦੇਹ ਧਾਰ ਦਾ ਮਤਲਬ ਇਹ, ਦੇਹ ਧਾਰ ਦਾ ਮਤਲਬ ਹੈ ਜਿੰਨੇ ਵੀ ਜਿਹੜੇ ਸਰੀਰ ਵਾਲੇ ਆ ਸਾਰੇ ਮਿਲ ਜਾਂਦੇ ਆ ਉਹਦੇ ਵਿੱਚ ਹੀ ਪਾਏ। ਦੇਹ ਧਾਰੀ, ਦੇਹ ਧਾਰ ਦਾ ਮਤਲਬ ਦੇਹ ਧਾਰੀ। ਉਹਦੇ ਅੰਦਰ ਹੀ ਪਾ ਲੈਂਦਾ ਜੋ। ਵੇਖ ਲਓ ਆਪਾਂ ਨਿਜਰ ਸਾਹਿਬ, ਜਿਹੜੀ ਅਸਲੀ ਮੁਕਤੀ ਹੈਗੀ ਆ, ਉਹ ਮੁਕਤੀ ਤੇ ਆਪਣੀ ਇਹੋ ਹੀ ਹੈ ਕਿ ਜਿਹੜੇ 5 ਤੱਤ ਹੈਗੇ ਆ, ਇਹਨਾਂ 5 ਤੱਤਾਂ ਨੂੰ ਆਪਾਂ ਉਹਨਾਂ ਦੇ ਮੂਲ ਸਰੋਤ ਤੇ ਸੈੱਟ ਕਰ ਦੇਣਾ। ਭਗਤੀ ਦਾ ਮਤਲਬ ਇਹ ਨਹੀਂ ਆ ਆਪਣੀ ਜਿੰਨੀ ਵੀ ਆਪਣੀ ਕਿਰਿਆ ਹੈ ਨਾ, ਜਿਹੜੇ ਆਪਣੇ ਹਉਮੈ ਜਿਹੜਾ ਹੈਗਾ ਇਹ ਆਕਾਸ਼ ਤੋਂ ਆਇਆ ਹੈ, ਇਹ ਪਵਨ ਤੋਂ ਕੁਝ ਹੋਰ ਤੱਤ ਆਇਆ ਵਾ, ਅਗਨ ਤੋਂ ਕੁਝ ਹੋਰ ਆਇਆ। ਇਹਨਾਂ ਜਿੰਨੇ 5 ਤੱਤ ਆ, ਇਹ ਭਗਤੀ ਦੇ ਰਾਹੀਂ ਆਪਾਂ ਕੀ ਕਰਦੇ, ਇਹਨਾਂ ਨੂੰ ਨਾ, ਇਹਨਾਂ ਦਾ ਜਿਹੜਾ ਮਿਲਣ ਹੈ ਉਹਨੂੰ ਅਲੱਗ ਕਰ ਦੇਣਾ ਹੁੰਦਾ ਸਮਾਧੀ 'ਚ ਜਾ ਕੇ। ਇੱਕ ਸਮਾਂ ਹੁੰਦਾ ਜਦੋਂ 5 ਤੱਤ ਅਲੱਗ ਹੋ ਜਾਂਦੇ ਨਾ, ਜਿੱਦਾਂ ਕੋਈ ਕੋਡ ਡੀਕੋਡ ਕਰ ਦੇਣਾ, ਉਸ ਤੋਂ ਬਾਅਦ ਜੀਵ ਮੁਕਤ ਹੋ ਜਾਂਦਾ, ਜੀਂਦੇ ਜੀ। ਪਰ ਜਦੋਂ ਆਪਾਂ ਸਰੀਰ ਦਾ ਤਿਆਗ ਕਰਾਂਗੇ, ਫਿਰ 5 ਤੱਤ ਕੀ ਹੁੰਦੇ ਆ, ਵਾਪਸ ਚਲ ਜਾਂਦੇ ਆ, 5 'ਚ ਮਿਲ ਜਾਂਦੇ ਆ। ਇਹ ਮੁਕਤੀ, ਜੇ ਤੇ ਮੁਕਤੀ ਹੈ ਤੇ ਯੁਕਤੀ ਦੇ ਨਾਲ ਮੁਕਤੀ ਹੈ। ਸੰਤਾਂ ਨੇ ਇਹੋ ਹੀ ਲੱਭਿਆ ਸੀ ਕਿ ਇਹ ਜਿਹੜੇ 5 ਤੱਤ ਆ, ਇਹਨਾਂ ਦੀ ਜਿਹੜੀ, ਕਿਉਂਕਿ ਇੱਕ ਨਿਊਟਰੋਨ, ਪ੍ਰੋਟੋਨ ਤੇ ਇਲੈਕਟ੍ਰੋਨ ਮਿਲਦੇ ਆ ਤੇ ਫੇਰ ਹੀ ਕੁਝ ਹੁੰਦਾ ਨਾ। ਬਿਲਕੁਲ। ਇਹ ਜਿਹੜੇ 5 ਤੱਤ ਆ, ਜਿਹੜੇ ਧਰਤੀ, ਪਾਣੀ, ਆਕਾਸ਼, ਹਵਾ ਤੇ ਅਗਨ, ਇਹਨਾਂ 5 ਤੱਤਾਂ ਨੂੰ ਆਪਾਂ ਕੀ ਕਰਨਾ, ਭਗਤੀ ਦੇ ਨਾਲ ਹੌਲੀ ਹੌਲੀ ਕਰਕੇ ਇਹਨਾਂ ਨੂੰ ਮੂਲ 'ਚ ਸੁਧਾਰ ਦੇਣਾ। ਕਿਉਂਕਿ ਇਹ 5 ਤੱਤ ਜਿਹੜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਪੈਦਾ ਕਰਦੇ ਨੇ, 5 ਹੀ ਇਹ ਨੇ ਤੇ 5 ਹੀ ਇਹ ਨੇ ਨਿਜਰ ਸਾਹਿਬ। ਇਹ ਜਦੋਂ ਇਹ ਲੀਨ ਹੋ ਗਏ ਨਾ ਆਪਣੇ ਸਰੂਪ 'ਚ, ਫਿਰ ਤੁਹਾਡੀ ਜ਼ਿੰਦਗੀ 'ਚ ਕਾਮ ਨਹੀਂ ਰਹਿ ਜਾਣਾ, ਕ੍ਰੋਧ ਨਹੀਂ ਰਹਿ ਜਾਣਾ, ਲੋਭ ਨਹੀਂ ਰਹਿ ਜਾਣਾ, ਮੋਹ ਨਹੀਂ ਰਹਿ ਜਾਣਾ ਤੇ ਹੰਕਾਰ ਨਹੀਂ ਰਹਿ ਜਾਣਾ। ਇਹ ਜਿੱਦਾਂ ਸਮਝ ਲਓ ਕਿ ਇਹ ਤੁਹਾਡੇ ਜੀਵਨ 'ਚ ਆ ਗਿਆ ਨਾ, ਆਹ 5 ਤੱਤ ਉੱਡ ਗਏ, ਤੇ ਸਮਝ ਲਓ ਕਿ ਤੁਸੀਂ ਮੁਕਤ ਹੋ ਗਏ ਹੋ। ਉਦਣ ਕੀ ਹੋ ਗਿਆ, ਅੰਦਰ ਸਾਰਾ ਕੁਝ ਸ਼ਾਂਤ ਹੋ ਜਾਣਾ ਜੀ, ਗਤੀਹੀਣ, ਕੋਈ ਇੱਛਾ ਨਹੀਂ ਰਹਿ ਜਾਣੀ ਅੰਦਰ। ਰਹੋਗੇ ਸੰਸਾਰ 'ਚ, ਇੱਕ ਸਾਰਾ ਕੰਮ ਕਰੋਗੇ, ਪਰ ਸੁੱਕਾ ਪੱਤੇ ਵਾਲਾ ਕੰਮ ਹੋ ਜਾਣਾ, ਕਿਉਂਕਿ ਹੁਣ ਅੰਦਰ ਹੈ ਨਹੀਂ ਕੁਛ ਵੀ। ਉਹਦਾ ਜੀਵ ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ। ਤਾਂਹੀਓ ਤੇ ਉਹ ਕਬੀਰ ਜੀ ਕਹਿੰਦੇ ਆ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਕਿ ਮੈਂ ਉਹਦਾ ਮਰਨਾ ਉਹ ਕਰ ਲਿਆ ਵਾ, ਮੈਂ 5 ਤੱਤਾਂ ਨੂੰ ਅਲੱਗ ਕਰਤਾ, ਜਿਉਂਦੇ ਜੀ ਮੈਂ ਉਹ ਹੋ ਗਿਆ, ਮੈਂ ਬ੍ਰਹਮ 'ਚ ਲੀਨ ਹੋ ਗਿਆ। ਕਿਉਂਕਿ 5 ਤੱਤਾਂ ਦੇ ਕਰਕੇ ਤੇ ਪ੍ਰਕਿਰਤੀ ਹੈ, ਔਰ 5 ਤੱਤਾਂ ਨੂੰ ਜਦੋਂ ਮੈਂ ਅਲੱਗ ਕਰਦਾ ਤੇ ਮੈਂ ਪ੍ਰਕਿਰਤੀ ਤੋਂ ਮੁਕਤ ਹੋ ਜਾਣਾ। ਹਾਂਜੀ ਨਿਜਰ ਸਾਹਿਬ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ। ਕਹਿੰਦੇ ਜਿੰਨੇ ਵੀ ਜੀਵ ਮਾਲਕ ਪਰਮਾਤਮਾ ਨੇ ਬਣਾਏ ਹੋਏ ਆ, ਜਿੰਨੇ ਵੀ ਸਰੀਰ ਮਾਲਕ ਪਰਮਾਤਮਾ ਨੇ ਬਣਾਏ ਹੋਏ ਆ, ਆਪ ਆਪਣੀ ਬੂਝ ਉਚਾਰੈ। ਇਹਦਾ ਇਹ ਨਹੀਂ ਹੈ ਕਿ ਜਿਹੜੇ ਹੈਗੇ ਸਾਰੇ ਆਪਣੀ ਆਪਣੀ ਬੁੱਧੀ ਦੇ ਨਾਲ ਉਹਨੂੰ ਉਚਾਰਦੇ, ਉਹਨਾਂ ਦਾ ਕੋਈ ਉਚਾਰਦਾ ਹੀ ਨਹੀਂ ਹੈ ਭਾਈ। ਬਹੁਤ ਰੇਅਰ ਹੈ ਜਿਹੜੇ ਉਹਨੂੰ ਮਾਲਕ ਪਰਮਾਤਮਾ ਨੂੰ ਯਾਦ ਕਰਦੇ ਆ, ਉਹਦੇ ਗੁਣਾਂ ਨੂੰ, ਜਾਂ ਉਹਨੂੰ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ
ਉਹ ਤਾਂ ਮੈਟਰ ਤੋਂ ਇਲਾਵਾ ਤਾਂ ਇਨਸਾਨ ਰੱਬ ਵਾਲੇ ਸੋਚਦਾ ਹੀ ਨਹੀਂ ਹੈ। ਕਹਿੰਦੇ ਜਿੰਨੇ ਵੀ ਜੀਵ ਮਾਲਕ ਪਰਮਾਤਮਾ ਨੇ ਜੇਤੇ ਬਦਨ ਸ੍ਰਿਸ਼ਟ ਅਵਤਾਰੇ ਆਪ ਆਪਣੀ ਬੂਝ ਉਚਾਰੇ। ਕਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਮਾਲਕ ਪਰਮਾਤਮਾ ਨੇ ਡਿਜ਼ਾਈਨ ਕੀਤਾ ਆ। ਮਾਲਕ ਪਰਮਾਤਮਾ ਨੇ ਡਿਜ਼ਾਈਨ ਕੀਤਾ ਹੈ। ਉਸ ਮਾਲਕ ਪਰਮਾਤਮਾ ਨੇ ਤੁਮ ਸਭ ਹੀ ਤੇ ਰਹਿਤ ਨਿਰਾਲਮ। ਪਰ ਇੱਕ ਗੱਲ ਹੈਗੀ, ਮਾਲਕ ਪਰਮਾਤਮਾ ਆਪ ਜਿਹੜਾ ਹੈ ਸਭ ਤੋਂ ਨਿਰਾਲਾ ਹੈਗਾ ਭਾਈ। ਸਾਰੇ ਦੇ ਸਾਰੇ ਜਿਹੜੇ ਹੈਗੇ ਮਾਲਕ ਨੇ ਕਾਲ ਦੇ ਵਿੱਚ, ਸਮੇਂ ਦੇ ਵਿੱਚ ਸਾਰੇ ਦੇ ਸਾਰੇ ਬਣਾਏ ਆ ਮਾਲਕ ਪਰਮਾਤਮਾ ਨੇ। ਪਰ ਆਪ ਜਿਹੜਾ ਹੈਗਾ ਨਿਰਾਲਾ ਹੈਗਾ। ਜਾਨਤ ਬੇਦ ਭੇਦ ਔਰ ਆਲਮ। ਔਰ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ, ਇਹ ਭੇਦ ਜਿਹੜਾ ਹੈਗਾ, ਇਹ ਸਾਰਾ ਸ੍ਰਿਸ਼ਟੀ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਜਿਹੜਾ ਆਲਮ ਬਣਾਇਆ, ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਜੋ ਕੁਝ ਵੀ ਹੈ, ਇਸ ਨੂੰ ਮਾਲਕ ਪਰਮਾਤਮਾ ਚੰਗੀ ਤਰ੍ਹਾਂ ਜਾਣਦਾ ਹੈ। ਹਾਂਜੀ ਬੇਟਾ ਠੀਕ ਹੈ ਜੀ। ਹੁਣ ਇੱਥੇ ਬਾਣੀ 'ਚ ਆਪਾਂ ਨੂੰ ਇਹ ਲਿਖਾਇਆ ਜਬ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ। ਹਾਂ ਹਾਂ, ਜੇਤੇ ਬਦਨ, ਜੇਤੇ ਦਾ ਬਦਨ ਮਤਲਬ ਸ੍ਰਿਸ਼ਟੀ ਸਭ ਧਾਰਾ। ਜੇਤੇ ਦਾ ਮਤਲਬ ਜਿੰਨੇ ਵੀ, ਬਦਨ ਦਾ ਮਤਲਬ ਸਰੀਰ, ਸ੍ਰਿਸ਼ਟੀ ਦਾ ਮਤਲਬ ਸਭ, ਜੋ ਵੀ ਸ੍ਰਿਸ਼ਟੀ ਸਭ ਧਾਰਾ, ਜੋ ਵੀ ਹੈਗਾ ਦਿਖਦਾ ਪਿਆ, ਇਹ ਜੋ ਦਿਖਦਾ ਪਿਆ ਇਹ ਸਭ ਉਹਦੀ ਹੈਗੀ ਸ੍ਰਿਸ਼ਟੀ 'ਚ ਆਉਂਦਾ। ਉਹਨੇ ਬਣਾਈ ਆ ਔਰ ਉਹਨੇ ਬਣਾਈ ਆ ਔਰ ਉਹਨੇ ਧਾਰਿਆ, ਮਤਲਬ ਉਹਨੇ ਹੀ ਆਸਰਾ ਦਿੱਤਾ ਹੋਇਆ ਸਾਰਾ। ਇਹ ਨਹੀਂ ਸਮਝੋ ਕਿ ਦੁਨੀਆ ਐਵੇਂ ਚੱਲੀ ਜਾਂਦੀ ਆਪਣੇ ਆਪ ਹੀ ਜਿਹੜੀ ਹੈਗੀ ਆਪਣੇ ਆਪ ਸਾਰੇ ਚੱਲੀ ਜਾ ਰਹੇ। ਨਾ, ਮਾਲਕ ਦੇ ਆਸਰੇ ਚੱਲ ਰਹੇ ਆ ਸਾਰੇ। ਹਾਂਜੀ ਵੀਰ। ਹਾਂ ਬਿਲਕੁਲ ਠੀਕ ਹੈ ਜੀ। ਆਪ ਆਪਣੀ ਬੂਝ ਉਚਾਰੇ। ਉਹ ਕਹਿੰਦੇ ਜੋ ਵੀ ਆ ਉਹਦੀ ਉਤੋਂ ਸ਼ਕਤੀ ਲੈ ਕੇ ਗਤੀ ਕਰ ਰਹੇ। ਹਾਂ, ਜਿਹੜੀ ਸਪਲਾਈ ਆ ਰਹੀ ਹੈ ਨਾ, ਜਿਹੜੀ ਚੇਤਨਾ ਉਹਦੇ ਤੋਂ ਹੀ ਆ ਰਹੀ ਹੈ। ਚੇਤਨਾ ਉਹ ਆਪ ਤੇ ਨਹੀਂ ਹੈਗਾ, ਪਰ ਚੇਤਨਾ ਸਾਨੂੰ ਉੱਥੇ ਹੀ ਮਿਲਦੀ ਹੈ। ਬਿਲਕੁਲ। ਇਹ ਜਿਹੜਾ ਸਾਡੇ ਅੰਦਰ ਵਹਿੰਦਾ ਹੈ ਨਾ, ਆਪ ਦੇਖਿਆ ਨਹੀਂ ਤੁਸੀਂ, ਆਪਾਂ ਜਸਟ ਥੋੜੀ ਜਿਹੀ ਬੁੱਧੀ ਤੋਂ ਆਪਾਂ ਜੇ ਕੰਮ ਲੈਂਦੇ ਆ ਤੇ ਆ ਜਿਹੜਾ ਅੰਦਰ ਸਾਡੇ ਅੰਦਰ ਵੇਖਣ ਵਾਲਾ ਕੈਮਰਾ ਵਾ, ਕੋਈ ਇੱਕ ਮਸ਼ੀਨ ਥੋੜੀ ਹੈਗੀ ਹੈ। ਕਿੰਨੀ ਵੱਡੀ ਚੀਜ਼ ਹੈ ਉਹ। ਆਪ ਜਸਟ ਕਦੇ ਸੋਚਿਆ, ਆਪ ਬਾਜ਼ਾਰ 'ਚ ਜਾਂਦੇ ਜੋ, ਇੱਕੋ ਛਣ 'ਚ ਲੱਖਾਂ ਬੰਦੇ ਵੇਖ ਲੈਂਦੇ ਜੋ, ਲੱਖਾਂ ਕਿਸਮ ਦੇ ਰੰਗ ਵੇਖ ਲੈਂਦੇ ਜੋ, ਔਰ ਤੁਹਾਡੇ ਅੰਦਰ ਜਿਹੜੀ ਪ੍ਰੋਸੈਸਿੰਗ ਹੋਣ ਵਾਲੀ ਮਸ਼ੀਨ ਹੈ ਉਹ ਕਿਹੋ ਜਿਹੀ ਲੱਗੀ ਅੰਦਰ। ਆਪ ਜਸਟ ਸੋਚੋ ਕਿ ਉਹਨੂੰ ਬਣਾਉਣ ਵਾਲਾ ਜਿਹੜਾ ਜਿਹਨੇ ਐਸੀ ਮਸ਼ੀਨ ਲਾਈ ਆ, ਪਤਾ ਹੀ ਨਹੀਂ ਕਿੰਨਾ ਕੁ ਅੰਦਰ ਡਾਟਾ ਆ ਰਿਹਾ ਜਾ ਰਿਹਾ। ਆਪ ਮੋਬਾਈਲ ਤੇ ਜਦੋਂ ਆਪਾਂ ਟੈਕਸਟ ਭੇਜਦੇ ਨਾ, ਡਾਟਾ ਆਉਂਦਾ ਜਾਂਦਾ ਵਾ, ਜਿਹੜੀ ਫੋਟੋਆਂ ਚੜੀ ਜਾ ਰਹੀਆਂ ਨੇ, ਇਹ ਜਿਹੜੀਆਂ ਸਾਡੇ ਅੰਦਰ ਜਿਹੜੀ ਆੜੀ ਵੀਡੀਓ ਜਾ ਰਹੀ ਆ, ਉਹ ਕਿਹੋ ਜਿਹਾ ਪ੍ਰੋਸੈਸਰ ਲਾਇਆ ਰੱਬ ਨੇ ਅੰਦਰ। ਔਰ ਇਹ ਪ੍ਰੋਸੈਸਰ ਸਾਨੂੰ ਯਾਦ ਵੀ ਆ, ਇਹ ਨਹੀਂ ਕਿ ਵੇਖ ਕੇ ਭੁੱਲ ਗਏ ਗੱਲ। ਅਸੀਂ ਉਹ ਜੋ ਵੀ ਅਸੀਂ ਵੇਖਦੇ ਆ, ਇੱਕ ਇੱਕ ਚੀਜ਼ ਸਾਡੇ ਅੰਦਰ ਸਟੋਰ ਹੋ ਰਹੀ ਹੈ। ਇੰਨੀ ਬੇਕਮਾਲ ਚੀਜ਼ ਸਾਨੂੰ ਰੱਬ ਨੇ ਦਿੱਤੀ ਆ, ਔਰ ਉਹਨੇ ਡਿਜ਼ਾਈਨਿੰਗ ਕੀਤੀ ਹੈ, ਇੰਨੀ ਫਾਈਨ ਡਿਜ਼ਾਈਨਿੰਗ। ਔਰ ਦੇਖੋ ਨਾਸਾਂ ਰੱਬ ਨੇ ਉੱਤੇ ਲਾਈਆਂ ਨੇ। ਮੈਂ ਸੋਚਦਾ ਕਿਤੇ ਨਾਸਾਂ ਨੇ ਜਿਸ ਪੈਰਾਂ 'ਚ ਲਾਈਆਂ ਹੁੰਦੀਆਂ, ਚਿੱਕੜ 'ਚ ਪੈਰ ਵੜ ਜਾਂਦੇ, ਨਾਸਾਂ ਚਿੱਕੜ ਵੜ ਜਾ ਕਰਨਾ ਸਾਡੇ, ਬੰਦ ਹੀ ਹੋ ਜਾਣੀ ਸੀ ਹੈ। ਆਪ ਜਸਟ ਸੋਚੋ, ਕੰਨ ਵੀ ਸਾਡੇ ਲਾਏ ਨੇ, ਨਾਲ ਉਹਨਾਂ ਦੇ ਕਵਰ ਲਾਏ ਨੇ ਉੱਤੇ, ਕਿ ਉੱਤੇ ਜੇ ਮੀਂਹ ਪੈ ਜਾਏ ਤੇ ਕੰਨ ਦੇ ਵਿੱਚ ਪਾਣੀ ਨਾ ਪੈ ਜਾ। ਜਸਟ ਸੋਚੋ, ਨੱਕ ਦਾ ਤੇ ਮੂੰਹ ਦਾ ਕਨੈਕਸ਼ਨ ਬਿਲਕੁਲ ਲਾਗੇ ਰੱਖਿਆ, ਅੱਖਾਂ ਵੀ ਲਾਗੇ ਰੱਖੀਆਂ ਨੇ, ਕਿ ਹਾਂ ਕੋਈ ਮੂੰਹ 'ਚ ਚੀਜ਼ ਜਾਵੇ ਤੇ ਪਹਿਲਾਂ ਇਹਨੂੰ ਅਸੀਂ ਵੇਖ ਲਈਏ। ਤੁਸੀਂ ਆਪਣੀ ਉਂਗਲ ਅੱਖ ਦੇ ਵਿੱਚ ਮਾਰੋਗੇ ਨਾ ਤਾਂ ਤੁਹਾਡੀਆਂ ਅੱਖਾਂ ਆਪਣੇ ਆਪ ਬਿਨਾਂ ਹੀ ਤੁਹਾਡੀ ਉਂਗਲ ਵੇਖ ਕੇ ਬੰਦ ਹੋ ਜਾਣੀਆਂ। ਉਹ ਤੁਹਾਡੇ ਤੇ ਯਕੀਨ ਨਹੀਂ ਕਰ ਰਹੀਆਂ, ਭਾਵੇਂ ਤੁਹਾਡੀਆਂ ਆਪਣੀਆਂ ਉਂਗਲਾਂ ਨੇ। ਕੁਦਰਤ ਨੇ ਐਸਾ ਨਾ ਸਿਸਟਮ ਲਾਏ ਨੇ ਸਾਡੇ ਅੰਦਰ, ਉੱਤੇ ਅੱਖਾਂ ਦੇ ਭਰਵੱਟੇ ਬਣਾਏ ਨੇ, ਉਹਨੇ ਰੀਚ ਬਣਾਏ ਆ ਕਿ ਪਾਣੀ ਪਵੇ, ਪਸੀਨਾ ਪਵੇ, ਅੱਖਾਂ 'ਚ ਨਾ ਪਾਣੀ ਜਾਵੇ। ਉਹਨੂੰ ਸਾਈਡ ਤੇ ਉਹ ਡਿਜ਼ਾਈਨਿੰਗ ਕੀਤੀ ਆ, ਉੱਤੋਂ ਆਵੇ ਸਾਈਡ ਤੇ ਵਗ ਜੇ। ਨਾਸਾਂ ਦੇ ਵਿੱਚ ਕਿਤਾ ਉਹ ਘਾਹ ਵਾਂਗੂ ਉਗਾਏ ਨੇ ਵਾਲ, ਕਿ ਨਾਸਾਂ ਦੇ ਵਿੱਚ ਕੋਈ ਗਲਤ ਚੀਜ਼ ਚੱਲ ਜੇ, ਕੋਈ ਡਸਟ ਹੈ ਵਗੈਰਾ, ਉਹ ਰਾਹ 'ਚ ਰੁਕ ਜੇ। A to Z ਜਿਹੜੀ ਏਡੀ ਜ਼ਬਰਦਸਤ ਪ੍ਰੋਗਰਾਮਿੰਗ। ਜੇ ਰੋਟੀ ਆਪਾਂ ਖਾਂਦੇ ਆ, ਇਹ ਨਹੀਂ ਕਿ ਰੋਟੀ ਦੇ ਨਾਲ ਆਪਾਂ ਨੂੰ ਪਾਣੀ ਪੀਣ ਦੀ ਲੋੜ, ਸਾਡੇ ਦੰਦਾਂ 'ਚੋਂ ਪਾਣੀ ਨਿਕਲੀ ਆ ਰਿਹਾ ਨਿੱਜਰ ਸਾਹਿਬ, ਉਹੀ ਜਿਹੜਾ ਪਾਣੀ ਸਾਡੇ ਢਿੱਡ 'ਚ ਆ ਕੇ ਖਾਣੇ ਨੂੰ ਪਹੁੰਚਾਉਂਦਾ ਪਿਆ। ਤੇ ਇਹ ਡਿਜ਼ਾਈਨਿੰਗ ਨਹੀਂ ਕੀਤੀ ਤੇ ਕਿੱਥੋਂ ਆ ਗਿਆ ਸਾਰਾ ਕੁਝ। ਹਾਂਜੀ ਨਿੱਜਰ ਸਾਹਿਬ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਕਹਿੰਦੇ ਤੂੰ ਸਾਰਿਆਂ ਤੋਂ ਨਿਰਾਲਾ ਹੈਗਾ, ਔਰ ਸਾਰਾ ਗਿਆਨ ਜਿਹੜਾ ਤੇਰੇ ਤੋਂ ਆਉਂਦਾ ਹੈ, ਸਾਰੇ ਭੇਦ ਤੈਨੂੰ ਪਤਾ ਹੈ, ਪੂਰੇ ਆਲਮ ਦੇ ਤੈਨੂੰ ਭੇਦ ਪਤਾ ਹੈ। ਸਾਰੀ ਸ੍ਰਿਸ਼ਟੀ ਜਿਹੜੀ ਤੂੰ ਬਣਾਈ ਆ, ਇੱਕ ਇੱਕ ਉਹਦੀ ਜਿਹੜੀ ਹੈਗੀ ਇੱਕ ਇੱਕ ਚੀਜ਼ ਤੂੰ ਜਾਣਦਾ ਹੈ। ਹਾਂਜੀ ਠੀਕ ਹੈ ਜੀ। ਇਹ ਜਿਹੜਾ ਗਿਆਨ ਵੀ ਆ ਉਹ ਵੀ ਪ੍ਰਮਾਤਮਾ ਨੇ ਸਾਨੂੰ ਦਿੱਤਾ, ਪਰ ਦਿੱਤਾ ਐਸਾ ਨਾ ਬੁਝਾਰਤ ਜੀ ਚ ਪਾਈ ਆ ਕਿ ਉਹ
ਲੱਭੋ। परमात्मा पता की कह रहा है कि परमात्मा ना वो मतलब ईजी नहीं देता टास्क। वो कहता कि लभो लभो तुसीं बुझारत पाई है, ग्रंथ भी दिते है, ग्रंथां चों कहंदा इहनूं घोलो, इहनूं ये नहीं कि रट्टा मार लो कि तुहानूं लभ जूगा कुछ। जद तक तुहाडा जीवन नहीं उसदे अनुसार चलदा तुहानूं कुछ भी नहीं कहंदे पता लगना। परमात्मा ते कहंदा कि पहली गल कि परमात्मा ते कहंदा कि तेरी जिंदगी च टीचा होना चाहिए, तू जाना कित्थे, मंजिल ते निर्धारित कर पहला निशाना। तो मुड़ के तू चलदा भी पिया कि नहीं चलदा पिया। कई लोग मंजिल ते धार लेंदे ने पर चलदे ही नहीं। निचे साहब वो कहंदे खा लिया पी लिया सौ लिया, चल जाएंगे जी चल जाएंगे, फिर कल करांगे पर ये नहीं सोचते कल कल करके तेरा जीवन लंघदा जा रहा। और ये समा जिहड़ा इत्थों निकल गया, गुरु नानक पातशाह ने चंगी तरह सानू समझाया है। कहंदे हम आदमी हाँ एकदमी। वो कहंदे कल दी गल नहीं मैं करदा ते ना मैं परसों दी गल करदा ही। ऐ जिहड़ा दम है ना, मैं उबाले ते मर्दाने नूं कहा कि हाँ इहदे बारे मैं कुछ कर सकदा नहीं। वो हैगा वर्तमान काल। वर्तमान काल जिन्ने फड़ लिया ਉਹਦਾ ਹੁਣ ਆਪਾਂ ਆਪਣਾ ਜੋ ਜੀਵਨ ਦੇ ਵਿੱਚ ਮੰਨ ਲਓ ਮੈਂ ਜੋ ਵੀ ਹੈਗਾ ਇਹਦੇ ਪਿੱਛੇ ਮੇਰਾ ਭੂਤਕਾਲ ਜਿਹੜਾ ਮੈਂ ਕੰਮ ਕੀਤੇ ਉਹ ਆ ਜ਼ਿੰਮੇਵਾਰ, ਤੇ ਜੋ ਮੈਂ ਅੱਗੇ ਬਣਾਂਗਾ ਉਹਦੇ ਲਈ ਮੇਰਾ ਵਰਤਮਾਨ ਕਾਲ ਦੇ ਵਿੱਚ ਮੈਂ ਕੀ ਕਰ ਰਿਹਾ ਉਹ ਜ਼ਿੰਮੇਵਾਰ ਹੈ। ਸੋ ਸਾਡੇ ਕੋਲ ਇੱਕੋ ਹੀ ਕਾਲ ਹੈਗਾ ਵਰਤਮਾਨ ਕਾਲ। ਵਰਤਮਾਨ ਕਾਲ 'ਚ ਅਸੀਂ ਜੋ ਵੀ ਕੰਮ ਕਰਦੇ ਆ ਉਸ ਨੇ ਸਾਡਾ ਭੂਤਕਾਲ ਵੀ ਸਹੀ ਕਰ ਦੇਣਾ ਤੇ ਸਾਡਾ ਭਵਿੱਖ ਵੀ ਬਣਾ ਦੇਣਾ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ। हाँ तो भविख ते वो ते आया नहीं, एक आके चल गया। तो इसलिए गुरु नानक पातशाह कहते कि हम आदमी हाँ एकदम ही, ते ओहदा वर्तमान काल है, मैनू पता उहनूं किद्दां बतीत करना, और मैं उसनूं उसे ही डायरैक्शन च अपने संसार दे काम भी कर रहा ते पर मैं बंदगी भी कर रहा। ठीक है ना जी साहब? और आप सोचिए संगत जी, आप जस्ट सोचो गुरु नानक पातशाह नूं की लोड़ पई सी चार उदासियां करन दी, सानूं समझाउण वास्ते उन्हां ने किन्नी कोशिश कीती है। और आप जस्ट गुरु गोबिंद सिंह जी की बाणी पढ़ रहे जो, इतने कोई फोटो या मंदिर की गल की उन्होंने कोई दसो? आप लोग कहते गुरु नानक पातशाह की गल मानते हैं, चलो नहीं मानते, आप गुरु गोबिंद सिंह जी की मानते हैं। गुरु गोबिंद सिंह जी की बाणी आप पढ़ रहे हैं, कोई निजर साहब जड़ की गल की उन्होंने? नहीं, बिल्कुल नहीं। अकाल पुरख तो बिना तो बोल नहीं दे। वो कहते हैं कि जिन्हें सारा कुछ बनाया मैं वो मेरा गुरु आ। ਹੁਣ ਤੁਸੀਂ ਆਪ ਜਸਟ ਸੋਚੋ, ਬੁੱਧੀ ਤੋਂ ਕੰਮ ਲਓ, ਤੇ ਇਹ ਨਾ ਹੋਵੇ ਕਿ ਬੰਦੇ ਨੂੰ ਗੁਰੂ ਬਣਾ ਕੇ ਆਪਣਾ ਬਹਿ ਜੇ ਉੱਤੇ ਮੁੜ ਕੇ ਸਿਆਪਾ ਪੈ ਜਾਣਾ ਜੀ। ਹਾਂਜੀ ਨਿੱਜਰ ਸਾਹਿਬ, ਉਹਨੇ ਤੇ ਡੁੱਬਣਾ ਨਾਲ ਤੁਹਾਨੂੰ ਵੀ ਡੁੱਬ ਦੇਣਾ ਜੀ। ਬਿਲਕੁਲ ਹਾਂਜੀ ਹਾਂ। ਜੇ ਸਾਡੇ ਅਸੀਂ ਗੁਰੂਆਂ ਤੇ ਕਹਿਣਾ ਹੀ ਨਹੀਂ ਮੰਨਿਆ, ਹੁਣ ਗੁਰੂਆਂ ਨੇ ਸਾਨੂੰ ਕੀ ਦਿੱਤਾ? ਉਹ ਤੇ ਚੱਲ ਗਏ ਨੇ ਆਪਣਾ ਸਫ਼ਰ ਕਰਕੇ। ਦੋ ਤਰੀਕਾਂ ਦਾ ਗਿਆਨ ਹੁੰਦਾ, ਇੱਕ ਤੇ ਉਹ ਬੰਦੇ ਤਿਆਰ ਕਰ ਜਾਂਦੇ ਨੇ। ਚਲੋ ਬੰਦੇ ਤੇ ਹੁਣ ਸਾਨੂੰ ਪਤਾ ਨਹੀਂ ਕਿਹੜਾ ਲੱਭਣਾ ਔਖਾ, ਪਰ ਕਮ ਸੇ ਕਮ ਜਿਹੜੇ ਉਹਨਾਂ ਨੇ ਲੈਂਡ ਮੈਪ ਨਕਸ਼ੇ ਦਿੱਤੇ ਆ, ਜਿਹੜੇ ਪੜ੍ਹਦੇ ਪਏ ਆ ਆਪਾਂ, ਹੁਣ ਤੇ ਕੀ ਕਰਦੇ ਪਏ ਆ ਆਪਾਂ ਆ ਗਏ ਪਿੱਛੇ ਕਿ ਮੈਸੇਜ ਕੀ ਹੋਗਾ ਬਾਣੀ ਦੇ ਵਿੱਚ। ਪਹਿਲਾਂ ਉੱਥੇ ਪੜ੍ਹੀ ਨਕਸ਼ੇ, ਆਪਾਂ ਭੱਜੇ ਗਏ ਆ। ਮੈਨੂੰ ਕਹਿੰਦੇ ਉੱਥੇ ਪੁੱਟ ਵੇ, ਉੱਥੇ ਪੁੱਟ, ਪਾਣੀ ਨਿਕਲ ਨਹੀਂ ਦਿਆ, ਸਾਰੀ ਦੁਨੀਆ ਪਾਗਲ ਹੋਈ ਪਈ ਆ। ਆਪਾਂ ਕੀ ਕੀਤਾ, ਵਾਪਸ ਆ ਗਏ ਆ ਕਿ ਜਿਹੜੇ ਬਜ਼ੁਰਗ ਸਾਡੇ ਲਈ ਨਕਸ਼ੇ ਦੇ ਕੇ ਗਏ ਉਹਨਾਂ 'ਚ ਕੀ ਲਿਖਿਆ? ਮਿਸਅੰਡਰਸਟੈਂਡਿੰਗ ਨਹੀਂ ਹੋ ਗਈ। ਹੁਣ ਪਤਾ ਲੱਗਾ ਤੇ ਸਾਰੀ ਅੰਡਰਸਟੈਂਡਿੰਗ ਕੀਤੀ ਪਈ ਆਪਾਂ ਨੇ। ਆਪਾਂ ਤਾਂ ਗਲਤ ਜਗ੍ਹਾ ਪੁੱਟ ਰਹੇ ਹਾਂ, ਪਰ ਉੱਥੇ ਪੁੱਟ ਰਹੇ ਜਿੱਥੇ ਪਾਣੀ ਹੈ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਆ ਦੇਖੋ ਬਾਣੀ ਚ ਆਪਾਂ ਨੂੰ ਕੀ ਸਮਝਾ ਰਹੇ ਨੇ, ਪਰ ਹਜੇ ਵੀ ਜੇ ਨਾ ਸੁਧਰੇ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ, ਨਾ ਕਿ ਕੋਈ ਹੋਰ। ਠੀਕ ਹੈ ਨਾ ਜੀ ਸਾਹਿਬ? ਨਿਰੰਕਾਰ, ਨਿਰਵਕਾਰ, ਨਿਰਲੰਭ। ਕਹਿੰਦੇ ਦੇਖ ਮੇਰਾ ਗੁਰੂ ਜਿਹੜਾ ਹੈਗਾ ਨਿਰੰਕਾਰ, ਕਹਿੰਦੇ ਉਹਦਾ ਕੋਈ ਆਕਾਰ ਨਹੀਂ ਹੈਗਾ। ਨਿਰਵਿਕਾਰ ਆ ਮੇਰਾ ਗੁਰੂ ਜਿਹੜਾ ਹੈਗਾ, ਉਹਦੇ ਵਿੱਚ ਕੋਈ ਵਿਕਾਰ ਨਹੀਂ ਹੈਗਾ। ਯਾਦ ਰੱਖ ਲਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਾ ਚੁਗਲੀ ਈਰਖਾ ਦੁਆਇਤ ਹਉਮੈ, ਕੋਈ ਵਿਕਾਰ ਨਹੀਂ ਆ ਉਹਦੇ ਵਿੱਚ। ਨਿਰਲੰਭ, ਉਹਨੂੰ ਕਿਸੇ ਸਪੋਰਟ ਦੀ ਲੋੜ ਨਹੀਂ ਆ, ਸਾਰਿਆਂ ਨੂੰ ਸਪੋਰਟ ਦੇਣ ਵਾਲਾ ਹੈ ਉਹ। ਆਦ ਅਨੀਲ ਅਨਾਦ ਅਸੰਭ, ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈ ਮੇਰਾ ਗੁਰੂ ਹੈਗਾ, ਕਹਿੰਦੇ ਉਹ ਆਦ ਤੋਂ ਹੈਗਾ, ਸ੍ਰਿਸ਼ਟੀ ਦੇ ਆਦ ਤੋਂ ਹੈਗਾ। ਅਨੀਲ ਕਹਿੰਦੇ ਆ ਬਿਲਕੁਲ ਪਿਓਰ। ਅਨਾਦ ਕਹਿੰਦੇ ਆ ਸ੍ਰਿਸ਼ਟੀ ਦੇ ਉਹਦਾ ਕੋਈ ਆਦ ਹੀ ਨਹੀਂ ਹੈ, ਅਨਾਦੀ ਹੈਗਾ ਉਹ। ਅਸੰਭ ਕਹਿੰਦੇ ਆ ਬਾਕੀ ਸਾਰੀ ਸ੍ਰਿਸ਼ਟੀ ਸੰਭਵ ਮਾਲਕ ਨੇ ਬਣਾਈ ਹੈ, ਸਾਰੀ ਸ੍ਰਿਸ਼ਟੀ ਸਵੈਭਾਵ ਆਪਣੇ ਤੋਂ ਬਣਾਈ ਹੈ।
असंभव कहते वो मालक परमात्मा उन्होंने किसी ने नहीं बनाया, किसी ने पैदा नहीं किया मालक परमात्मा नूं। ताका मूड़ उचारत भेदा कहते कहते ਉਹਦੇ ਭੇਦ ਜਿਹੜਾ ਹੈਗਾ ਉਹਨੂੰ ਉਚਾਰਨ ਦੀ ਕੋਸ਼ਿਸ਼ ਕਰ ਰਿਹਾ, ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਨੂੰ ਬਾਉਂਡਰੀ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ। ਤਾਕਾ ਮੋੜ ਉਹਦੇ 'ਚ ਮਿਲ ਸਕਦੇ ਆ ਆਪਾਂ, ਤੇ ਆਪਾਂ ਚਾਹੀਏ ਵੀ ਮਾਲਕ ਨੂੰ ਜਿਹੜਾ ਹੈਗਾ ਆਪਾਂ ਡਿਫਾਈਨ ਕਰ ਦਈਏ, ਇੰਪੋਸੀਬਲ। ਤਾਕਾ ਮੋੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਕਹਿੰਦੇ ਜਿਹੜਾ ਗਿਆਨ ਜਿਹੜਾ ਹੈਗਾ, ਜਿਹੜਾ ਗਿਆਨ ਉਹਦਾ ਭੇਦ ਨਹੀਂ ਪਾ ਸਕਦਾ, ਔਰ ਇਨਸਾਨ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ। ਹਾਂਜੀ ਵੀਰ ਨਿੱਜਾ ਸਾਹਿਬ, ਮੈਂ ਨਾ ਉਹ ਤੁਹਾਡੀ ਮੈਨੂੰ ਉਹ ਗੱਲ ਚੇਤੇ ਆ ਗਈ, ਤੁਸੀਂ ਇੱਕ ਵਾਰੀ ਬਾਣੀ ਪੜ੍ਹੀ ਸੀ ਨਾ। ਹਾਂਜੀ ਹਾਂਜੀ। ਤੇ ਗੁਰੂ ਜੀ ਕਹਿੰਦੇ ਆ ਕਿ ਇੰਨਾ ਪਤਾ ਲੱਗਦਾ ਘੜੀਏ ਸੁਰਤ ਮਤ ਮਨ ਬੁੱਧ। ਹਾਂ, ਉਹ ਕਹਿੰਦੇ ਕਿ ਅਗਲੀ ਤੋਂ ਕੋਈ ਨਾਲ ਬੋਲੋ ਇਹ ਸੁਰਤ ਮਤ ਬੁੱਧ ਘੜੀਏ ਸੁਰਾਂ ਸਿਦਾ ਕੀ ਸੁਧ। ਹਾਂ, ਉਹ ਕਹਿੰਦੇ ਕਿ ਇੰਨਾ ਮੈਨੂੰ ਪਤਾ ਲੱਗ ਜਾਂਦਾ ਵਾ ਕਿ ਉੱਥੇ ਆ ਕੁਝ ਹੋ ਜਾਂਦਾ ਵਾ, ਪਰ ਕਿੱਦਾਂ ਹੁੰਦਾ ਵਾ ਇਹਦੇ ਬਾਰੇ ਨਹੀਂ ਪਤਾ ਲੱਗਦਾ। ਆਪ ਜਸਟ ਇਹ ਨਹੀਂ ਸਹੀ ਹੈ ਨੇ, ਜਿਸ ਉਹਨਾਂ ਦਾ ਪੁਆਇੰਟ ਉਹੀ ਆ ਗਿਆ ਨਾ ਬਿਲਕੁਲ, ਕਿ ਉੱਥੇ ਜਾ ਕੇ ਸੁਰਤ ਘੜੀ ਜਾਂਦੀ ਆ, ਮਨ ਵੀ ਘਟ ਜਾਂਦਾ, ਮਤ ਵੀ ਘਟੀ ਜਾਂਦੀ, ਬੁੱਧੀ ਵੀ ਘਟੀ ਜਾਂਦੀ, ਵਿਵੇਕ ਬੁੱਧੀ ਮਿਲ ਜਾਂਦੀ ਬੰਦੇ ਨੂੰ ਨਾ, ਉਹਦੀ ਬੁੱਧੀ ਸਹੀ ਹੋ ਜਾਂਦੀ, ਸਾਰੀ ਚੀਜ਼ਾਂ ਰੀਸੈਟ ਹੋ ਜਾਂਦੀਆਂ, ਫੈਕਟਰੀ ਸੈਟਿੰਗ ਚੱਲ ਜਾਂਦੀਆਂ। ਉੱਥੇ ਜਾ ਕੇ ਸੁਰਾਂ ਸਥਿਤ ਕੀ ਸੁਧ, ਸੁਰਾਂ ਅਗਲੀ ਤੋਂ ਕਿਹੜੀ ਕਿੱਥੇ ਘੜੀਏ ਸੁਰਾਂ ਸਿਦਾ ਕੀ ਸੁਧ, ਸੁਰ ਕਹਿੰਦੇ ਦੇਵਤੇ। ਹਾਂ, ਉੱਥੇ ਕਹਿੰਦਾ ਕਿ ਬੰਦਾ ਜਦੋਂ ਜਾਂਦਾ ਹੈ ਤੇ ਉਹ ਬੰਦਾ ਕੀ ਕਰਦਾ, ਨਕਲੀ ਕੱਪੜੇ ਉਤਾਰ ਦਿੰਦਾ, ਕਾਮ ਕਰੋ ਤਾਂ ਲੋਕ ਮੋਹ ਹੰਕਾਰ ਵਾਲੇ, ਤੇ ਸਿੱਧ ਬਣ ਜਾਂਦਾ, ਦੇਵਤਾ ਬਣ ਜਾਂਦਾ। ਉਹ ਦੇਣ ਵਾਲੀ ਉਹ ਫਿਰ ਇਹ ਉਲਟੇ ਪੁਲਟੇ ਕੰਮ ਨਹੀਂ ਕਰਦਾ, ਦੇਵਤਾ ਗੁਣ ਆ ਜਾਂਦੇ। ਜਿੱਦਾਂ ਸੂਰਜ ਆ, ਚੰਦਰਮਾ, ਸਾਰੇ ਦੇਵਤੇ ਹੈਗੇ ਨੇ, ਇਹ ਦਿੰਦੇ ਨੇ, ਕੁਛ ਮੰਗਦੇ ਨਹੀਂ ਹੈ ਸਾਡੇ ਤੋਂ। ਧਰਤੀ ਵੀ ਦੇਵਤਾ ਹੈ, ਧਰਤੀ ਮਾਤਾ ਵੀ ਦੇਵਤਾ ਹੈ, ਇਹ ਵੀ ਕੁਛ ਨਹੀਂ ਮੰਗਦੀ। ਆਖਰ ਤੇ ਸਾਡੇ ਸਰੀਰ ਨੂੰ ਇਹਨੇ ਵਾਪਸ ਲੈ ਲੈਣਾ। ਔਰ ਇਹ ਵੇਖੋ, ਜਿਉਂਦੇ ਸਾਡੇ ਪੈਰਾਂ ਥੱਲੇ ਰਹਿੰਦੀ ਆ, ਤੇ ਜਦੋਂ ਅਸੀਂ ਮਰ ਜਾਂਦੇ ਆ ਨਾ, ਤਾਂ ਸਾਨੂੰ ਸਾਰੀ ਦੁਨੀਆ ਧੱਕਾ ਕਰਦੀ ਆ, ਚੁੱਕ ਕੇ ਵਗਾ ਕੇ ਮਾਰਦੇ ਆ। ਪਰ ਧਰਤੀ ਮਾਤਾ ਏਦਾਂ ਨਹੀਂ ਕਹਿੰਦੀ ਸਾਨੂੰ, ਉਹ ਕਹਿੰਦੀ ਆ ਜਾ, ਮੈਂ ਤੈਨੂੰ ਆਪਣੀ ਗੋਦ 'ਚ ਲੈ ਜਾਂਦੀ ਆ। ਮੈਨੂੰ ਪਤਾ ਸੀ ਕਿ ਤੂੰ ਮੇਰੀ ਕਦਰ ਨਹੀਂ ਕੀਤੀ, ਤੂੰ ਕਿਤੇ ਮੈਨੂੰ ਮੱਥਾ ਤੱਕ ਨਹੀਂ ਟੇਕਿਆ, ਬੇਸ਼ੁਕਰਿਆ, ਪਰ ਆਖਰ ਦੇ ਵਿੱਚ ਮੈਂ ਤੇਰੇ ਸਰੀਰ ਨੂੰ ਮੈਂ ਹੀ ਸਮੇਟਾਂਗੀ। ਇਹ ਸੱਚ ਹੈਗਾ, ਇਹ ਧਰਤੀ ਦਾ, ਇਹ ਧਰਤੀ ਆ ਸਾਡੀ ਮਾਂ, ਇਹ ਗਲਤ ਨਹੀਂ ਹੈਗਾ। ਕਿਤੇ ਲਿਫਾਫਾ ਨਾ ਸੁੱਟਿਆ ਕਰੋ ਧਰਤੀ ਤੇ, ਗੰਦ ਨਾ ਪਾਇਆ ਕਰੋ। ਸੋ ਇਹ ਧਰਤੀ ਜਿਹੜੀ ਮਾਂ ਵਾ, ਕਿਉਂਕਿ ਆਖਰ ਤੇ ਧੀਆਂ ਪੁੱਤਾਂ ਭੈਣਾਂ ਭਰਾਵਾਂ ਘਰ ਦੇ ਘਰਦੀਆਂ ਨੇ ਚੁੱਕ ਕੇ ਵਗਾ ਕੇ ਸਾਨੂੰ ਬਾਹਰ ਸੁੱਟਣਾ, ਉਹਨਾਂ ਕਹਿਣਾ ਸਾੜੋ ਇਹਨੂੰ। ਉਹ ਸਵਾਹ ਜਿਹੜੀ ਹੈ ਸਾਡੀ ਆਖਰ ਦੇ ਵਿੱਚ ਉਹ ਧਰਤੀ ਮਾਤਾ ਦੇ ਵਿੱਚ ਚੱਲ ਜਾਣੀ, ਔਰ ਉਸਨੇ ਆਪਣੇ ਚ ਸਮੇਟ ਲੈਣਾ। ਪਰ ਫਿਰ ਰੈਸਟ ਉਹ ਪਤਾ ਨਹੀਂ ਗੋਰੇ ਕੀ ਬੋਲਦੇ, ਪੀਸ ਦੇ ਵਿੱਚ ਚੱਲ ਜਾਣਾ, ਸ਼ਾਂਤੀ। ਚਲੋ ਫਿਰ ਅਗਲੀ ਯਾਤਰਾ ਤੇ ਅੱਗੇ ਚੱਲਦੀ ਆ, ਪਰ ਇਹ ਸਰੀਰ ਦੀ ਜਿਹੜੀ ਹੈ ਧਰਤੀ ਮਾਤਾ ਸਾਡੀ ਸਾਂਭਦੀ। ਹਾਂਜੀ ਨਿੱਜਾ ਸਾਹਿਬ, ਤੁਕ ਦੁਬਾਰਾ ਬੋਲੋ। ਨਿਰੰਕਾਰ, ਨਿਰਵਿਕਾਰ, ਨਿਰਲੰਭ, ਆਦ ਅਨੀਲ, ਅਨਾਦ, ਅਸੰਭ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਿਰੰਕਾਰ ਹੈਗਾ, ਆਕਾਰ ਨਹੀਂ ਹੈਗਾ ਉਹਦਾ ਮਾਲਕ ਦਾ, ਔਰ ਵਿਕਾਰ ਵੀ ਨਹੀਂ ਹੈ, ਨਿਰਵਿਕਾਰ ਹੈਗਾ, ਉਹਦੇ 'ਚ ਕੋਈ ਵਿਕਾਰ ਨਹੀਂ ਹੈਗੇ। ਔਰ ਨਿਰਲੰਭ, ਉਹਨੂੰ ਕੋਈ ਸਪੋਰਟ ਦੀ ਲੋੜ ਨਹੀਂ ਹੈ, ਸਾਰੀ ਦੁਨੀਆ ਨੂੰ ਸਪੋਰਟ ਦੇ ਰਿਹਾ ਉਹ। ਆਦ ਅਨੀਲ, ਅਨਾਦ, ਅਸੰਭ, ਇੱਕ ਇੱਕ ਅੱਖਰ ਦੇ ਵਿੱਚ ਬਹੁਤ 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 ਕੁਛ ਪਿਆ ਹੋਇਆ। ਕਹਿੰਦੇ ਆਦ ਤੋਂ ਹੈਗਾ, ਔਰ ਅਨੀਲ ਕਹਿੰਦੇ ਬਹੁਤ ਪਵਿੱਤਰ ਹੈਗਾ, ਉਹ ਪਿਓਰ ਹੈਗਾ ਬਿਲਕੁਲ। ਅਨਾਦ ਕਹਿੰਦੇ ਆ, ਕਹਿੰਦੇ ਕੋਈ ਉਹਦਾ ਆਦ ਹੈ ਹੀ ਨਹੀਂ, ਸ੍ਰਿਸ਼ਟੀ ਦਾ ਆਦ ਹੈਗਾ, ਉਹਦਾ ਕੋਈ ਆਦ ਨਹੀਂ ਹੈ। ਅਸੰਭਵ, ਅਸੰਭ ਕਹਿੰਦੇ ਉਹਨੂੰ, ਉਹ ਸਾਰੀ ਦੁਨੀਆ ਜਿਹੜੀ ਹੈਗੀ ਸਵੈਂਭਵ ਉਹਦੇ ਤੋਂ ਪੈਦਾ ਹੋਈ ਹੈ, ਪਰ ਉਹ ਕਿਸੇ ਤੋਂ ਪੈਦਾ ਨਹੀਂ ਹੋਇਆ, ਉਹ ਜਨਮ ਰਹਿਤ ਹੈਗਾ ਮਾਲਕ ਪਰਮਾਤਮਾ। ਹਾਂਜੀ ਵੀਰ ਜੀ। ਹਾਂਜੀ ਨਿਜਾ ਸਾਹਿਬ, ਤੁਕ ਦੁਬਾਰਾ ਬੋਲ ਦੋ। ਨਿਰੰਕਾਰ, ਨਿਰਵਿਕਾਰ, ਨਿਰਲੰਭ, ਆਦ ਅਨੀਲ, ਅਨਾਦ, ਅਸੰਭ। ਹਾਂਜੀ ਸੌਰੀ ਨਿਜਾ ਸਾਹਿਬ, ਉਤਰੀ ਤੁਕ ਮੈਂ ਦੁਬਾਰਾ ਬੋਲਦਾ। ਤਬ ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਨਤ ਵੇਦ ਔਰ ਆਲਮ, ਨਿਰੰਕਾਰ, ਨਿਰਵਿਕਾਰ, ਨਿਰਲੰਭ, ਆਦ ਅਨੀਲ, ਅਨਾਦਿ, ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਦ ਨਾ ਪਾਵੇ ਬੇਦਾ, ਜਾਂ ਕੋ ਭੇਦ ਨਾ ਪਾਵਤ ਬੇਦਾ। ਹਾਂਜੀ ਵੀਰ। ਹਾਂ, ਬੇਦਾ ਦਾ ਮਤਲਬ ਗ੍ਰੰਥਾਂ ਦੇ ਵਿੱਚ ਉਹਨੂੰ ਲਿਖ ਕੇ ਤੋਂ ਸਕਦੇ ਆ, ਜਿਹੜਾ ਸ਼ੁਰੂ ਨਹੀਂ ਹੁੰਦਾ, ਜਿਹੜਾ ਖਤਮ ਕਿੱਥੋਂ ਹੋਊਗਾ। ਔਰ ਉੱਥੇ ਕਲਪਨਾ ਕਰ ਦਿੰਦੇ ਨੇ ਲੋਕ, ਕਈ ਲੋਕ ਕਰ ਦਿੰਦੇ ਨੇ ਕਲਪਨਾ, ਤੇ ਉਹ ਜਿਹੜੀਆਂ ਕਲਪਨਾ ਹੀ ਹੁੰਦੀਆਂ ਨੇ।
ਅਜੇ ਤੱਕ ਪਰਮਾਤਮਾ ਦੇ ਬਾਰੇ ਦੱਸਿਆ ਨਹੀਂ ਗਿਆ ਤੇ ਨਾ ਹੀ ਦੱਸਿਆ ਜਾ ਸਕਦਾ। ਹਾਂ, ਉਹਨੂੰ ਅਨੁਭਵ ਕਰ ਸਕਦੇ ਹਾਂ, ਉੱਥੇ ਰਹਿ ਸਕਦੇ ਹਾਂ, ਇੱਕ ਉੱਚਾ ਜੀਵਨ ਬਤੀਤ ਕਰ ਸਕਦੇ ਹਾਂ। ਉਹਦਾ ਭੇਦ ਕਿਸੇ ਨੂੰ ਪਤਾ ਨਹੀਂ ਲੱਗਣਾ ਤੇ ਨਾ ਹੀ ਲੱਗਣਾ ਹੈ ਨਿਜਰ ਸਾਹਿਬ। ਬਿਲਕੁਲ ਕੋਈ ਡਿਫਾਈਨ ਨਹੀਂ ਕਰ ਸਕਦੇ ਸਾਡੀ ਕੀ ਔਕਾਤ ਹੈ। ਸਾਡੀ ਕੋਈ ਔਕਾਤ ਨਹੀਂ। ਕੋਈ ਬੂੰਦ ਕੀ ਦੱਸੂਗੀ ਸਾਗਰ ਦੇ ਬਾਰੇ? ਦੱਸ ਸਕਦੀ ਕੁਛ ਨਾ। ਇਹ ਕੋਈ ਬੂੰਦ ਆ, ਹਾਂ, ਉਹਦੇ ਵਿੱਚ ਜਾ ਕੇ ਉੱਥੇ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ, ਪਰ ਉਹਦੇ ਸਮੁੰਦਰ ਦੇ ਬਾਰੇ ਨਹੀਂ ਦੱਸ ਸਕਦੀ। ਉਹ ਬਹੁਤ ਗਹਿਰਾ ਹੈ, ਬਹੁਤ ਗਹਿਰਾ ਹੈ। ਉਸੇ ਤਰ੍ਹਾਂ ਇਹ ਪਰਮਾਤਮਾ ਹੈ। ਔਰ ਸਾਡੀ ਬੁੱਧੀ ਦੀ ਕੀ ਔਕਾਤ ਹੈ ਕਿ ਪਰਮਾਤਮਾ ਦੇ ਬਾਰੇ ਕੁਝ ਲਿਖਦੇ ਨਹੀਂ ਲਿਖ ਸਕਦੇ। ਹਾਂਜੀ ਨਿਜਰ ਸਾਹਿਬ, ਕਮਾਲ ਹੈ। ਅੱਗੇ ਤਾਂ ਬਹੁਤ ਹੀ ਕਮਾਲ ਕੀਤੀ ਪਈ ਹੈ ਜੀ। ਕਹਿੰਦੇ ਤਾਂ ਕੋ ਕਰ ਪਾਹਨ ਅਨੁਮਾਨਤ। ਕਹਿੰਦੇ ਮਾਲਕ ਪਰਮਾਤਮਾ ਨੂੰ ਕਹਿੰਦੇ ਆ ਅਨੁਮਾਨ ਦੇ ਨਾਲ ਜਿਹੜਾ ਹੈਗਾ, ਕਹਿੰਦੇ ਪੱਥਰ ਆ ਮੂਰਤੀ ਬਣਾ ਦਿੰਦੇ, ਕਹਿੰਦੇ ਇਹ ਪਰਮਾਤਮਾ ਹੈਗਾ ਭਾਈ। ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਕਹਿੰਦੇ ਮਹਾਮੂਰਖ ਹੈਗੇ, ਕਹਿੰਦੇ ਮਹਾਮੂਰਖ ਹੈਗੇ, ਕਹਿੰਦੇ ਜਿਹੜੇ ਆਕਾਰ ਦੇ ਵਿੱਚ, ਮੂਰਤੀ ਦੇ ਵਿੱਚ, ਹੋਰ ਜਿਹੜੇ ਹੈਗੇ ਆ, ਹੋਰ ਵੀ ਕਿਸੇ ਰੂਪ ਦੇ ਵਿੱਚ ਕਹਿੰਦੇ ਪਰਮਾਤਮਾ ਸਮਝਦੇ ਆ, ਆਕਾਰ ਨੂੰ ਪਰਮਾਤਮਾ ਸਮਝਦੇ, ਆਕਾਰ ਦੇ ਵਿੱਚ ਕਹਿੰਦੇ ਉਹ ਮਹਾਮੂੜ ਹੈਗੇ ਭਾਈ। ਕੁਛ ਭੇਦ ਨਾ ਜਾਣਤ, ਕੁਛ ਵੀ ਉਹਨਾਂ ਨੂੰ ਗਿਆਨ ਨਹੀਂ ਹੈਗਾ, ਕੁਛ ਵੀ ਗਿਆਨ ਨਹੀਂ ਹੈਗਾ ਪਰਮਾਤਮਾ ਦੇ ਬਾਰੇ। ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾਸ਼ਿਵ। ਕਹਿੰਦੇ ਸ਼ੰਕਰ ਭਗਵਾਨ ਮਹਾਦੇਵ ਨੂੰ ਕਹਿੰਦੇ ਆ ਸਦਾਸ਼ਿਵ ਹੈਗਾ, ਈਸ਼ਵਰ ਹੈਗਾ ਏ। ਮਹਾਦੇਵ ਨੂੰ ਕਹਿੰਦੇ ਈਸ਼ਵਰ ਹੈਗਾ ਏ। ਮਾਲਕ ਪਰਮਾਤਮਾ ਦੇ ਨਾਲ ਕੰਪੇਅਰ ਕਰਦੇ ਆ ਮਹਾਦੇਵ ਨੂੰ। ਮਹਾਦੇਵ ਕੋ ਕਹਿਤ ਸਦਾਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਉ। ਕਹਿੰਦੇ ਮਾਲਕ ਪਰਮਾਤਮਾ ਜਿਹੜਾ ਆਕਾਰ ਰਹਿਤ ਹੈਗਾ, ਕਹਿੰਦੇ ਉਹਦਾ ਤਾਂ ਭੇਤ ਸਮਝ ਨਹੀਂ ਰਹੇ, ਔਰ ਮਹਾਦੇਵ ਨੂੰ ਪਰਮਾਤਮਾ ਬਣਾ ਰਹੇ ਆ, ਮਹਾਦੇਵ ਨਾਲ ਕੰਪੇਅਰ ਕਰ ਰਹੇ ਆ, ਕਹਿੰਦੇ ਮਾਲਕ ਦੇ ਨਾਲ ਕੰਪੇਅਰ ਕਰ ਰਹੇ ਆ ਮਹਾਦੇਵ। ਹਾਂਜੀ ਬੇਟੇ। ਕੱਲ ਇੱਕ ਵੀਰ ਜਿਹਾ ਸੀ ਤੇ ਉਹਨੇ ਟੈਲੀਗ੍ਰਾਮ ਚ ਗਰੁੱਪ ਚ ਪਾਇਆ, ਕਹਿੰਦੇ ਕਿ ਬ੍ਰਹਮ ਆ, ਇਨਸਾਨ ਕੋਈ ਵੀ ਆ, ਮੈਂ ਭਾਵੇਂ ਬੂੰਦ ਸਾਗਰ ਚ ਰਲ ਜਾਵੇ ਉਹ ਬ੍ਰਹਮ ਗਿਆਨੀ ਹੋ ਜਾਂਦਾ ਵਾ, ਦੇਵਤਾ ਬਣ ਸਕਦਾ ਵਾ, ਉਹ ਜੋ ਮਰਜੀ ਸ਼ਕਤੀ ਬਣ ਸਕਦੀ ਆ, ਪਰ ਜਿਹੜਾ ਬ੍ਰਹਮ ਆ ਬਹੁਤ ਵਿਸ਼ਾਲ ਆ। ਇਹ ਚੀਜ਼ ਨੂੰ ਤੁਸੀਂ ਸਮਝਦੇ ਨਹੀਂ ਜੋ। ਕਹਿੰਦੇ ਨਹੀਂ, ਉਹ ਬ੍ਰਹਮ ਹੀ ਸੀ, ਬ੍ਰਹਮ ਆਇਆ ਸੀ ਧਰਤੀ ਤੇ। ਮੈਂ ਬ੍ਰਹਮ ਹੀ ਆ ਸਾਰਾ, ਪਰ ਉਹ ਬ੍ਰਹਮ ਨਹੀਂ ਧਰਤੀ ਤੇ ਆਉਂਦਾ। ਆ ਦੇਖੋ ਹੁਣ ਉਹਨਾਂ ਨੂੰ ਆ ਜਿਹੜੀ ਅੱਜ ਦੀ ਕਥਾ ਸੁਣ ਲੈਣ ਉਹ। ਤੇ ਮੈਂ ਕਿਹਾ ਕਿ ਮੈਂ ਵੀਰ ਜੀ ਏਦਾਂ ਨਾ ਜਿੱਦਿਆ ਕਰੋ, ਤੁਸੀਂ ਕਾਹਨੂੰ ਜਿੱਦ ਕਰਦੇ ਜੋ? ਜੇ ਤੇ ਤੁਹਾਡਾ ਕੋਈ ਗਿਆਨ ਹੈਗਾ ਨਿੱਜੀ ਤੇ ਕੋਈ ਤੁਹਾਨੂੰ ਦੱਸ ਸਾਂਝਾ ਕਰੋ। ਏਦਾਂ ਨਾ ਕਿਤਾਬਾਂ ਪੜ੍ਹ ਕੇ ਪਤਾ ਨੀ ਕਿੱਥੋਂ ਪੜ੍ਹੀ ਜਾਂਦੇ ਤੁਸੀਂ। ਤੇ ਮੈਂ ਇਹਦੇ ਕਰਕੇ ਤੇ ਅੱਗੇ ਬੜਾ ਜੱਬ ਪਿਆ। ਬ੍ਰਹਮ ਜਿਹੜਾ ਹੈਗਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਵੇਖੋ ਆਪਾਂ ਇੱਕ ਚੀਜ਼ ਨੂੰ ਸਮਝੀਏ ਕਿੰਨਾ ਜ਼ਿਆਦਾ ਮਿਸਗਾਈਡ ਕਰਕੇ ਰੱਖਦਾ ਵਾ। ਚੌਪਈ ਸਾਹਿਬ ਦਾ ਪਾਠ ਹਰ ਜਗ੍ਹਾ ਤੇ ਹੋਣ ਦਿਆ, ਪਰ ਮਤਲਬ ਨਹੀਂ ਦੱਸਿਆ ਕੀ ਹੈਗਾ ਇਹਦੇ ਅੰਦਰ। ਉਹ ਦੱਸੋ ਕਿੱਥੇ ਆਕਾਰ ਦੀ ਗੱਲ ਕਰਦੇ? ਆਕਾਰ ਨੂੰ ਤੇ ਲਾਗੇ ਨਹੀਂ ਲੱਗਣ ਦੇਣ ਦਿਓ। ਬਿਲਕੁਲ। ਇੱਕ ਤੁਕ ਵੀ ਦੱਸ ਦੋ ਬਾਣੀ ਚ ਗੁਰੂ ਉਚਾਰਨ ਕਰਕੇ ਜੀ ਉਹ ਏਦਾਂ ਕਹਿਤਾ, ਦੱਸੋ ਕਿਤੇ ਇੱਕ ਤੁਕ ਨਹੀਂ ਮਿਲਦੀ ਤੁਹਾਨੂੰ। ਕਹਿੰਦੇ ਆ ਦੁਬਾਰਾ ਬੋਲੋ ਤੁਕ। ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ। ਹਾਂਜੀ ਨਹੀਂ ਨਿਜਰ ਸਾਹਿਬ ਇੱਕ ਰੋਜੋ। ਕਹਿੰਦੇ ਤਾਂ ਇਹ ਕਰੇ ਅਨੁਮਾਨਤ ਦਾ ਮਤਲਬ ਹੁੰਦਾ ਕਿ ਅੰਦਾਜ਼ਾ ਮਾਰੀ ਜਾਣਾ, ਗੱਪਾਂ ਮਾਰ ਲੈਣੀਆਂ, ਮੇਰੇ ਨੂੰ ਪਤਾ ਸਿਰ ਦਾ ਵੀ ਨਹੀਂ ਹੋਣਾ ਤੇ ਐਵੇਂ ਗਪੋੜਾ ਮਾਰ ਦੇਣੀਆਂ। ਹੁਣ ਕਈ ਆਪਣੇ ਇੱਥੇ ਹੈਗੇ, ਆਪਣੇ ਪੰਜਾਬ ਚ ਕਈ ਧਰਮ ਏਦਾਂ ਦੇ ਬਣ ਗਏ ਆ, ਉਹਨਾਂ ਨੇ ਗੱਪਾਂ ਮਾਰ ਕੇ ਤਾਰਾ ਲੋਕ, ਪਤਾ ਨੀ ਕਿਹੜਾ ਲੋਕ ਬਣਾ ਕੇ, ਅਗਮ ਲੋਕ, ਅਗਾਹ ਲੋਕ ਬਣਾ ਕੇ ਤੇ ਕਹਿੰਦੇ ਉੱਥੇ ਜੀਵ ਮਿਲ ਜਾਊਗਾ। ਕੀ ਇਹ ਬੋਲਣਾ ਨਿਜਰ ਸਾਹਿਬ ਸਹੀ ਹੈ? ਪਰਮਾਤਮਾ ਤੋਂ ਕੀ ਆਪਾਂ ਨੂੰ ਖੁਸ਼ੀ ਮਿਲੂਗੀ ਇਹੋ ਜਿਹੀ ਗੱਪਾਂ ਮਾਰ ਕੇ, ਝੂਠ ਬੋਲ ਕੇ? ਹੁਣ ਇੱਕ ਬਾਬਾ ਫੜਿਆ ਵਾ, ਮੈਂ ਉਹਦੀ ਫੋਟੋ ਤੁਹਾਡੇ ਗਰੁੱਪ ਚ ਪਾ ਦਿੰਦਾ, ਉਹ ਕਹਿੰਦਾ ਵਾ ਮੈਂ ਵਿਸ਼ਨੂੰ ਦਾ ਅਵਤਾਰ ਹਾਂ। ਏਦਾਂ ਲੋਕੀ ਕਰ ਦਿੰਦੇ ਨਿਜਰ ਸਾਹਿਬ, ਪੈਸੇ ਦੇ ਲਈ ਇਨਸਾਨ ਏਦਾਂ ਬੋਲਦਾ। ਔਰ ਉੱਥੇ ਸਾਡਾ ਗੁਰੂ ਆਊਗਾ, ਉਹ ਆਪਣੇ ਨਾਲ ਤੁਹਾਡੇ ਸਰੀਰ ਨੂੰ ਲੈ ਕੇ ਜਾਊਗਾ, ਪਤਾ ਨੀ ਕਿਹੜੀ ਇੱਕ ਨਦੀ ਹੈਗੀ ਉੱਥੋਂ ਦੀ ਕੱਢ ਕੇ ਖਾਣਾ ਉਹਨੇ, ਅੱਗ ਦੀ ਨਦੀ। ਬੰਦਾ ਜਦੋਂ ਸਾਡਾ ਸੰਸਕਾਰ ਹੋ ਗਿਆ ਉਦੋਂ ਵੀ ਤਾਂ ਅੱਗ ਦੇ ਵਿੱਚ ਹੀ ਲੰਘੇ ਅਸੀਂ, ਅਗਲੀ ਨਦੀ ਚ ਤੇਰੀ ਕੀ ਲੋੜ ਪਈ, ਖੁਦ ਲੰਘ ਜਾਗੇ। ਕੀ ਕਹਿੰਦੇ ਨਿਜਰ ਸਾਹਿਬ? ਬਿਲਕੁਲ। ਪਰ ਲੋਕੀ ਇਹਨਾਂ ਚੀਜ਼ਾਂ ਚ ਵਿਸ਼ਵਾਸ ਕਰਦੇ ਨੇ। ਵੇਖੋ ਬਾਣੀ ਤਾਂਹੀਓ ਕਹਿੰਦੇ ਆ, ਉਹਨਾਂ ਨੂੰ ਕੀ ਕਹੇ? ਕਹਿੰਦੇ ਤਾਂ ਕਿ ਕਰੇ ਤਾਂ ਕੋ ਕਰ ਪਾਹਨ ਅਨੁਮਾਨਤ। ਦੁਬਾਰਾ ਬੋਲੋ। ਤਾਂ ਕੋ ਕਰ ਪਾਹਨ ਅਨੁਮਾਨਤ
ਪੱਥਰ ਸਮਝ ਕੇ ਉਹਨੂੰ ਅਨੁਮਾਨ ਲਗਾਉਂਦਾ ਹੈ, ਮਾਲਕ ਨੂੰ ਪੱਥਰ ਸਮਝਦਾ ਹੈ। ਹਾਂ, ਜੜ ਸਮਝਦਾ ਪੱਥਰ ਹੈ ਰੱਬ। ਫਿਰ ਕਹਿੰਦਾ ਮਹਾ ਮੋੜ ਕੋ ਕੁਛ ਭੇਦ ਨਾ ਜਾਣ। ਤੇ ਮਹਾ ਮੋੜਿਆ, ਮਹਾ ਮੋੜ, ਮਹਾ ਦਾ ਮਤਲਬ ਪਤਾ ਕਹਿੰਦੇ ਕਿ ਮੂਰਖਾਂ ਦਾ ਸਰਦਾਰ। ਬਿਲਕੁਲ। ਇੱਕ ਤੇ ਮੂਰਖ ਹੁੰਦਾ ਨਾ, ਉਹ ਕਹਿੰਦਾ ਮੂਰਖਾਂ ਦਾ ਸਰਪੰਚ, ਕੁਛ ਭੇਦ ਨਾ ਜਾਣਤ। ਉਹ ਪਤਾ ਨਹੀਂ ਇਹਨੂੰ ਹੈਗਾ ਇਹ ਕੀ ਕਹਿ ਰਹੇ ਨੇ, ਕੀ ਕਰ ਰਹੇ ਨੇ। ਹਾਂਜੀ ਨੇ ਜੱਸਾ। ਮਹਾਦੇਵ ਕੋ ਕਹਿਤ ਸਦਾਸ਼ਿਵ। ਮਹਾਦੇਵ ਜਿਹੜਾ ਹੈਗਾ ਸ਼ੰਕਰ ਭਗਵਾਨ ਜਿਹੜੇ ਹੈਗੇ ਉਹਨਾਂ ਨੂੰ ਭਗਵਾਨ ਕਹਿੰਦੇ ਸਦਾਸ਼ਿਵ ਕਹਿ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਈਸ਼ਵਰ ਹੈ ਇਹ ਮਾਲਕ ਪਰਮਾਤਮਾ। ਸਦਾਸ਼ਿਵ ਮਤਲਬ ਕਹਿੰਦੇ ਜਿਹੜਾ ਕਿ ਕਲਿਆਣ ਕਰਨ ਵਾਲਾ ਜਿਹੜਾ ਹੈਗਾ, ਕਲਿਆਣਕਾਰੀ ਈਸ਼ਵਰ ਹੈ ਹਮੇਸ਼ਾ ਸਦਾ। ਸਦਾਸ਼ਿਵ ਮਤਲਬ ਹਮੇਸ਼ਾ ਹੀ ਕਲਿਆਣ ਕਰਨ ਵਾਲਾ ਹੈ। ਸ਼ਿਵ ਕਹਿ ਰਿਹਾ ਉਹਨੂੰ। ਨਹੀਂ ਨਿਜਾ ਸਾਹਿਬ, ਇਹ ਨਾ ਹਾਂਜੀ, ਇਹ ਅਸਲ ਤੇ ਸ਼ਿਵ ਜਿਹੜਾ ਹੈਗਾ ਨਾ, ਗੁਰੂ ਜੀ ਨੇ ਸ਼ਿਵ ਵਰਤਿਆ। ਸ਼ਿਵ ਤੇ ਸ਼ਕਤੀ ਦੋ ਹੀ ਤੇ ਚੀਜ਼ਾਂ ਨੇ, ਜਿਹੜੀ ਪ੍ਰਕਿਰਤੀ ਸ਼ਕਤੀ ਹੈ ਤੇ ਸ਼ਿਵ ਜਿਹੜਾ ਪੁਰਸ਼ ਹੈ। ਉਹ ਕਹਿੰਦੇ ਮਹਾਦੇਵ ਕੋ ਕਹਿ ਤੇ ਸਦਾ ਸ਼ਿਵ। ਉਹ ਕਹਿੰਦੇ ਕਿ ਜਿਹੜਾ ਸ਼ਿਵ ਹੈਗਾ ਉਹ ਮਹਾਦੇਵ ਹੈਗਾ, ਸ਼ਿਵ ਜੀ ਹੈਗਾ ਹੈ, ਪਰ ਸ਼ਿਵ ਜੀ ਨਹੀਂ ਹੈਗਾ। ਹਾਂ, ਪਰਮਾਤਮਾ ਕਹਿ ਰਹੇ ਹਨ ਉਹਨੂੰ, ਪਰਮਾਤਮਾ ਸ਼ਿਵ ਜੀ ਨੂੰ। ਹਾਂ, ਸ਼ਿਵ ਜੀ ਪਰਮਾਤਮਾ ਨਹੀਂ ਹੈਗਾ। ਹਾਂਜੀ ਨਿਜਾ। ਹਾਂਜੀ। ਨਿਰੰਕਾਰ ਕਾ ਚੀਨਤ ਨਹਿ ਪਿਓ। ਔਰ ਨਿਰੰਕਾਰ ਜਿਹੜਾ ਮਾਲਕ ਪਰਮਾਤਮਾ ਹੈ ਉਹ ਨਿਰੰਕਾਰ ਹੈ, ਉਹਦਾ ਭੇਤ ਨਹੀਂ ਸਮਝ ਰਿਹਾ ਵੀ ਮਾਲਕ ਤਾਂ ਨਿਰੰਕਾਰ ਹੈ, ਇਹ ਗੱਲ ਸਮਝਦਾ ਹੀ ਨਹੀਂ ਹੈ। ਹਾਂ, ਤੇ ਉਹ ਨਿਰੰਕਾਰ ਕਾ ਚੀਨਤ ਨਹੀਂ ਪਿਓ ਕਿ ਕਹਿੰਦੇ ਕਿ ਨਿਰੰਕਾਰ ਜਿਹੜਾ ਹੈਗਾ, ਨਿਰੰਕਾਰ ਮਤਲਬ ਜਿਹਦਾ ਰੂਪ ਰੰਗ ਨਹੀਂ ਹੈਗਾ, ਰੇਖ ਨਹੀਂ ਹੈਗਾ, ਉਹ ਉਹਦੇ ਬਾਰੇ ਨਹੀਂ ਵਿਚਾਰ ਕਰਦੇ। ਪਰ ਇਹ ਕਿ ਸ਼ਿਵ ਜੀ ਨੂੰ ਹੀ ਸ਼ਿਵ ਕਹੀ ਜਾਂਦੇ ਨੇ ਜੈਸਾ। ਬਿਲਕੁਲ। ਉਹਦੀਆਂ ਮੂਰਤੀਆਂ ਬਣਾ ਕੇ ਤੇ ਉਹਦੀ ਪੂਜਾ ਕਰੀ ਜਾਂਦੇ। ਜਿਹੜੇ ਕਰਦੇ ਆ ਉਹ ਤੇ ਲਿਖਿਆ ਉਹ ਕਹਿੰਦੇ ਮੂਰਖਾਂ ਦੇ ਸਰਪੰਚ ਹੈਗੇ ਉੱਤੇ। ਬਿਲਕੁਲ ਸਹੀ ਗੱਲ। ਠੀਕ ਹੈ, ਅੱਜ ਦੀ ਵਿਚਾਰ ਇੱਥੇ ਕਰੀਏ ਸਮਾਪਤ। ਹਾਂਜੀ ਵੀਰ ਜੀ, ਸਮਾਂ ਦਾ ਪਤਾ ਹੀ ਨਹੀਂ ਲੱਗਿਆ। ਆਸਾ ਸੰਗਤ ਜੀ ਦੇਖੋ, ਬਾਣੀ ਕਿੰਨੀ ਜ਼ਬਰਦਸਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪਾਂ ਪੜ੍ਹ ਰਹੇ ਹਾਂ ਔਰ ਪਰਮਾਰਥ ਅਰਥ ਹੋ ਰਹੇ ਨੇ। ਪਰਮਾਰਥ ਦਾ ਮਤਲਬ ਜੋ ਅਰਥ ਬਾਣੀ ਕਹਿ ਰਹੀ ਆ, ਆਪ ਇੱਕ ਡਿਕਸ਼ਨਰੀ ਲੈ ਲਓ। ਵੈਸੇ ਵੀ ਆਈ ਗ੍ਰੰਥ ਦੇ ਵਿੱਚ ਸਾਰੀ ਲਿਖੀ ਹੈ ਬਾਣੀ। ਆਪ ਆਪਣੇ ਕੋਲੋਂ ਉਹ ਤੋਂ ਪੇਜ ਖੋਲ ਕੇ ਪੜ੍ਹੋ। ਆਪਾਂ ਜੋ ਵੀ ਵਿਚਾਰ ਕਰਦੇ ਹਾਂ, ਕੁਛ ਹੋ ਸਕਦਾ ਸਾਡੇ ਕੋਲ ਅੱਖਰ ਵੱਧ ਘੱਟ ਲੱਗ ਗਿਆ ਹੁਣ, ਸਾਡੀ ਬੁੱਧੀ ਦੀ ਲਿਮਟ ਹੈ। ਨੇਜਰ ਸਾਹਿਬ ਨੂੰ ਤੇ ਜ਼ਿਆਦਾ ਪਤਾ, ਮੈਨੂੰ ਮੇਰਾ ਤੇ ਚਲੋ ਓਦਾਂ ਹੀ ਆ, ਦੇਸੀ ਫਾਰਮੂਲਾ। ਪਰ ਮੈਂ ਇਹ ਕਹਿੰਦਾ ਕਿ ਬਾਣੀ ਆਪਾਂ ਨੂੰ ਸਮਝਾ ਰਹੀ ਹੈ ਨਾ। ਜੇਕਰ ਅਸੀਂ ਸੰਗਤ ਜੀ, ਆਪਾਂ ਮੈਂ ਦੂਜਿਆਂ ਦੀ ਗਰੰਟੀ ਨਹੀਂ ਲੈਂਦਾ ਲੋਕੀ ਕੀ ਸੋਚਦੇ, ਕੀ ਵਿਚਾਰ ਕਰਦੇ। ਕਮ ਸੇ ਕਮ ਜਿਹੜੇ ਆਪਾਂ ਸੰਗਤ ਬੈਠੇ ਆ, ਕਮ ਸੇ ਕਮ ਆਪਾਂ ਇੱਕ ਨੂੰ ਵਿਚਾਰ ਕਰੀਏ। ਉਹ ਕੰਮ ਨਾ ਕਰੀਏ ਜਿਹੜੇ ਬਾਣੀ ਮਨਾ ਕਰ ਰਹੀ ਹੈ, ਕਮ ਸੇ ਕਮ ਉਹ ਨਾ ਕਰੀਏ। ਉਹ ਜੋ ਸਾਨੂੰ ਸਮਝਾ ਰਹੇ ਨੇ, ਉਹ ਸਮਝਾ ਰਹੇ ਨੇ ਬ੍ਰਹਮ ਗਿਆਨ। ਬ੍ਰਹਮ ਗਿਆਨ ਉਹ ਇੱਕ ਐਸਾ ਗਿਆਨ ਜਿਹੜਾ ਸਾਨੂੰ ਭਰਮ ਤੋਂ ਮੁਕਤ ਕਰਦਾ, ਜਿਹੜਾ ਸਾਨੂੰ ਜੜ ਤੋਂ ਤੋੜ ਕੇ ਸਾਨੂੰ ਚੇਤਨ ਚ ਲੈ ਕੇ ਜਾਂਦਾ ਹੈ, ਆਪਣੇ ਸਰੂਪ ਨੂੰ ਦਿਖਾਉਂਦਾ ਹੈ, ਸਾਨੂੰ ਮੁਕਤ ਕਰਨਾ ਚਾਹੁੰਦਾ ਹੈ। ਔਰ ਜੀਵ ਦਾ ਭਰਮ ਜਾਂ ਜੀਵ ਦੀ ਮੁਕਤੀ ਔਰ ਜੀਵ ਦੇ ਆਪਣੇ ਹੱਥਾਂ 'ਚ ਹੈ। ਪ੍ਰਕਿਰਤੀ ਦੇ ਵਿੱਚ ਪ੍ਰਮਾਤਮਾ ਨੇ ਗਿਆਨ ਭਰਿਆ, ਉਹ ਗਿਆਨ ਲੈਣਾ ਹੈ ਜਾਂ ਨਹੀਂ ਲੈਣਾ, ਉਹ ਨਿੱਜੀ ਸਾਹਿਬ ਜੀਵ ਦੀ ਆਪਣਾ ਨਿੱਜੀ ਡਿਸੀਜਨ ਹੈ। ਉਹ ਕੋਈ ਜ਼ਬਰਦਸਤੀ ਨਹੀਂ ਕਰਦੀ ਪ੍ਰਕਿਰਤੀ। ਗਿਆਨ ਲੈਣਾ ਕਿ ਅਗਿਆਨ ਲੈਣਾ? ਅਗਿਆਨ ਲੈਣਾ, ਕੁਝ ਵੀ ਲੈ ਸਕਦਾ ਹੈ। ਹਾਂ, ਇਹਦੇ 'ਚ ਪ੍ਰਕਿਰਤੀ ਨਾ ਪ੍ਰਮਾਤਮਾ ਸਾਨੂੰ ਕੋਈ ਕਹਿੰਦਾ, ਪਰ ਇਹ ਗੱਲ ਕਿ ਪ੍ਰਮਾਤਮਾ ਨੇ ਗਿਆਨ ਵੀ ਇਹ ਪ੍ਰਕਿਰਤੀ 'ਚ ਪਾਇਆ ਹੈ, ਆਪ ਪਾਇਆ। ਬਿਲਕੁਲ, ਕਿਉਂਕਿ ਪਾਉਣਾ ਪੈਣਾ। ਜੇ ਉਹਨਾਂ ਰਾਹ ਦਿਖਾਊਗਾ ਨਿੱਜੇ ਸਾਹਿਬ, ਕਿੱਦਾਂ ਪਤਾ ਲੱਗੂਗਾ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਹਾਂ, ਤੇ ਬਾਣੀ ਤੇ ਉਹ ਕਹਿੰਦੀ ਕਿ ਥੋੜਾ ਪੜ੍ਹਿਆ ਕਰੋ। ਤਾਂਹੀਓ ਬਾਣੀ ਕਹਿੰਦੀ ਬਿਰਲਾ ਵਿਚਾਰੇ। ਬਾਣੀ ਕਹਿੰਦੇ ਪੜ੍ਹਦੀ ਤੇ ਸਾਰੀ ਦੁਨੀਆ ਹੀ ਆ, ਤੇ ਆਪਣੇ ਵਾਲੇ ਵੀ ਜ਼ੋਰ ਲਾਈ ਜਾਂਦੇ ਕਿ ਪੰਜਾਂ ਬਾਣੀਆਂ ਦਾ ਪਾਠ ਪੜ੍ਹਨਾ ਬੜਾ ਜ਼ਰੂਰੀ ਆ। ਪੜ੍ਹਨਾ ਨਹੀਂ ਜ਼ਰੂਰੀ ਆ, ਇਹ ਕਹਿਣ ਕਿ ਵਿਚਾਰ ਕਰਨਾ ਜ਼ਰੂਰੀ ਆ। ਵੀਰ ਜੀ, ਅਸੀਂ ਵੀ ਨਾ ਮਤਲਬ ਛੋਟੀ ਹੁੰਦੀ ਤੇ ਮੈਂ ਚੌਪਈ ਸਾਹਿਬ ਦਾ ਪਾਠ ਬੜਾ ਕਰਦੀ ਹੁੰਦੀ ਹਾਂ। ਮੈਨੂੰ ਇਹ ਹੀ ਕਿ ਚਲੋ ਮੈਨੂੰ ਆਉਂਦਾ ਵਾ, ਮੈਨੂੰ ਮੂੰਹ ਜ਼ਬਾਨੀ ਆਉਂਦਾ ਵਾ, ਪਰ ਅੱਜ ਇੰਨਾ ਇੰਟਰਸਟ ਬਣਿਆ ਕਿ ਐਗਜ਼ੈਕਟ ਉਹਦਾ ਮੀਨਿੰਗ ਕੀ ਆ ਵੀ ਅਸੀਂ ਪੜ੍ਹਦੇ ਹੀ ਸੀ। ਮੀਨਿੰਗ ਅੱਜ ਸਮਝ ਆਇਆ, ਇੰਨਾ ਇੰਟਰਸਟ ਬਣਿਆ ਮੈਨੂੰ ਹੁਣੇ ਮਾਈਂਡ 'ਚ ਹੀ। ਮੈਂ ਕਿਹਾ ਇਹ ਕਥਾ ਖਤਮ ਨਾ ਹੋ ਜਾਏ, ਅੱਜ ਕੰਪਲੀਟ ਹੋ ਜਾਵੇ ਕਿ ਪਤਾ ਚੱਲ ਜਾਏ। ਪਰ ਤੁਸੀਂ ਕਹਿਤਾ ਕਿ ਕਥਾ ਇੱਥੇ ਖਤਮ ਕਰੀਏ। ਹਾਂ, ਨਹੀਂ ਕਥਾ ਤੇ ਕਿ ਇਹ ਭੈਣ ਜੀ ਮੈਂ ਵੀ ਇਹ ਪਾਠ ਪੜ੍ਹਦਾ ਹੁੰਦਾ ਸਾਂ। ਹਾਂਜੀ ਹਾਂਜੀ। ਇਹ ਵੇਖੋ, ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਮੰਨਦੇ ਹਾਂ, ਸਿੱਖ ਪੰਥ ਦੀ ਉਹਨਾਂ ਨੇ ਸਾਜਨਾ ਕੀਤੀ ਹੈ, ਤੇ ਸਾਨੂੰ ਜਿਹੜਾ ਨਿਰਦੇਸ਼ ਦੇ ਕੇ ਗਏ ਨੇ, ਇਹ ਨਿਰਦੇਸ਼ ਤੇ ਕੁਝ ਹੋਰ ਦਿੱਤਾ ਵਾ, ਤੇ ਪਰ ਅਸੀਂ ਆਪਣੇ ਕੋਲੋਂ ਹੀ ਨਵੇਂ ਨਿਰਦੇਸ਼ ਕੱਢ ਕੇ ਬਹਿ ਗਏ। ਬਿਲਕੁਲ ਬਿਲਕੁਲ। ਛੋਟੇ ਹੁੰਦੇ ਤੇ ਇਹ ਹੁੰਦਾ ਸੀ ਨਾ ਵੀ ਸਾਨੂੰ ਆ ਗਿਆ ਤੇ ਅਸੀਂ ਉਸੇ ਚਾਅ 'ਚ ਹੀ ਪੜ੍ਹੀ ਜਾਣਾ ਵੀ ਚਲੋ ਸਾਨੂੰ ਮੂੰਹ ਜ਼ਬਾਨੀ ਪਾਠ ਹੁੰਦਾ, ਹਰ ਇੱਕ ਅੱਗੇ ਸੁਣਾਉਣਾ ਵੀ ਸਾਨੂੰ ਇਹ ਪਾਠ ਆਉਂਦਾ ਆ। ਪਰ ਮੀਨਿੰਗ ਅਜੇ ਤੱਕ ਨਹੀਂ ਸਮਝ ਐਗਜ਼ੈਕਟ ਆਇਆ ਵੀ
ਐਕਚੁਅਲ ਚ ਕੀ ਮੀਨਿੰਗ ਸਾਨੂੰ ਵਾਹਿਗੁਰੂ ਜੀ ਕੀ ਸਮਝਾਉਂਦੇ ਆ, ਉਹ ਚੀਜ਼ ਤੋਂ ਕਿ ਬੜਾ ਵਧੀਆ ਅੱਜ ਮਜ਼ਾ ਆ ਗਿਆ ਸੁਣ ਕੇ। ਹਾਂ ਚਲੋ ਚਲੋ ਇਸੇ ਤਰ੍ਹਾਂ ਹੀ ਆਇਆ ਕਰੋ ਤੇ ਸੰਗਤ ਜ਼ਰੂਰ ਕੱਢਿਆ ਕਰੋ। ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਆਪਣੀ ਸੰਗਤ ਬਖਸ਼ੇ। ਠੀਕ ਹੈ ਨਾ ਜੱਸਾ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ ਆਪਾਂ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ।